ਸਾਨੂੰ ਲੱਭਦੇ ਹੁੰਦੇ ਸੀ ਕਿ ਤੁਸੀਂ ਮਿਲ ਸਕਦੇ ਹੋ ਸਾਨੂੰ, ਐਵਰੀ ਵੀਕ ਕੰਟੈਕਟ ਕਰਦੇ ਹੁੰਦੇ ਸੀ ਕਿ ਦੱਸੋ ਸਾਡੇ ਲਈ ਹੁਕਮ ਕੀ ਹੈ। ਬਾਦਲ ਹੈ ਨਹੀਂ, ਪਰ ਸਾਰੇ ਸੰਘਰਸ਼ ਦੇਖੋ, ਸੰਘਰਸ਼ ਦੇ ਦੌਰਾਨ ਸਾਰੇ ਹੀ ਸਾਡੇ ਲਿੰਕ ਸੀ, ਕੀ ਕਾਂਗਰਸ, ਕੀ BJP, ਕੀ ਲੈਫਟ, ਕੀ ਅਕਾਲੀ ਦਲ। 97 'ਚ ਅਕਾਲੀ ਦਲ ਦੀ ਸਰਕਾਰ ਆ ਜਾਂਦੀ ਹੈ ਜੀ। ਅਕਾਲੀ ਦਲ ਦੀ ਸਰਕਾਰ 'ਚ 97 ਵਾਲੇ ਮੈਨੀਫੈਸਟੋ 'ਚ ਕਿਹਾ ਗਿਆ ਸੀ ਉਹਨਾਂ ਅਫਸਰਾਂ ਦਾ ਹਿਸਾਬ ਕਿਤਾਬ ਲਵਾਂਗੇ, ਅਫਰੀਕਾ ਵਰਗਾ ਟਰੁੱਥ ਕਮਿਸ਼ਨ ਵੀ ਬਣੂਗਾ। ਜਿਹੜੇ ਬੰਦਿਆਂ ਨੇ ਦੁਸ਼ਮਣ ਦੀ ਕੋਸ਼ਿਸ਼ ਕੀਤੀ, ਸਟੇਟ ਨਾਲ ਰਲ ਕੇ ਫਿਰ ਸਰਕਾਰਾਂ ਬਣਾਉਣੀਆਂ, ਸਾਡੇ ਖਿਲਾਫ ਚੱਲਣ ਦੀ ਕੋਸ਼ਿਸ਼ ਕੀਤੀ, ਉਹਨਾਂ 'ਤੇ ਅਸੀਂ ਹਿੱਟ ਕੀਤਾ, ਉਹਨਾਂ 'ਤੇ ਅਟੈਕ ਹੋਏ। ਹੋਰ ਅਸੀਂ ਕਿਸੇ ਨੂੰ ਟੱਚ ਨਹੀਂ ਕੀਤੇ, ਤਾਂ ਸਾਡੀਆਂ ਠਹਿਰਾਂ ਸੀਗੀਆਂ ਸਾਰੀਆਂ। ਜਦੋਂ ਇਹਨਾਂ ਨੂੰ ਸ਼ਿਓਰ ਹੋ ਗਿਆ ਕਿ ਹੁਣ ਮੂਵਮੈਂਟ ਗਨ ਸਾਇਲੈਂਟ ਹੋ ਗਈ ਹੈ ਤੇ ਹੁਣ ਤਾਂ ਸਾਰਾ ਕੁਝ ਉੱਠਣ ਜੋਗਾ ਹੀ ਨਹੀਂ ਰਿਹਾ, ਹੁਣ ਕਿਹਨੇ ਬੋਲਣਾ, ਫਿਰ ਤਾਂ ਇਹਨਾਂ ਨੇ ਪੰਜਾਬੀ ਪਾਰਟੀ ਵੀ ਬਣਾ ਦਿੱਤੀ, ਉਸ ਤੋਂ ਬਾਅਦ ਪਰਿਵਾਰ ਦੀ ਪਾਰਟੀ ਬਣਾ ਦਿੱਤੀ। ਤੁਸੀਂ ਕਹਿੰਦੇ ਜਦੋਂ ਤੁਹਾਡੇ ਹੱਥਾਂ 'ਚ ਹਥਿਆਰ ਸੀ, ਇਹ ਸਾਰੇ ਤੁਹਾਨੂੰ ਪੁੱਛਦੇ ਸੀ ਕੀ ਹੁਕਮ ਆ ਸਾਡੇ ਲਈ, ਸਾਰੇ ਜਾਂਦੇ ਸੀ ਜੇਲ੍ਹਾਂ 'ਚ ਬੰਦਿਆਂ ਨੂੰ ਛੁਡਾ ਕੇ ਲਿਆਉਂਦੇ ਸੀ, ਤੁਹਾਨੂੰ ਪੁੱਛਦੇ ਸੀ ਕੀ ਹੁਕਮ ਆ। ਜਦੋਂ ਇਹ ਸੱਤਾ 'ਚ ਆਏ, ਤੁਸੀਂ ਕਦੇ ਇਹਨਾਂ ਨੂੰ ਐਜ਼ ਏ ਹਿਊਮਨ ਬੀਇੰਗ, ਐਜ਼ ਏ ਸਿੱਖ, ਕਦੇ ਇਹਨਾਂ ਨੂੰ ਸੰਪਰਕ ਨਹੀਂ ਕੀਤਾ ਕਿ ਆਹ ਕੰਮ ਨੇ ਜਿਹੜੇ ਤੁਸੀਂ ਕਹਿੰਦੇ ਸੀ ਹੋਣ ਵਾਲੇ ਨੇ, ਜਾਂ ਆਹ ਤੁਸੀਂ ਸਾਡੇ ਖਿਲਾਫ ਹੀ ਕੀ ਚੱਲ ਪਏ, ਕਿਸੇ ਨੇ ਲਾਇਆ ਕਦੇ ਇਹਨਾਂ ਨੂੰ? ਇੱਦਾਂ ਹੀ ਗਨ ਕਲਚਰ ਕਰਨਾ ਕਿ ਗਨਜ਼ ਵਾਇਲੈਂਸ ਦਾ ਉੱਦਾਂ ਦਾ ਕੋਈ ਮਤਲਬ ਨਹੀਂ, ਇਹ ਤਾਂ ਬਿਲਕੁਲ ਹੀ ਨੈਗੇਟਿਵ ਚੀਜ਼ ਹੈ। ਇਹ ਤਾਂ ਉਦੋਂ ਹੀ ਇਹਨੂੰ ਸੈਂਕਸ਼ਨ ਮਿਲਦੀ ਆ, ਇਹਦੀ ਪਵਿੱਤਰ ਹੁੰਦਾ ਹੈ, ਜਦੋਂ ਇਹ ਬਹੁਤ ਵੱਡੇ ਇੱਕ ਅਮਲ ਸੱਚਾਈ ਦੇ ਥੱਲੇ ਇਨਸਾਫ ਲਈ ਤੇ ਸੱਚ ਦਾ, ਨਿਆਂ ਦਾ ਰਾਜ ਕਰਨ ਹਿੱਤ ਚੱਕਦੇ ਆ, ਡਿਫੈਂਸ 'ਚ ਚੁੱਕੇ ਜਾਂਦੇ ਆ। ਗਨ ਕਲਚਰ, ਗੈਂਗਸਟਰਿਜ਼ਮ, ਉਹਨੂੰ ਹਵਾ ਦੇਣੀ ਤੇ ਉਹਨੂੰ ਪ੍ਰਫੁੱਲਤ ਕਰਨਾ ਤੇ ਉਹਨੂੰ ਵਧਣ ਦੇਣਾ, ਉਹ ਸਟੇਟ ਨੂੰ ਸੂਟ ਕਰਦਾ। ਗਵਰਨਮੈਂਟ ਵੱਲੋਂ ਜਿਹਨਾਂ ਬੰਦਿਆਂ ਤੇ ਲੈਫਟ ਵਾਲਿਆਂ ਤੇ ਕੁਛ ਅਟੈਕ ਹੋਏ ਆ, ਦੇਖੋ ਉਹਦੇ ਵਿੱਚ ਵੀ ਮੈਂ ਸੋਚਦਾ ਨਹੀਂ ਸੀ ਹੋਣੇ ਚਾਹੀਦੇ, ਕਿਉਂਕਿ ਬੇਸਿਕਲੀ ਇਹ ਵੀ ਸਟੇਟ ਦੇ ਖਿਲਾਫ ਲੜਨ ਵਾਲੇ ਸੀ। ਜਿਵੇਂ ਰੌਲਾ ਕਿਸਾਨ ਅੰਦੋਲਨ ਵੇਲੇ ਵੀ ਕਾਫੀ ਪੈ ਗਿਆ, ਖਾਲਿਸਤਾਨੀ ਵਰਸਸ ਕਾਮਰੇਡ ਜਾਂ ਸਿੱਖ ਵਰਸਸ ਕਾਮਰੇਡ, ਉਦੋਂ ਕੀ ਮਾਹੌਲ ਸੀਗਾ ਕਿ ਤੁਸੀਂ ਤੇ ਪੜ੍ਹੇ ਲਿਖੇ ਸੀ, ਤੁਸੀਂ PAU 'ਚ ਪੜ੍ਹਦੇ ਸੀਗੇ, ਤੁਸੀਂ ਇੱਥੇ ਲੈਫਟ ਦੀ ਬੜੀ ਵੱਡੀ ਮੂਵਮੈਂਟ ਰਹੀ ਹੈ PAU 'ਚ, ਕੋਈ ਕੋਸ਼ਿਸ਼ਾਂ ਹੋਈਆਂ ਸੀ ਉਦੋਂ ਕਿ ਇੱਕ ਦੂਜੇ ਨੂੰ ਅੰਡਰਸਟੈਂਡ ਕਰੋ? ਸਟੇਟ ਤਾਂ ਇੱਕੋ ਹੀ ਆ, ਇਹਨਾਂ ਦਾ ਕੋਈ ਡਿਫਰੈਂਸ ਨਹੀਂ, ਬੇਸਿਕਲੀ ਅਕਾਲੀ ਕਾਂਗਰਸ ਦਾ ਕੋਈ ਡਿਫਰੈਂਸ ਨਹੀਂ। ਜਿੱਥੇ ਸਿਕਿਉਰਿਟੀ ਦਾ ਹੋਮ ਦਾ ਮਿਨਿਸਟਰ, ਉੱਥੇ ਸਾਰਾ ਕੁਝ ਦਿੱਲੀ ਦਾ ਚੱਲਦਾ ਆ। ਸ਼ਾਮ ਨੂੰ ਜਦੋਂ ਜਾਣ ਲੱਗੇ ਉਹਨੂੰ ਬਾਅਦ ਉਹਨੂੰ ਇਕੱਲੇ ਨੂੰ ਬੁਲਾਇਆ ਤੇ ਉਹਨੂੰ ਕਿਹਾ ਕਿ ਵਡਾਲਾ ਸਾਹਿਬ, ਉਹ ਗੱਲਾਂ ਗਈਆਂ ਅੱਗੇ ਤੋਂ, ਇਹ ਸਿੰਘਾਂ ਵਾਲਾ ਮਸਲਾ, ਬੰਦੀ ਸਿੰਘਾਂ ਵਾਲਾ, ਪੰਥ ਵਾਲਾ ਮਸਲਾ, ਇਹ ਸਿਕਿਉਰਿਟੀ ਨਾਲ ਕੋਈ ਸੰਬੰਧਿਤ ਮਸਲਾ, ਇਹਦੇ ਬਾਰੇ ਕਦੀ ਗੱਲ ਨਹੀਂ ਕਰਨੀ। ਜੇ ਪਾਵਰ ਕਰਨੀ ਹੈ, ਪਾਵਰ ਸ਼ੇਅਰ। ਪਾਕਿਸਤਾਨ ਦੀ ਬਹੁਤ ਜ਼ਿਆਦਾ ਚਰਚਾ ਹੁੰਦੀ ਹੈ ਕਿਉਂਕਿ ਪਾਕਿਸਤਾਨ ਨਾਲ ਲੱਗਦਾ ਗਾ। ਇੱਕ ਹੈ, ਬਹੁਤ ਸਾਰੇ ਲੋਕ ਜਾਂ ਸਰਕਾਰ ਵੀ ਲਗਾਤਾਰ ਕਹਿੰਦੇ ਕਿ ਪਾਕਿਸਤਾਨ ਇੱਥੇ ਮਾਹੌਲ ਖਰਾਬ ਕਰਦਾ, ਪਾਕਿਸਤਾਨ ਇਹ ਕਰਦਾ। ਤੁਸੀਂ ਪਾਕਿਸਤਾਨ 'ਚ ਰਹੇ ਵੀ ਹੋ, ਪਾਕਿਸਤਾਨ ਮਾਹੌਲ ਖਰਾਬ ਕਰਨ ਲਈ ਇਹ ਕਰਦਾ ਕਿਉਂਕਿ ਲੋਕ ਕਹਿੰਦੇ ਆ ਪਾਕਿਸਤਾਨ ਕਿਉਂ ਖਾਲਿਸਤਾਨ ਚਾਹੇਗਾ, ਕੱਲ੍ਹ ਨੂੰ ਸਿੱਖ ਤਾਂ ਲਾਹੌਰ ਨੂੰ ਕਲੇਮ ਕਰ ਦੇਣਗੇ ਆਪਣੀ ਰਾਜਧਾਨੀ, ਤਾਂ ਪਾਕਿਸਤਾਨ ਵਰਤਦਾ ਹੀ ਸੀਗਾ। ਮੂਵਮੈਂਟ ਤੋਂ ਕੋਈ ਗਲਤੀਆਂ ਹੋਈਆਂ, ਤੁਹਾਨੂੰ ਖੁਦ ਨੂੰ ਕੋਈ ਰੈਗਰੈਟ ਹੈ ਕਿ ਬੇਕਸੂਰ ਲੋਕ ਵੀ ਤੁਹਾਡੇ ਤੋਂ ਮਾਰੇ ਗਏ, ਕੋਈ ਬੇਕਸੂਰ ਲੋਕ ਮਾਰੇ ਗਏ, ਖਾਸ ਤੌਰ 'ਤੇ ਬੇਕਸੂਰ ਹਿੰਦੂਆਂ ਦੀ ਗੱਲ ਹੁੰਦੀ ਹੈ? ਹਿੰਦੂ ਤਾਂ ਸਾਡੀਆਂ ਠਹਿਰਾਂ ਸੀ ਸਾਰੇ, ਮੈਂ ਤਾਂ ਬਹੁਤ ਥਾਵਾਂ 'ਤੇ ਹਿੰਦੂਆਂ ਦੇ ਕਰਾਂਗੇ, ਉਹਨਾਂ ਨੇ ਕੱਢਿਆ ਬਹੁਤ ਥਾਂ 'ਤੇ, ਵਿੱਚ ਵੀ ਮੈਂ ਲਿਖਿਆ ਆ। ਤੇ ਉਹ ਐਸੀ ਤਾਂ ਕੋਈ ਗੱਲ ਨਹੀਂ ਸੀ, ਜਿਹੜੇ ਕਿਤੇ ਹੋਏ ਆ ਕਿ ਨਹੀਂ, ਕੁਛ ਇਹੋ ਜਿਹੇ ਐਕਸ਼ਨ ਹੋਏ ਆ, ਉਹ ਨਹੀਂ ਸੀ ਹੋਣੇ ਚਾਹੀਦੇ। ਪਰ ਇੱਕ ਨੈਰੇਟਿਵ ਇਹ ਸੀਗਾ ਕਿ ਹਿੰਦੂ ਡਰਿਆ ਹੋਇਆ ਹੈ, ਹਿੰਦੂ ਪ੍ਰਵਾਸ ਕਰ ਗਿਆ, ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲਦੀਆਂ ਰਹੀਆਂ। ਉਸ ਐਂਗਲ ਤੋਂ ਪੁੱਛ ਰਿਹਾ ਮੈਂ ਤੁਹਾਨੂੰ, ਕਦੇ ਐ ਹੋਇਆ ਕਿ ਕੋਈ ਤੁਹਾਡੀ ਵਿਆਖਿਆ ਕੀ ਹੋਵੇ? ਸਾਡੇ ਨਾਮ 'ਤੇ ਪੈਸੇ ਲਈ ਜਾਂਦੇ ਸੀ, ਸਾਡੇ ਨਾਮਾਂ 'ਤੇ ਕਬਜ਼ੇ ਕਰੀ ਜਾ ਰਹੇ ਸੀ, ਸਾਡੇ ਨਾਮ 'ਤੇ ਲੋਕਾਂ ਦੇ ਮਸਲੇ ਉਲਝਾਈ ਜਾ ਰਹੇ ਸੀ, ਸੁਲਝਾਈ ਜਾ ਰਹੇ ਸੀ ਪੁਲਿਸ ਨਾਲ ਰਲ ਕੇ, ਜਾਂ ਇਹੋ ਜਿਹਾ ਬਹੁਤ ਕੁਛ ਹੋ ਰਿਹਾ ਸੀ। ਮੇਰਾ 84 ਦਾ ਜਨਮ ਆ, 3 ਜੂਨ 84 ਦਾ। ਪਰ ਮੈਂ ਜਦੋਂ ਇਹ ਚੀਜ਼ਾਂ ਨੂੰ ਸਮਝਣਾ, ਜਾਣਨਾ ਸ਼ੁਰੂ ਕੀਤਾ, ਮੈਨੂੰ ਕੋਈ ਇੱਕ ਵੀ ਇਹੋ ਜਿਹਾ ਗਰੁੱਪ ਨਹੀਂ ਮਿਲਿਆ ਜਿਹਨੇ ਦੂਜੇ ਨੂੰ ਇਹ ਨਾ ਕਿਹਾ ਹੋਵੇ ਖਾਨਾ ਏਜੰਸੀਆਂ ਦਾ ਬੰਦਾ ਹੈ। ਇੱਕ ਵੀ, ਸਾਰੇ ਗਰੁੱਪ ਇੱਕ ਦੂਜੇ ਨੂੰ ਕਹਿੰਦੇ, ਉਹ ਕਹਿੰਦੇ ਉਹ ਏਜੰਸੀਆਂ ਦਾ, ਉਹ ਕਹਿੰਦੇ ਉਹ ਏਜੰਸੀਆਂ ਦਾ, ਮੁਤਾਬਕ ਸਾਰੀ ਏਜੰਸੀਆਂ ਦੇ ਨੇ ਜਾਂ ਤਾਂ। ਉਸ ਵਕਤ ਉਹ ਦੌਰ ਸੀ ਹਥਿਆਰਬੰਦ ਸੰਘਰਸ਼ ਦਾ, ਅਸੀਂ ਲੜੇ ਹਾਂ, ਸਾਨੂੰ ਬਹੁਤ ਫਖਰ ਆ।
ਤੇ ਅਸੀਂ ਬਿਲਕੁਲ ਨਹੀਂ ਹਾਰੇ, ਅਸੀਂ ਉਵੇਂ ਹੀ ਹਾਂ। ਮੂਵਮੈਂਟ ਦੇ ਐਡੇ ਲਾਈਮਲਾਈਟ 'ਚ ਰਹਿਣ ਵਾਲਾ ਨਾਂ, ਮੂਵਮੈਂਟ ਦਾ ਸਭ ਤੋਂ ਚਰਚਿਤ ਨਾਂ, ਮੂਵਮੈਂਟ ਦੇ ਸਭ ਤੋਂ ਵੱਡੇ ਐਕਸ਼ਨ ਕਰਨ ਵਾਲੇ ਦਲਜੀਤ ਬਿੱਟੂ ਇੰਨੇ ਲੋ ਪ੍ਰੋਫਾਈਲ ਕਿਉਂ ਹੋ ਗਏ? ਤੁਸੀਂ ਨਜ਼ਰ ਹੀ ਨਹੀਂ ਆਉਂਦੇ, ਕਿਤੇ ਲੀਡ ਕਰਦੇ ਨਹੀਂ ਨਜ਼ਰ ਆਉਂਦੇ। ਮਾਨ ਹੋਰਾਂ ਨਾਲ ਤੁਸੀਂ ਜਦੋਂ ਗਏ, ਗੱਲਾਂ ਹੈਗੀਆਂ ਜਾਂ ਡਿਫਰੈਂਸ ਕਿਸ ਗੱਲ ਤੇ ਪੈਦਾ ਹੋਏ? ਰੌਲਾ ਕੀ ਪਿਆ ਮਾਨ ਸਾਹਿਬ ਨਾਲ? ਕਿਉਂਕਿ ਮਾਨ ਸਾਹਿਬ ਤੇ ਫਿਰ ਕਾਫੀ ਜਦੋਂ ਨਿਕਲੇ ਉਦੋਂ ਹੀ ਬੋਲਦੇ ਰਹੇ। ਕਦੇ ਐ ਹੋ ਸਕਦਾ ਹੈਗਾ ਕਿ ਦਲਜੀਤ ਬਿੱਟੂ ਲੀਡ ਕਰਨ, ਅਗਵਾਈ ਕਰਨ ਪੰਥਕ ਧਿਰਾਂ ਦੀ, ਪੰਥ ਦੀ? ਜਿਵੇਂ ਰੌਲਾ ਕਿਸਾਨ ਅੰਦੋਲਨ ਵੇਲੇ ਵੀ ਕਾਫੀ ਪੈ ਗਿਆ, ਖਾਲਿਸਤਾਨੀ ਵਰਸਸ ਕਾਮਰੇਡ ਜਾਂ ਸਿੱਖ ਵਰਸਸ ਕਾਮਰੇਡ, ਉਦੋਂ ਕੀ ਮਾਹੌਲ ਸੀਗਾ? ਕਿ ਤੁਸੀਂ ਤੇ ਪੜ੍ਹੇ ਲਿਖੇ ਸੀ, ਤੁਸੀਂ PAU 'ਚ ਪੜ੍ਹਦੇ ਸੀਗੇ, ਤੁਸੀਂ ਇੱਥੇ ਲੈਫਟ ਦੀ ਬੜੀ ਵੱਡੀ ਮੂਵਮੈਂਟ ਰਹੀ ਹੈ PAU 'ਚ, ਕੋਈ ਕੋਸ਼ਿਸ਼ਾਂ ਹੋਈਆਂ ਸੀ ਉਦੋਂ ਕਿ ਇੱਕ ਦੂਜੇ ਨੂੰ ਅੰਡਰਸਟੈਂਡ ਕਰੋ, ਜਾਂ ਕੋਈ ਕੀ ਗੱਲ ਲੈਫਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉਦੋਂ ਲੈਫਟ ਨਾਲ ਕੀ ਸੰਵਾਦ ਰਿਹਾ, ਹੋਇਆ ਜਾਂ ਨਹੀਂ ਹੋਇਆ? ਕਿਸੇ ਨਾਲ ਕੋਈ ਗੱਲ ਹੋਈ? ਮੇਰੇ ਕਾਫੀ ਮਿੱਤਰ ਸੀਗੇ ਲੈਫਟ ਵਾਲੇ, ਸੰਵਾਦ ਦੀ ਕੋਈ ਬਹੁਤੀ ਨਹੀਂ ਹੋਈ। ਜਿੱਦਾਂ ਕੁਛ ਹਿੱਸੇ ਲੈਫਟ ਚੋਂ, ਜਿੱਦਾਂ ਪੈਗਾਮ ਵਾਲੇ ਜਾਂ ਹੋਰ ਕਈ ਗਰੁੱਪ, ਉਹ ਜਾਣੀ ਕਿ ਨਿਊਟਰਲ ਜਾਂ ਸਾਡੇ ਪੱਖੀ ਆਏ ਹੈ ਨਾ, ਸਮਝ ਕੇ ਕਿ ਸਾਡਾ ਦੁਸ਼ਮਣ ਸਾਂਝਾ ਆ, ਉਹ ਬਹੁਤ ਵੱਡਾ ਦੁਸ਼ਮਣ ਹੈ। ਪਰ ਜਿਹੜਾ ਵੱਡਾ ਹਿੱਸਾ ਸੀ ਕਿ ਨਹੀਂ ਲੈਫਟ ਦਾ, ਵਿੱਚ ਹੀ ਜਿਹੜਾ ਰਾਜਨੀਤਿਕ ਪਾਰਟੀਆਂ ਵਾਲਾ ਤੇ ਜਿਹੜਾ ਰੈਵੋਲੂਸ਼ਨ ਵਾਲਾ ਵੀ, ਉਹਦਾ ਵੱਡਾ ਹਿੱਸਾ ਉਹਨਾਂ ਦੇ ਬੜੇ ਸੈੱਟ ਪੈਟਰਨ ਸੀ। ਉਹ ਰਿਲੀਜਨ ਨੂੰ ਬਿਲਕੁਲ ਹੀ ਮਨਫੀ ਕਰਦੇ ਸੀ, ਫੇਥ ਨੂੰ ਮਨਫੀ ਕਰਦੇ ਸੀ, ਕਲਚਰ ਨੂੰ ਵੀ ਮਨਫੀ ਕਰਦੇ ਸੀ, ਈਵਨ ਸਾਰੀ ਜੋ ਇੰਡੀਆ ਦੀ ਰਿਐਲਿਟੀ ਆ, ਜੋ ਪੋਲੀਟੀਕਲ ਰਿਐਲਿਟੀ ਆ, ਉਹਨੂੰ ਵੀ ਮਨਫੀ ਕਰਦੇ ਸੀ। ਉਹ ਤਾਂ ਸਿੱਧੇ ਆਪਣੇ ਜੋ ਉਹਨਾਂ ਦੇ ਹਾਰਡ ਕਲਾਸੀਕਲ ਉਹਦੇ ਅਨੁਸਾਰ ਹੀ ਚੱਲੀ ਜਾਂਦੇ ਸੀ। ਪੰਜਾਬ ਦੇ ਰੀਅਲ ਹਾਲਾਤ ਆ, ਜੋ ਇੱਥੋਂ ਦੇ ਗਰਾਊਂਡ ਹਾਲਾਤ ਆ, ਤੇ ਫੇਥ ਤੇ ਇੰਡੀਅਨ ਕਲਚਰ, ਇਹ ਸਾਰਾ ਜਾਤ ਪਾਤ ਜੋ ਇੰਡੀਅਨ ਰਿਆਰਚੀਆ ਸਿਸਟਮ ਆ, ਉਹਨੂੰ ਤਾਂ ਉਹ ਬਿਲਕੁਲ ਹੀ ਨਜ਼ਰਅੰਦਾਜ਼ ਕਰਦੇ ਸੀ। ਇੱਥੋਂ ਤੱਕ ਕਰਦੇ ਸੀ ਕਿ ਉਹ ਸਾਨੂੰ ਦੁਸ਼ਮਣ ਹੀ ਮੰਨਣ ਲੱਗ ਪਏ, ਉਹ ਸਾਨੂੰ ਵੱਡਾ ਦੁਸ਼ਮਣ ਮੰਨਦੇ ਸੀ। ਉਹਨਾਂ 'ਚ ਤਾਂ ਇੱਥੋਂ ਤੱਕ ਜਾਣੀ ਕਿ ਕਰਾਹੇ ਪੈ ਗਏ ਕਿ ਕਾਫੀ ਹਿੱਸਿਆਂ ਨੇ ਸਟੇਟ ਤੋਂ ਆਰਮਸ ਲੈ ਲਏ, ਉਹਨਾਂ ਤੋਂ ਸਹੂਲਤਾਂ ਲੈ ਲਈਆਂ, ਨੌਕਰੀਆਂ ਲੈ ਲਈਆਂ, ਪੁਲਿਸ ਹੋਰ ਸਭ ਆਰਮਸ ਲੈ ਲਏ, ਗਾਰਡ ਲੈ ਲਏ, ਤਾਂ ਉਹਨਾਂ ਦਾ ਕੰਮ ਕਰਨ ਲੱਗ ਪਏ। ਉਹਨਾਂ ਦੇ ਜਾਣੀ ਕਿ ਅਗਲੇ ਗਾਰਡ ਬਣ ਕੇ ਸਾਡੇ ਨਾਲ ਮੁਕਾਬਲਾ ਕਰਨ ਲੱਗ ਪਏ, ਸਾਡੇ ਸਿੰਘਾਂ ਨੂੰ ਚੁੱਕ ਕੇ ਸ਼ਹੀਦ ਕਰਨ ਲੱਗ ਪਏ, ਇੱਥੋਂ ਤੱਕ ਚਲੇ ਗਏ। ਉਸ ਵਕਤ ਜਿਹੜੇ ਬੰਦਿਆਂ ਦਾ ਜਾਣੀ ਕਿ ਮੂਵਮੈਂਟ ਵੱਲੋਂ ਜਿਹਨਾਂ ਬੰਦਿਆਂ ਤੇ ਲੈਫਟ ਵਾਲਿਆਂ ਤੇ ਕੁਛ ਅਟੈਕ ਹੋਏ ਆ, ਦੇਖੋ ਉਹਦੇ ਵਿੱਚ ਵੀ ਮੈਂ ਸੋਚਦਾ ਨਹੀਂ ਸੀ ਹੋਣੇ ਚਾਹੀਦੇ, ਕਿਉਂਕਿ ਬੇਸਿਕਲੀ ਇਹ ਵੀ ਸਟੇਟ ਦੇ ਖਿਲਾਫ ਲੜਨ ਵਾਲੇ ਸੀ, ਗਰੀਬਾਂ ਨਾਲ ਲੜਨਾ ਵੀ ਬਰਾਬਰਤਾ ਵਾਲੇ ਸੀ, ਤੇ ਸਾਡੇ ਵਿੱਚ ਵੀ ਇਹ ਆਉਂਦਾ ਸੀਗਾ। ਪਰ ਉਹਦੇ ਜ਼ਿਆਦਾ ਜਿਹੜਾ ਕਸੂਰ ਆ ਕਿ ਨਹੀਂ ਇਹਨਾਂ ਦਾ ਆ, ਸਾਡਾ ਨਹੀਂ ਹੈ। ਤੇ ਜ਼ਿਆਦਾ ਜਿਹੜੇ ਇਸ ਤਰ੍ਹਾਂ ਦੇ ਐਕਸ਼ਨ ਹੋਏ ਆ, ਕਿਸੇ ਉਹ ਉੱਪਰਲੀ ਲੀਡਰਸ਼ਿਪ ਵੱਲੋਂ ਕਿਤੇ ਨਹੀਂ ਕੀਤਾ ਗਿਆ, ਇਹ ਥੱਲੇ ਹੀ ਹੋਇਆ। ਇਹਨਾਂ ਲੋਕਾਂ ਨੇ ਕਦੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਹੋਈ, ਕੋਈ ਸੁਨੇਹਾ ਲੱਗਾ ਹੋਵੇ ਕਿ ਤੁਹਾਨੂੰ ਇਸ ਗੱਲ ਬਾਰੇ ਸੋਚਣਾ ਚਾਹੀਦਾ, ਇਹ ਵਿਰੋਧਤਾ ਹੀ ਇੰਨੀ ਤਿੱਖੀ ਨਾ ਹੋਵੇ? ਜਿਵੇਂ ਤੁਸੀਂ ਕਹਿੰਦੇ ਉਹ ਵੀ ਸਟੇਟ ਦੇ ਖਿਲਾਫ ਲੜਦੇ ਆ, ਤੁਸੀਂ ਵੀ ਲੜ ਰਹੇ ਸੀ, ਦੇਖੋ ਅਸੀਂ ਆਪਸੀ ਵਿਰੋਧਤਾਈਆਂ ਤੁਹਾਡੀਆਂ ਇੰਨੀਆਂ ਤਿੱਖੀਆਂ ਨਾ ਹੋਣ। ਸਾਡੇ ਬੜੇ ਸੰਬੰਧ ਇੱਕ ਦੂਜੇ ਦੇ ਬਹੁਤ ਬੰਦੇ ਜਿਹੜੇ ਲੈਫਟ ਚੋਂ ਸਾਡੇ ਹੱਲ ਆ ਗਏ, ਸਾਡੀਆਂ ਠਹਿਰਾਂ ਸੀ, ਬਹੁਤ ਕੁਛ ਉਹਨਾਂ ਨੇ ਜਾ ਕੇ ਉਹਨਾਂ ਨੂੰ ਦੱਸਿਆ ਵੀ, ਸਮਝਾਇਆ ਵੀ ਕਿ ਇੱਦਾਂ ਨਾ ਕਰੋ, ਤੁਹਾਨੂੰ ਕੀ ਜ਼ਰੂਰਤ ਹੈ ਕਿ ਤੁਸੀਂ ਸਭ ਤੋਂ ਅੱਗੇ ਉਹਨਾਂ ਦੇ ਵੈਨਗਾਰਡ ਬਣ ਕੇ ਤੁਸੀਂ ਇਸ ਤਰ੍ਹਾਂ ਲੜੋ। ਸਟੇਟ ਤੋਂ ਉਹੀ ਸਟੇਟ ਕੱਲ ਤੁਹਾਨੂੰ ਮਾਰਦਾ ਸੀ, ਕੱਲ ਨੂੰ ਹੁਣ ਫਿਰ ਤੁਹਾਨੂੰ ਮਾਰਨਾ, ਤੁਸੀਂ ਉਹਦਾ ਅੱਗੇ ਕਿਉਂ ਬਣੇ ਹੋਏ ਆ, ਉਹਦੇ ਕਰਿੰਦੇ ਕਿਉਂ ਬਣੇ ਹੋਏ ਆ? ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਵੀ ਕੀਤੀ। ਜਿਹੜੇ ਇਹਨਾਂ ਦੇ ਦੇਖੋ ਕਾਫੀ ਜਿਹੜੇ ਕਤਲ ਹੋਏ ਆ, ਉਹ ਵੀ ਇਸੇ ਤਰੀਕੇ ਨਾਲ ਹੋਇਆ। ਜਿਹੜੇ ਤੇ ਲੋਕਲ ਲੈਵਲ ਤੇ ਸਿੰਘ ਸੀ ਉਹਨਾਂ ਵੱਲੋਂ ਹੋਏ, ਉਹਨਾਂ ਨੇ ਦੱਸੋ ਪਤਾ ਕਿਵੇਂ ਕੀਤੇ ਆ? ਉਹ ਬਹੁਤ ਔਖੇ ਹੋ ਕੇ ਕੀਤੇ, ਸੰਗਤ ਨੇ ਕਹਿ ਕੇ ਕੀਤੇ ਕਿ ਜੇ ਤੁਸੀਂ ਇਹਨਾਂ ਨੂੰ ਨਹੀਂ ਮਾਰਦੇ ਤਾਂ ਸਾਡੇ ਕੋਲ ਨਾ ਆਇਓ। ਇਹਨਾਂ ਦਾ ਕਿ ਨਹੀਂ ਆਦਤਾਂ ਹੀ ਇੱਕ ਬਣੀਆਂ ਸੀ ਕਿ ਜਦੋਂ ਇੱਕ ਬੋਲੀ ਬੋਲਦੇ ਆ ਬਹੁਤ ਹੀ ਮਾੜੀ ਗੰਦੀ, ਯਾਨੀ ਕਿ ਗਾਲਾਂ ਕੱਢਣੀਆਂ, ਵਲੰਗਾਰਨਾ, ਧੀਆਂ ਭੈਣਾਂ ਦੀ ਆਓ ਇੱਥੇ ਵੰਗਾਰਨਾ, ਇੱਥੇ ਆ ਜਾਓ ਕੁੱਤਿਓ, ਜਾਣੀ ਕਿ ਕਹਿਣ ਵਾਲੀਆਂ ਨਹੀਂ ਗੱਲਾਂ। ਇਹਨਾਂ ਦੇ ਵੱਡੇ ਲੀਡਰਾਂ ਨੇ ਵੀ ਉਹ ਕੀਤੀਆਂ। ਫਿਰ ਵੰਗਾਰਨਾ ਕਿ ਇੱਥੇ ਟਾਈਮ ਬਣ ਲਓ, ਆ ਕਿ ਅਮਰੀਕਾ ਦੇ ਪਿੱਠੂ, ਉਹਦੇ ਪਿੱਠੂ ਸਾਂਭਰਾ, ਐਵੇਂ ਗੱਲਾਂ ਨਾ ਸਮਝੀ। ਇਹਨਾਂ ਨੂੰ ਤੁਹਾਨੂੰ ਮੈਂ ਗੱਲ ਦੱਸਦਾ ਕਿ ਇੱਕ ਉਹ ਤੋਂ ਤੁਹਾਨੂੰ ਪਤਾ ਲੱਗ ਜਾਏ ਕਿ ਸਾਰੇ ਕਿਸ ਤਰ੍ਹਾਂ ਹੋਏ। ਉਹ ਗੱਲ ਮੈਂ ਇਹਦੇ ਵਿੱਚ ਲਿਖੀ ਵੀ ਹੈ,
ਚਲੋ ਉਹੀ ਆਪਾਂ ਗੱਲ ਕਰਦੇ। ਇੱਕ ਬੜਾ ਵਧੀਆ ਜਾਣੀ ਕਿ ਕਮਿਊਨਿਸਟ ਬੈਕਗਰਾਊਂਡ ਦਾ ਬੰਦਾ ਸੀਗਾ, ਚੰਨਣ ਸਿੰਘ ਤੂਤ। ਉਹਦੀ ਲੋਕਾਂ ਲਈ, ਗਰੀਬਾਂ ਲਈ, ਵਰਕਰਸ ਲਈ ਇੰਗਲੈਂਡ 'ਚ ਇੱਥੇ ਬਹੁਤ ਜ਼ਿਆਦਾ ਕੰਮ ਸੀ। ਉਹਦਾ ਆਪਣਾ ਬਹੁਤ ਵਧੀਆ ਅਮਲ ਸੀ, ਇੱਕ ਚੰਗਾ ਜਿਹੜਾ ਆਪ ਜੀਵਨ ਕਹਿ ਸਕਦੇ ਹਾਂ ਇੱਕ ਬੰਦੇ ਦਾ ਜਿਹੜਾ ਰੀਅਲ ਉਹ ਸੀਗਾ। ਬਹੁਤ ਨੇਕ ਬੰਦਾ ਸੀ, ਹੋਨੈਸਟ ਸੀਗਾ। ਸਾਡੀ ਇੱਕ ਠਹਿਰ ਸੀ, ਉਹਦਾ ਬਹੁਤ ਜ਼ਿਆਦਾ ਮਿੱਤਰ ਸੀਗਾ, ਉਹ ਇੰਗਲੈਂਡ ਵੀ ਆਉਂਦਾ ਸੀ ਉਹਦਾ। ਅਤੇ ਸਾਡੇ ਕੁਛ ਸਿੰਘਾਂ ਨੇ ਜਿਹੜੇ ਥੱਲੇ ਆ ਨਾ, ਉਹਨਾਂ ਨੇ ਜਿਹੜੇ ਲੋਕਲ ਲੈਵਲ ਸੀ, ਗੁਰਦੇਵ ਸਿੰਘ ਦੇਬੂ ਬਾਅਦ 'ਚ ਉਹਨੂੰ ਸ਼ਹੀਦ ਹੋ ਗਿਆ। ਉਹਨਾਂ ਨੇ ਬੜਾ ਵਾਰ ਕਿਹਾ ਕਿ ਇਹ ਬੰਦਾ ਹਟਦਾ ਹੀ ਨਹੀਂ, ਹਰੇਕ ਪਿੰਡ 'ਚ ਜਾ ਕੇ ਪਿੰਡ ਵਾਲਿਆਂ ਨੂੰ ਇਕੱਠੇ ਕਰਕੇ ਬਹੁਤ ਗੰਦਾ ਬੋਲਦਾ ਆ, ਗਾਲਾਂ ਕੱਢਦਾ ਆ ਅਤੇ ਚੈਲੰਜ ਕਰਦਾ ਆ, ਕੁੱਤੇ ਬਿੱਲੇ ਜਾਣੀ ਕਿ ਮਾਵਾਂ ਪਿਓਾਂ ਦੀਆਂ ਕੱਢਦਾ ਆ। ਫਿਰ ਲੋਕਾਂ ਨੂੰ ਕਹਿੰਦਾ ਕਿ ਇਹਨਾਂ ਨੂੰ ਫੜਾਓ ਇਕੱਠੇ ਹੋ ਕੇ, ਤੁਸੀਂ ਇਹ ਕਿਉਂ ਨਹੀਂ ਕਰਦੇ? ਫਿਰ ਪੁਲਿਸ ਵਾਲਿਆਂ ਦੇ ਕੋਲ ਵੀ ਚਲੇ ਜਾਂਦਾ, ਇਹਨੂੰ ਕੀ ਹੋਇਆ ਕਿ ਬਜ਼ੁਰਗ ਬੰਦਾ ਆ, ਅਸੀਂ ਨਹੀਂ ਕਰਨਾ ਚਾਹੁੰਦੇ, ਤੁਸੀਂ ਕਿਸ ਤਰ੍ਹਾਂ ਇਹਨੂੰ ਹੈ ਨਾ ਕਰੋ। ਉਸ ਕਈ ਬੰਦਿਆਂ ਨੇ ਉਹਨੂੰ ਸਮਝਾਇਆ। ਉਹ ਫਿਰ ਜਦੋਂ ਨਹੀਂ ਹੋਇਆ, ਉਹਨਾਂ ਨੇ ਇੱਕ ਦਿਨ ਫਿਰ ਮਾਰ ਦਿੱਤਾ। ਅਤੇ ਫਿਰ ਉਹ ਜਿਹੜਾ ਸਾਡੀ ਠਹਿਰ ਸੀ, ਇਹਦਾ ਦੋਸਤ ਸੀ ਬਹੁਤ, ਹੈ ਨਾ, ਉਹ ਚਲੋ ਪਹਿਲਾਂ ਤਾਂ ਨਹੀਂ ਉਹਦੇ ਕੋਲ ਜਾਇਆ ਗਿਆ। ਜਦੋਂ ਗਏ ਤਾਂ ਉਹਨੂੰ ਬੜਾ ਉਦਾਸ ਬੈਠਾ ਸੀ, ਅਤੇ ਕਿਉਂਕਿ ਉਹਦਾ ਬੜਾ ਪੱਕਾ ਮਿੱਤਰ ਸੀ ਉਹ। ਜਦੋਂ ਉਹਦੀ ਫੈਮਿਲੀ ਬਹੁਤ ਔਖੇ ਹਾਲਾਤ 'ਚ ਹੁੰਦੀ ਸੀ ਜੀਵਨ, ਉਹੀ ਉਹਦੀ ਫੈਮਿਲੀ ਦੀ ਦੇਖ ਰੇਖ ਕਰਦਾ ਸੀ। ਅਤੇ ਉਹ ਕਹਿੰਦਾ ਕਿ ਤੁਸੀਂ ਕਿ ਨਹੀਂ, ਚਲੋ ਇਹ ਹੁਣ ਮਾਰਤਾ, ਇਹਨੇ ਮਰਨਾ ਹੀ ਸੀਗਾ, ਹਟਣਾ ਤਾਂ ਹੈ ਨਹੀਂ ਸੀ, ਮੇਰੇ ਕਹੇ 'ਤੇ ਵੀ ਨਹੀਂ ਹਟਣਾ ਸੀ। ਕਹਿੰਦਾ ਤੁਸੀਂ ਜਾਣੀ ਕਿ ਇਹਨਾਂ ਨੂੰ ਕਿ ਨਹੀਂ ਇਹਨਾਂ ਦੀ ਟ੍ਰੇਨਿੰਗ, ਇਹਨਾਂ ਦੀ ਕੰਡੀਸ਼ਨਿੰਗ ਇਸ ਤਰ੍ਹਾਂ ਹੋ ਚੁੱਕੀ ਆ, ਇਹਨਾਂ ਨੇ ਹਟਣਾ ਨਹੀਂ। ਤੁਸੀਂ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਇਗਨੋਰ ਕਰੋ ਜਿੰਨਾ ਵੀ ਕਰ ਸਕਦੇ। ਸਟੇਟ ਨੇ ਇਹਨਾਂ ਨੂੰ ਯੂਜ਼ ਕਰ ਲਿਆ ਆ ਅਤੇ ਇਹ ਯੂਜ਼ ਹੋ ਗਏ ਆ, ਇਹਨਾਂ ਦੇ ਸੁਭਾਅ ਮੁਤਾਬਕ ਇਹਨਾਂ ਨੇ ਯੂਜ਼ ਹੋਣਾ ਹੀ ਆ। ਅਤੇ ਇਹ ਹੁਣ ਬਹੁਤ ਵਧੀਆ ਬੰਦਾ ਸੀ, ਇਹ ਮਾਰਿਆ ਗਿਆ। ਮੇਰਾ ਬਚਪਨ ਤੋਂ ਮੈਂ ਇਹਦਾ ਹੈ ਨਾ ਦੋਸਤ ਰਿਹਾ ਹੈ ਕਿ ਇਸ ਤਰ੍ਹਾਂ ਮਾਰੇ ਗਏ ਆ ਬੰਦੇ, ਅਸੀਂ ਕੋਈ ਨਹੀਂ ਸੀ ਇਹਨਾਂ ਨੂੰ ਮਾਰਨਾ ਚਾਹੁੰਦਾ। ਧੱਕੇ ਨਾ ਕੇ ਵਿੱਚ ਵੱਜ ਕੇ ਕੀ ਮਰੋ। ਹੁਣ ਜਿਹੜਾ ਇੱਥੇ ਦੁਆਬੇ 'ਚ ਇੱਕ ਬੜਾ ਬੰਦਾ ਚੀਮਾ MLA ਮਾਰਿਆ ਗਿਆ ਸੀ ਨਾਲ ਗਾਲ ਨੂੰ, ਉਹਨੂੰ ਇਸ ਤਰ੍ਹਾਂ ਕਿਉਂ ਮਾਰਨਾ ਸੀ? ਉਹਨੂੰ ਸਾਡਾ ਬੰਦਾ ਅੱਡੇ 'ਚੋਂ ਚੱਕ ਕੇ ਪਛਾਣ ਕੇ, ਉਹਦੇ ਪਿੰਡ ਦਾ ਮੁੰਡਾ ਸੀ, ਬਿਠਾਇਆ ਅਤੇ CA ਸਟਾਫ ਛੱਡਿਆ, ਉਹਨਾਂ ਨੇ ਰਾਤ ਨੂੰ ਮਾਰ ਦਿੱਤਾ। ਇਸ ਤਰ੍ਹਾਂ ਦੇ ਕੰਮ ਕਰਨ ਲੱਗ ਪਏ ਸੀ, ਬਿਲਕੁਲ ਹੀ ਮੁਖਬਰੀ ਅਤੇ ਉਹਨਾਂ ਦੇ ਕਰਿੰਦੇ ਬਣ ਕੇ। ਇਹ ਤਾਂ ਕਿਸੇ ਰੈਵੋਲੂਸ਼ਨ ਧਰਨ ਦਾ ਕੋਈ ਹੈ ਕੋਈ ਕਿਰਦਾਰ? ਇਹ ਤਾਂ ਬਿਲਕੁਲ ਹੀ ਉੱਧਰ ਹੀ ਖੜ ਗਏ ਸੀ। ਅਸੀਂ ਨਹੀਂ ਸੀ ਚਾਹੁੰਦੇ ਬਿਲਕੁਲ। ਉਹ ਇਹਨਾਂ ਨੇ ਇੱਧਰ ਆ ਕੇ ਵਿੱਚ ਹੀ ਵੱਜੇ, ਇਸ ਤਰ੍ਹਾਂ ਹੋਇਆ। ਬਾਅਦ 'ਚ ਵੀ ਜਿੱਦਾਂ ਹੁਣ ਤੁਸੀਂ ਹੁਣ ਵੀ ਜਿਹੜਾ ਕਿਸਾਨ ਮੋਰਚੇ ਵਿੱਚ ਵੀ ਦੇਖੋ, ਕਿਸਾਨ ਮੋਰਚਾ ਇਹਨਾਂ ਸਮਿਆਂ ਦੀ ਬਹੁਤ ਵੱਡੀ ਗੱਲ ਹੈ, ਅਤੇ ਗੁਰੂ ਦੀ ਕਿਰਪਾ ਆ, ਪੰਥ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ, ਅਤੇ ਮਾਸ ਮੂਵਮੈਂਟ ਮਾਸਿਸ ਦਾ ਰੋਲ ਆ। ਇੱਕ ਕੋਈ ਸਿਰਫ ਇੱਕ ਕਿਸਾਨ ਮੋਰਚਾ ਥੋੜ੍ਹਾ ਸੀ, ਇਹ 'ਚ ਮਾਸਿਸ ਸੀ, ਪਿੱਛੇ ਪੰਥ ਸੀ। ਇਹਦਾ ਇੱਕ ਗਲੋਬਲ ਸਿਗਨੀਫਿਕੈਂਸ ਬਹੁਤ ਵੱਡਾ ਸੀ। ਜੋ ਗਲੋਬਲ ਪ੍ਰਬੰਧ ਆ ਉਹਦੇ ਵਿਰੁੱਧ ਇਹ ਲੜਾਈ ਸੀ, ਸਫਲ ਜਿੱਤੀ ਗਈ। ਇਸ ਤਰੀਕੇ ਨਾਲ ਨਾ ਤਾਂ ਆਪਣੀ ਕਿਸਾਨ ਧਿਰਾਂ ਨੇ ਸੋਚਿਆ, ਨਾ ਲੈਫਟ ਵਾਲਿਆਂ ਨੇ ਸੋਚਿਆ। ਉਹਨਾਂ ਨੇ ਤਾਂ ਕੀ ਸੋਚਣਾ ਸੀਗਾ, ਇੱਦਾਂ ਸੋਚਿਆ ਹੀ ਨਹੀਂ ਕਿ ਇਹਨੂੰ ਕਿੱਦਾਂ, ਇਹਨੂੰ ਉਹਦੇ ਵੱਡੇ ਡਿਮੈਂਸ਼ਨਸ ਲੈ ਕੇ ਜਾਣਾ, ਤਾਂ ਕਿੱਦਾਂ ਸ਼ਮੂਲੀਅਤ ਹੋਰ ਕਰਨੀ, ਇਹਨੂੰ ਵਾਈਡ ਕਰਨਾ, ਸਵਾਦ ਵਾਈਡ ਕਰਨਾ, ਡਿਸੀਜਨ ਮੇਕਿੰਗ ਵਾਈਡ ਕਰਨੀ। ਕੁਛ ਨਹੀਂ, ਇਹਨਾਂ ਨੂੰ ਬਹੁਤ ਜਣੇ ਕਹਿੰਦੇ ਰਹੇ ਆ। ਸਗੋਂ ਜੋ ਸਰਕਾਰ ਚਾਹੁੰਦੀ ਸੀ, ਜੋ ਉਹਨੂੰ ਸੂਟ ਕਰਦਾ ਸੀ ਕਿ ਪੰਥ ਵਾਲਿਆਂ ਅਤੇ ਲੈਫਟ ਵਾਲਿਆਂ ਦਾ ਲੜਾਈ, ਉਹ ਤਾਂ ਬਹੁਤ ਚਿਰ ਤੋਂ ਚਾਹੁੰਦੇ ਸੀ ਕਿ ਇਹੋ ਜਿਹੀ ਹੋਵੇ, ਆਪਸ ਵਿੱਚ ਲੜਨ। ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਖਾਲਿਸਤਾਨੀਆਂ ਦਾ, ਉਹਨੇ ਬੜੀ ਕੋਸ਼ਿਸ਼ ਕੀਤੀ, ਉਹ ਨਹੀਂ ਚੱਲੀ। ਫਿਰ ਉਹਨਾਂ ਨੇ ਲੈਫਟ ਵਾਲਾ ਵਿੱਚ ਪਾ ਦਿੱਤਾ, ਹੈ ਨਾ, ਉਹ ਉਹਨਾਂ ਦਾ ਏਜੰਡਾ ਸੀਗਾ। ਨਕਸਲੀ ਉਹ ਲੈਫਟ ਵਾਲੀਆਂ ਵੀ 3-4 ਵਿੱਚੋਂ ਹਿੱਸੇ ਇਹੋ ਜਿਹੇ ਆ ਜਿਹੜੇ ਬਿਲਕੁਲ ਸਮਝਣ ਵਾਲੇ ਨਹੀਂ ਗੇ, ਇਨਕਰੀਜੀਬਲ ਜਿਹਨਾਂ ਨੂੰ ਕਹਿੰਦੇ ਹੁੰਦੇ ਹਨ, ਉਸ ਤਰ੍ਹਾਂ ਦੇ ਆ। ਅਤੇ ਸਾਡੇ 'ਚੋਂ ਵੀ ਕੁਛ ਹਿੱਸੇ ਹੈਗੇ ਆ ਜਿਨ੍ਹਾਂ ਨੂੰ ਸਿਰਫ ਜਾਣੀ ਕਿ ਇਮੀਡੀਏਟ ਉਹੀ ਲੱਗਣ ਲੱਗ ਪੈਂਦਾ ਕਿ ਇਹ ਸਭ ਤੋਂ ਵੱਡੇ ਦੁਸ਼ਮਣ ਹੈ। ਰੀਅਲ ਦੁਸ਼ਮਣ ਇਸ ਵਕਤ ਇੰਡੀਅਨ ਸਟੇਟ ਆ, ਜਿਹੜਾ ਇੱਕ ਇਸ ਵਕਤ ਹਿੰਦੂ ਰਾਸ਼ਟਰ ਵਾਲਾ ਇੰਪੀਰੀਅਲ ਸਟੇਟ ਆ, ਕਾਰਪੋਰੇਟ ਸਟੇਟ ਆ, ਜਿਹੜਾ ਇੱਕ ਹੈ ਛੂਤ ਛਾਤ ਵੰਡ 'ਤੇ ਆਧਾਰਿਤ ਬੇਸਡ ਆ, ਜਿਹੜਾ ਫਾਸਿਜ਼ਮ ਨੈਸ਼ਨਲਿਜ਼ਮ ਜਿਹੜੀ ਉਹ 'ਤੇ ਬੇਸਡ ਆ। ਇਹ ਉਹਦੀਆਂ ਸੱਚਾਈਆਂ ਆ, ਅਤੇ ਉਹਦੇ ਲਈ ਅਸੀਂ ਸਾਰੇ ਜਿੰਨੇ ਵੀ ਗਰੀਬ ਆ, ਜਿੰਨੇ ਦਲਿਤ ਆ, ਜਿੰਨੀਆਂ ਹੋਰ ਭਾਈਚਾਰੇ ਆ, ਕੌਮਾਂ ਆ, ਐਵਰੀਬਡੀ ਐਲਸ ਜਿਹੜੇ ਉਹਨਾਂ 'ਚ ਨਹੀਂ ਆਉਂਦੇ, ਉਹਨਾਂ ਦੇ ਅਨੁਸਾਰ ਨਹੀਂ ਘਿਰੇ ਜਾਂਦੇ। ਈਵਨ ਲੈਫਟ ਤਾਂ ਉਹਨਾਂ ਦੀ ਸਾਡੇ ਤੋਂ ਵੀ ਵੱਡੀ ਟਾਰਗੇਟ ਹੈ,
ਇਹ ਕਿਹੜੇ ਭੁਲੇਖੇ 'ਚ ਆ। ਅਸੀਂ ਤਾਂ ਬਾਅਦ 'ਚ ਆਉਂਦੇ ਟਾਰਗੇਟ, ਸਾਨੂੰ ਇਸ ਤਰ੍ਹਾਂ ਟਾਰਗੇਟ ਥੋੜ੍ਹਾ ਮੰਨਦੇ ਆ, ਸਾਨੂੰ ਤਾਂ ਕਿਸੇ ਤਰੀਕੇ ਨਾਲ ਲੈਣਾ ਚਾਹੁੰਦੇ ਆ। ਇਹ ਤਾਂ ਉਹਨਾਂ ਦਾ ਘੋਸ਼ਿਤ ਟਾਰਗੇਟ ਆ ਕਿ ਇਹਨਾਂ ਨੂੰ ਕਿਸੇ ਹਾਲ 'ਚ ਵੀ ਨਹੀਂ ਛੱਡਣਾ। ਤੇ ਬਣਦਾ ਤਾਂ ਸਾਡਾ ਇਹ ਕਿ ਸਾਰਿਆਂ ਨੂੰ ਇਕੱਠਿਆਂ ਕੀਤਾ ਜਾਵੇ, ਜਿੰਨੇ ਵੀ ਓਪਰੈਸਡ ਆ, ਜਾਂ ਸੋਸ਼ਲੀ, ਇਕਨੋਮਿਕਲੀ, ਪੋਲੀਟੀਕਲੀ, ਉਹ ਸਾਰਿਆਂ ਨੂੰ ਇਕੱਠੇ ਕੀਤਾ ਜਾਵੇ, ਇੱਕ ਰਾਏ ਬਣਾਈ ਜਾਵੇ, ਕੋਸ਼ਲਾਈਜ਼ਨ ਕੀਤਾ ਜਾਵੇ, ਉਹ ਮੂਵਮੈਂਟਸ ਬਣਾਈਆਂ ਜਾਣ। ਕਿਸਾਨ ਮੋਰਚਾ ਉਹਦੀ ਇੱਕ ਸ਼ੁਰੂਆਤ ਸੀ, ਬਹੁਤ ਵੱਡੀਆਂ ਡਿਵੈਲਪਮੈਂਟਸ ਹੋਈਆਂ, ਇਹਦੀਆਂ ਅਚੀਵਮੈਂਟਸ ਬਹੁਤ ਵੱਡੀਆਂ ਆ ਪੰਜਾਬ ਲਈ, ਸਾਰੇ ਮਾਸਸ ਲਈ, ਸਾਰੇ ਅਪਰੈਸਡ ਲੋਕਾਂ ਨੇ ਬਹੁਤ ਵੱਡੀਆਂ ਅਚੀਵਮੈਂਟਸ ਆ। ਇਹ ਕੁਛ ਬੰਦੇ ਆਪਣੀ ਨਲਾਇਕੀ ਨਾਲ, ਕੁਛ ਲੀਡਰਸ਼ਿਪ ਕਿਸਾਨਾਂ ਦੇ ਜਾਂ ਲੈਫਟ ਦੇ ਜਾਂ ਸਾਡੇ, ਉਹਨੂੰ ਛੋਟਾ ਕਰ ਦੇਣ, ਉਹਨਾਂ ਛੋਟੇ ਨਹੀਂ ਹੁੰਦੇ ਉਹ ਦੇਣਾ ਪਈਆਂ ਆ, ਤੇ ਉੱਥੋਂ ਬਹੁਤ ਕੁਛ ਤੁਸੀਂ ਪਿਕ ਕਰਕੇ ਅੱਗੇ ਚੱਲ ਸਕਦੇ ਆ। ਸਗੋਂ ਇਹ ਤਾਂ ਇੱਕ ਟੈਂਪਲੇਟ ਆ ਜਿਹਨੂੰ ਸਾਨੂੰ ਪੰਜਾਬ ਵਿੱਚ ਵੀ ਜਿਹੜਾ ਅਸੀਂ ਦੇਖੋ, ਇਹਨਾਂ ਦਾ ਜਿਹੜਾ ਇੱਕ ਰੱਥ ਰੋਕਿਆ ਆ, ਪੰਜਾਬ ਨੇ ਰੋਕਿਆ, ਕਿਸਾਨੀ ਨੇ ਰੋਕਿਆ, ਪੰਥ ਦੀ ਸਹਾਇਤਾ ਨਾਲ ਰੁਕਿਆ ਆ, ਹੈ ਨਾ, ਹੋਰ ਕੋਈ ਨਹੀਂ ਰੋਕ ਸਕਿਆ। ਹੁਣ ਵੀ ਉਹ ਦਰੜੀ ਜਾ ਰਹੇ ਆ ਸਾਰਿਆਂ ਨੂੰ। ਤੇ ਇਹ ਤੋਂ ਸਾਨੂੰ ਯਾਨੀ ਕਿ ਕਈ ਸਿੱਖਿਆ ਲੈਣਾ ਚਾਹੀਦੀ। ਕਿੱਦਾਂ? ਇੱਕ ਤਾਂ ਇਹ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ, ਰੈਂਕਸ ਕਲੋਜ਼ ਕਰਨੀ ਚਾਹੀਦੀ ਹੈ, ਤੇ ਜੁਆਇੰਟ ਲੀਡਰਸ਼ਿਪ ਚਾਹੀਦੀ ਹੈ, ਸੰਗਤ ਦਾ ਪਹਿਰਾ ਚਾਹੀਦਾ, ਸੰਗਤ ਦੀ ਲੀਡਰਸ਼ਿਪ ਚਾਹੀਦੀ, ਸੰਗਤ ਵਿੱਚ ਇਨਵੋਲਵ ਚਾਹੀਦੀ ਹੈ, ਕੋਈ ਬੰਦਿਆਂ ਦੀ ਲੀਡਰਸ਼ਿਪ ਨਾਲ ਨਹੀਂ ਇੱਥੇ ਚੱਲਣਾ। ਤੇ ਫਿਰ ਵੱਧ ਤੋਂ ਵੱਧ ਲੋਕਾਂ ਨੂੰ ਵਿੱਚ ਲੈ ਕੇ ਕੋਈ ਤੁਸੀਂ ਡੈਮੋਕ੍ਰੈਟਿਕ ਮਾਸ ਮੂਵਮੈਂਟ ਬਣਾਈ ਜਾ ਸਕਦੀ ਹੈ, ਤੇ ਇਹਨਾਂ ਨੂੰ ਭੰਨਿਆ ਜਾ ਸਕਦਾ ਆ। ਤੁਹਾਡੇ ਵੱਲ ਤਾਂ ਲੋਕ ਦੇਖਦੇ ਆ, ਤਾਂ ਹੋਰ ਸਾਰੇ ਦੇਖਦੇ ਆ ਕਿ ਪੰਜਾਬ ਵਾਲੇ ਹੋਰ ਜਿਹੜੇ ਕਿਸਾਨ ਅੱਗੇ ਲੱਗਣਗੇ, ਇਹਨਾਂ ਨੂੰ ਇੱਥੋਂ ਪਿਕ ਕਰਨਾ ਚਾਹੀਦਾ ਹੈ। ਹੁਣ ਵੀ ਉਹ ਰਾਹ ਖੁੱਲ੍ਹੇ ਆ, ਉਹਨਾਂ ਰਾਹ ਨੂੰ ਯਾਨੀ ਕਿ ਕਮਜ਼ੋਰ ਕਰਨ ਨੂੰ ਜਾਂ ਕਰਾਹੇ ਪਾਉਣ ਨੂੰ ਸਟੇਟ ਆਲਰੇਡੀ ਬਹੁਤ ਕੁਝ ਕਰ ਰਿਹਾ ਹੈ। ਜਿਹੜੀ ਲੈਫਟ ਖਾਲਿਸਤਾਨ ਵਾਲੀ ਗੱਲ ਆ, ਜਾਂ ਲੈਫਟ ਮੁਸਲਮਾਨਾਂ, ਖਾਲਿਸਤਾਨੀ ਮੁਸਲਮਾਨਾਂ ਵਾਲੀ ਗੱਲ ਆ, ਜਾਂ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਪਾੜ ਪਾਏ ਜਾ ਰਹੇ ਆ ਪੋਲਰਾਈਜੇਸ਼ਨ ਦੇ, ਜਾਂ ਡਿਫਰੈਂਸਿਸ ਕ੍ਰੀਏਟ ਕਰਨ ਦੇ, ਜਿਹੜੇ ਮਿਟੇ ਸੀਗੇ ਕਿਸਾਨ ਮੋਰਚੇ, ਉਹ ਸਟੇਟ ਕਰ ਰਿਹਾ ਆ। ਤਾਂ ਸਟੇਟ ਈਵਨ ਜਿਹੜੇ ਆਪਣੇ ਗਨ ਕਲਚਰ, ਗੈਂਗਸਟਰਿਜ਼ਮ ਆ, ਉਹਨੂੰ ਹਵਾ ਦੇਣੀ ਤੇ ਉਹਨੂੰ ਪ੍ਰਫੁੱਲਤ ਕਰਨਾ ਤੇ ਉਹਨੂੰ ਵਧਣ ਦੇਣਾ, ਉਹ ਸਟੇਟ ਨੂੰ ਸੂਟ ਕਰਦਾ ਹੈ। ਭਾਵੇਂ ਕਿ ਜਿੱਦਾਂ ਦੇ ਸਟੇਟ ਇਹ ਹੈਗੀ ਹੈ, ਜਿਹੜੇ ਲੁੱਟ ਖਸੁੱਟ ਵਾਲੇ, ਨਾ ਬਰਾਬਰੀ ਵਾਲੇ, ਕੈਪੀਟਲਿਸਟ ਸਟੇਟ ਆ, ਜਿਹੜੇ ਪ੍ਰੋਫਿਟ ਬੇਸਡ ਆ, ਇਹਨਾਂ 'ਚ ਗੈਂਗਸਟਰਿਜ਼ਮ ਨੈਚੁਰਲ ਫਿਨੋਮੀਨਾ ਆਉਣਾ ਆ। ਤਾਂ ਇਹਨਾਂ ਨੂੰ ਸੂਟ ਕਰਦਾ ਇੱਕ ਰੈਵੋਲੂਸ਼ਨ ਤੋਂ ਨਾਲੋਂ। ਉਹ ਆਉਣ ਦਿੰਦੇ ਤਾਂ ਇਹ ਜਦੋਂ ਮਰਜ਼ੀ ਉਹਨੂੰ ਮੈਨੇਜ ਕਰ ਲੈਂਦੇ ਆ। ਪਰ ਇੱਥੇ ਦੇਖੋ, ਇਹ ਆਪਣੀ ਸਾਰੀਆਂ ਜਿਹੜੀਆਂ ਧਿਰਾਂ ਲੜਨ ਵਾਲੀਆਂ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਇਹ ਜਿਹੜਾ ਯੂਥ ਨੇ, ਇੱਕ ਪੰਜਾਬ ਦੀ ਰਵਾਇਤ ਤੇ ਟ੍ਰੈਡੀਸ਼ਨ ਦੇ ਅਨੁਸਾਰ, ਜਿਹੜੀ ਸਭ ਤੋਂ ਵੱਡੀ ਸਾਡੀ ਟ੍ਰੈਡੀਸ਼ਨ, ਸਾਡਾ ਹੈਰੀਟੇਜ ਗੁਰੂ ਗ੍ਰੰਥ ਸਾਹਿਬ ਆ, ਗੁਰੂ ਪੰਥ ਆ, ਸਿੱਖੀ ਆ, ਤੇ ਹੋਰ ਸਾਂਝੇ ਪੰਜਾਬ ਦਾ ਸੱਭਿਆਚਾਰ ਆ, ਸੰਘਰਸ਼ ਦਾ, ਜ਼ਾਲਮ ਦੇ ਵਿਰੁੱਧ ਖੜਨ ਲਈ, ਇਨਸਾਫ ਲਈ ਲੜਨ ਦਾ, ਸਰਬਤ ਦੇ ਭਲੇ ਲਈ ਖੜਨ ਲਈ ਦਾ, ਜਾਬਰ ਨੂੰ ਨੱਥ ਪਾਉਣ ਦਾ, ਜਿਹੜਾ ਸਾਡੇ ਲੋਕ ਗੀਤਾਂ ਵਿੱਚ ਵੀ ਆ ਤੇ ਸਾਡੇ ਖੂਨ 'ਚ ਆ, ਉਹਨੂੰ ਅੱਗੇ ਵਧਾਉਣਾ ਚਾਹੀਦਾ। ਤੇ ਸਭ ਤੋਂ ਵੱਡੇ ਜਿਹੜੇ ਸਾਡੇ ਆਈਡੀਅਲਸ ਆ, ਆਈਕਨਸ ਆ, ਉਹ ਸਾਡੇ ਇਤਿਹਾਸ 'ਚ ਪਏ ਆ, ਗੁਰੂ ਗ੍ਰੰਥ ਸਾਹਿਬ 'ਚ ਪਏ ਆ, ਸਾਡੀ ਹਿਸਟਰੀ 'ਚ ਪਏ ਨੇ, ਉਹ ਆ ਸਾਡੇ ਆਈਕਨਸ। ਇੱਦਾਂ ਹੀ ਗਨ ਕਲਚਰ ਕਰਨਾ ਕਿ ਗਨਜ਼ ਵਾਇਲੈਂਸ ਦਾ ਉੱਦਾਂ ਦਾ ਕੋਈ ਮਤਲਬ ਨਹੀਂ, ਇਹ ਤਾਂ ਬਿਲਕੁਲ ਹੀ ਨੈਗੇਟਿਵ ਚੀਜ਼ ਹੈ। ਇਹ ਤਾਂ ਉਦੋਂ ਹੀ ਇਹਨੂੰ ਸੈਂਕਸ਼ਨ ਮਿਲਦੀ ਆ, ਇਹਦੀ ਪਵਿੱਤਰ ਹੁੰਦਾ ਹੈ, ਜਦੋਂ ਇਹ ਬਹੁਤ ਵੱਡੇ ਇੱਕ ਅਮਲ ਸੱਚਾਈ ਦੇ ਥੱਲੇ ਇਨਸਾਫ ਲਈ ਤੇ ਸੱਚ ਦਾ, ਨਿਆਂ ਦਾ ਰਾਜ ਕਰਨ ਹਿੱਤ ਚੱਕਦੇ ਆ, ਡਿਫੈਂਸ ਚੁੱਕੇ ਜਾਂਦੇ ਆ, ਵੱਡਾ ਕਰੈਕਟਰ ਚੁੱਕਦਾ ਆ। ਇੱਕ ਕੋਈ ਆਪਣੀ ਮੈਂ ਲਈ, ਇੱਕ ਅਗਰੈਸ਼ਨ ਲਈ, ਆਪਣੇ ਧੜੇ ਲਈ, ਆਪਣੇ ਨਾਮ ਲਈ, ਜਾਂ ਕੋਈ ਫਰੌਤੀ ਲੈਣ ਲਈ, ਜਾਂ ਆਪਣੇ ਨਾਮ ਕਰਨੇ ਚੁੱਕੇ, ਇਹ ਤਾਂ ਕੋਈ ਸਾਡੀ ਟ੍ਰੈਡੀਸ਼ਨ ਤਾਂ ਹੈ ਨਹੀਂ ਗੀ। ਤੇ ਇਹ ਸਾਡੇ ਨਾਇਕ ਇਸ ਤਰ੍ਹਾਂ ਥੋੜ੍ਹਾ ਹੁੰਦੇ ਆ। ਸਾਡੇ ਨਾਇਕ ਤਾਂ ਜਿਹੜੇ ਸਭ ਨੂੰ ਪਤਾ ਆ, ਉਹ ਨਾਇਕ ਜੇ ਜਾਣੀ ਕਿ ਆ ਲੋਕ ਗਾਥਾਂ 'ਚੋਂ ਵੀ ਆਉਂਦੇ ਆ, ਦੁੱਲਾ ਭੱਟੀ ਜਾਂ ਜੱਗਾ ਡਾਕੂ ਆਉਂਦਾ ਆ, ਜਾਂ ਹੋਰ ਜਿਹੜੇ ਬੰਦੇ ਭਗਤ ਸਿੰਘ ਹੁਣੀ ਆਉਂਦੇ ਆ, ਜਾਂ ਕਿੱਥੋਂ ਆਉਂਦੇ, ਉਹ ਕਿੱਡੇ ਉਹਨਾਂ ਦੇ ਅਮਲ ਸੀਗੀ। ਚਲੋ ਸਿੱਖ ਇਤਿਹਾਸ ਦੀ ਤਾਂ ਗੱਲੇ ਹੀ ਛੱਡੋ, ਉਹ ਤਾਂ ਬਹੁਤ ਲਾਸਾਨੀ ਆ, ਜਿਹੜਾ ਗੁਰੂਆਂ ਦਾ ਤਾਂ ਸ਼ਹੀਦਾਂ ਦਾ ਇਤਿਹਾਸ। ਸਾਡੇ ਅਸਲ ਸਿੱਖਾਂ ਦੇ ਤੇ ਆਈਕਨਸ ਉਹ ਆ। ਇਹਨਾਂ ਵੱਲ ਸਟੇਟ ਨੂੰ ਲੱਗਦਾ ਆ ਕਿ ਇੱਧਰ ਜਾ ਸਕਦੇ ਆ। ਉਹ ਪਹਿਲਾਂ ਹੀ
ਇਹ ਵੀ ਇੱਕ ਗੱਲ ਹੋ ਸਕਦੀ ਹੈ ਕਿ ਜਿਹੜਾ ਸਟੇਟ ਨੇ ਇਸ ਚੀਜ਼ ਨੂੰ ਬਦਲ ਫੁੱਲਣ ਦੇਣਾ ਆ, ਉਹ ਜਦੋਂ ਮਰਜ਼ੀ, ਇਹ ਉਹਦਾ ਹੀ ਫਨੋਮਨਨ ਆ, ਜਦੋਂ ਮਰਜ਼ੀ ਇਹਨੂੰ ਮੈਨੇਜ ਕਰ ਸਕਦਾ ਹੈ ਤੇ ਇਹਨੂੰ ਕਿਸੇ ਪਾਸੇ ਵੀ ਤੋੜ ਸਕਦਾ ਹੈ ਕਿ ਜਿਹੜਾ ਵੱਡਾ ਮਹਾਨ ਆ ਨੌਜਵਾਨਾਂ ਦਾ ਇੱਧਰ ਨੂੰ ਹੀ ਸੈਲਫ ਡਿਸਟਰਕਟ ਹੋ ਜਾਏ। ਤੇ ਸੈਕੰਡ, ਉਹ ਜਿਹੜੀ ਇੱਕ ਪਾਵਰਫੁਲ ਜਿਹੜੀ ਇੱਕ ਥੱਲੇ ਪਈ ਆ ਸਾਡੇ ਇਤਿਹਾਸ ਟ੍ਰੈਡੀਸ਼ਨ 'ਚ, ਜੋ ਇੱਕ ਜਾਬਰ ਵਿਰੁੱਧ ਉੱਠਣਾ ਤੇ ਸਟਰਗਲ ਕਰਨਾ, ਉਹਨੂੰ ਇੱਕ ਕਰਾਹੇ ਪਾ ਲੈਣਾ। ਤੇ ਉਹਨਾਂ ਵਿੱਚੋਂ ਹੀ ਉਹਨਾਂ ਬੰਦਿਆਂ ਤੋਂ ਵੀ ਹਿੱਟ ਕੀਤਾ ਜਾ ਸਕਦਾ, ਉਹਨਾਂ ਹਿੱਸਿਆਂ ਨੂੰ ਜਿਹੜੇ ਇਹਨਾਂ ਤੋਂ ਮੈਨੇਜ ਨਹੀਂ ਹੋ ਰਹੇ। ਜਿਹੜੇ ਡਿਸੈਂਟ ਵਾਲੇ ਆ, ਅਸੀਂ ਵੀ ਹੋ ਸਕਦੇ, ਕੋਈ ਹੋਰ ਉਹ ਭਰਾ ਮਾਰੂ ਜੰਗ 'ਚ ਵੀ ਕਰਾ ਸਕਦੇ ਆ, ਗੈਂਗਸਟਰਿਜ਼ਮ 'ਚ ਵੀ ਕਰਾ ਸਕਦੇ ਆ। ਤੇ ਇੱਕ ਬੜਾ ਕਾਲਾ ਵਾਲਾ ਕਰ ਕੀਤਾ ਜਾ ਸਕਦਾ ਹੈ। ਪਹਿਲਾਂ ਇਹਨਾਂ ਨੇ ਅਟੈਂਪਟਸ ਕੀਤੀਆਂ ਨੇ, ਸਟੇਟ ਵਰਤਦੀ ਹੈ, ਕਰ ਸਕਦੇ ਆ, ਹੋਰ ਸਾਰੇ ਸੂਬਿਆਂ 'ਚ ਕਰ ਰਹੇ ਆ। ਮੇਰੇ ਨਾਲ ਤਿਹਾੜ ਜੇਲ੍ਹ 'ਚ ਜਾਣੀ ਕਿ ਜਿਹੜੇ ਉਸ ਵਕਤ ਦੇ ਜਿਹੜੇ ਸਭ ਤੋਂ ਮੇਨ ਜਾਣੀ ਕਿ ਗੈਂਗਸਟਰ ਵੱਡੇ ਜਿਹੜੇ, ਉਹਨਾਂ ਗੈਂਗਸਟਰਾਂ 'ਚ ਵੀ ਜਿਹੜੇ ਵੱਡੇ ਕਰੈਕਟਰ ਰਹੇ ਆ, ਚਲੋ ਨਾਂ ਲੈਣ ਦੀ ਜ਼ਰੂਰਤ ਨਹੀਂ ਸਾਡੇ। ਉਦੋਂ ਜਦੋਂ ਇੰਨਾ ਚਿਰ ਇਕੱਠੇ ਰਹਿਣਾ ਤਾਂ ਬਹੁਤ ਸਾਂਝਾਂ ਹੋ ਜਾਂਦੀਆਂ। ਸਾਰਿਆਂ ਦੇ ਪੁਲਿਸ ਨਾਲ ਸੰਬੰਧ ਹੁੰਦੇ, ਪੁਲਿਸ ਤੋਂ ਸੰਬੰਧ ਤੋਂ ਬਿਨਾਂ ਨਹੀਂ ਚੱਲਿਆ ਜਾਂਦਾ। ਲੈ ਦੇ ਕੀ ਹੁੰਦਾ ਹੈ, ਜਿਹੜੇ ਬੰਦੇ ਜਾਣੀ ਕਿ ਕੁਛ ਪੁਲਿਸ ਤੋਂ ਬਾਗੀ ਹੋ ਜਾਂਦੇ, ਉਹਨਾਂ ਦਾ ਤਾਂ ਬਹੁਤ ਛੇਤੀ ਇਨਕਾਊਂਟਰ ਹੋ ਜਾਂਦਾ, ਉਹਨਾਂ ਨੂੰ ਛੱਡਦੇ ਨਹੀਂ, ਉਹਨਾਂ ਨੂੰ ਫਾਲ ਇਨ ਕਰਨਾ ਪੈਂਦਾ। ਜੇ ਉਹ ਪੋਲੀਟੀਕਲ 'ਚ ਲਾਈਫ ਆਉਂਦਾ ਲਿੰਕ 'ਚ ਆਉਂਦੇ ਆ, ਤੇ ਉਹ ਵੀ ਉਹ ਕੁਛ ਹੀ ਹੁੰਦੇ ਆ, ਉਹ ਵੀ ਉਹਨਾਂ ਦੀ ਸਹਿਮਤੀ ਨਾਲ ਆਉਂਦੇ, ਇੰਟੈਲੀਜੈਂਸ ਉਹਨਾਂ ਨਹੀਂ ਆਉਣਾ ਹੁੰਦਾ ਜਿਹੜੇ ਉਹ ਚਾਹੁੰਦੇ ਆ। ਜਿਹੜੇ ਰੀਅਲ ਹੁੰਦੇ ਆ ਅਣਖ ਵਾਲੇ, ਜਾਂ ਉਹਨਾਂ ਨੂੰ ਤਾਂ ਬਹੁਤ ਪਹਿਲਾਂ ਹੀ ਇਹ ਲਿਮਿਟਡ ਕਰ ਦਿੰਦੇ ਆ, ਉਹਨਾਂ ਦੀ ਨਹੀਂ ਕੋਈ ਜਗ੍ਹਾ ਹੈਗੀ। ਇਸ ਕਰਕੇ ਤਿਹਾੜ ਜੇਲ੍ਹ ਜਿਹੜੇ ਗੈਂਗਸਟਰ ਬੈਠੇ ਸੀ ਤੁਹਾਡੇ ਦੌਰ 'ਚ, ਉਹ ਵੀ ਸਾਰੇ ਪੁਲਿਸ ਤੇ ਜਾਣੀ ਕਿ ਉਹਨਾਂ 'ਚ ਦੇਖੋ, ਇਹਨਾਂ ਬੰਦਿਆਂ 'ਚ ਵੀ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ। ਇੱਕ ਕ੍ਰਾਈਮ 'ਚੋਂ ਆਏ ਹੁੰਦੇ ਆ, ਪੈਸੇ ਲਈ, ਨਾਮ ਲਈ, ਕ੍ਰਾਈਮ ਮੈਂਟੈਲਿਟੀ ਵਾਲੇ ਹੁੰਦੇ ਆ, ਉਹ ਤਾਂ ਕ੍ਰਾਈਮ ਨਾਲ ਸੰਬੰਧਿਤ ਹੁੰਦੇ ਆ ਜ਼ਿਆਦਾ ਇਸ ਤਰ੍ਹਾਂ। ਇੱਕ ਹੁੰਦੇ ਅਣਖ 'ਚੋਂ ਆਏ ਹੁੰਦੇ ਆ, ਕੋਈ ਦੁਸ਼ਮਣੀ 'ਚੋਂ ਆ ਜਾਂਦਾ, ਕੋਈ ਹੁੰਦਾ ਹੀ ਜਾਣੀ ਕਿ ਐਂਟੀ ਸਟੇਟ ਤੇ ਜ਼ੁਲਮ, ਉਹਦਾ ਕਰੈਕਟਰ ਹੀ ਇੱਦਾਂ ਦਾ ਹੁੰਦਾ। ਕੋਈ ਉੱਦਾਂ ਆਉਂਦੇ ਆ, ਉਹ ਬੰਦੇ ਬਹੁਤ ਵੱਡੇ ਹੁੰਦੇ ਆ। ਉਹ ਕਈ ਬੰਦੇ ਉਹ ਸਾਡੀ ਮੂਵਮੈਂਟ 'ਚ ਸਾਡੇ ਨਾਲ ਆਏ, ਉਹ ਬਹੁਤ ਵੱਡੇ ਕਰੈਕਟਰ ਸੀ, ਉਹ ਵੱਡੇ ਯੋਧੇ ਹੋ ਕੇ। ਜਿੱਦਾਂ ਹੁਣ ਬਖਸ਼ੀਸ਼ ਸਿੰਘ ਦੀ ਗੱਲ ਕਰਦੇ, ਬਖਸ਼ੀਸ਼ ਸਿੰਘ ਪਹਿਲਾਂ ਈਵਨ ਜਿੰਦਾ, ਮਥੁਰਾ ਸਿੰਘ, ਇਹ ਬਖਸ਼ੀਸ਼ ਸਿੰਘ ਤੋਂ ਜੂਨੀਅਰ ਸੀ। ਇਹ ਦੋਵੇਂ ਉਹਨੂੰ ਆਪਣੇ ਵੱਡਾ ਮੰਨਦੇ ਸੀ। ਉਹੀ ਸੰਤਾਂ ਕੋਲ ਇਹਨਾਂ ਨੂੰ ਲੈ ਕੇ ਗਿਆ ਸੀ। ਤੇ ਉਹ ਪਹਿਲਾਂ ਇਸ ਲਾਈਫ ਵਿੱਚ ਜਾਣੀ ਕਿ ਬਾਰਡਰ ਦੇ ਇੱਧਰ ਆਉਣ ਪਾਉਣ ਜਾਣ ਵਿੱਚ ਬੜੇ ਮਸ਼ਰੂਫ ਸੀ, ਮਸ਼ਹੂਰ ਬੰਦੇ ਸੀ। ਤੇ ਉਹ ਜਦੋਂ ਇੱਧਰ ਆਏ ਸੀ, ਉਹ ਆਪਣੇ ਇੱਕ ਕਰੈਕਟਰ ਕਰਕੇ ਸੀ, ਨਾ ਉਹ 'ਚ ਕੋਈ ਐਬ ਸੀ, ਨਾ ਨਸ਼ਾ, ਨਾ ਕੋਈ ਪੈਸੇ। ਪਹਿਲਾਂ ਬਦਮਾਸ਼ੀ ਕਰਦੇ, ਬਦਮਾਸ਼ੀ ਨਹੀਂ ਸੀ, ਅਣਖ ਕਰਕੇ, ਬਸ ਅਣਖ ਕਰਕੇ ਆ ਗਏ ਪਾਰਟੀਬਾਜ਼ੀ 'ਚ, ਹੈ ਨਾ। ਤੇ ਨਾ ਕੋਈ ਪੈਸੇ ਦਾ, ਨਾ ਕੋਈ ਉੱਦਾਂ ਦੀ ਗੱਲ। ਤੇ ਲੋਕਾਂ ਦੀ, ਆਮ ਲੋਕਾਂ ਦੀ, ਗਰੀਬਾਂ ਦੀ ਭਲਾਈ, ਜਿਹਦੇ ਨਾਲ ਜ਼ੁਲਮ ਹੁੰਦਾ ਉਹਦੇ ਨਾਲ ਖੜਨਾ, ਇਸ ਤਰ੍ਹਾਂ ਦਾ ਸੀ ਉਹਦਾ। ਜਾਣੀ ਕਿ ਦੋ ਹੀ ਪਾਸੇ ਇੱਧਰ ਉੱਧਰ ਇਹੋ ਜਿਹਾ ਕਰੈਕਟਰ ਸੀ ਕਿ ਉੱਧਰਲੇ ਬੰਦੇ ਵੀ ਜਦੋਂ ਇਹ ਹੁੰਦਾ ਸੀ, ਕੋਈ ਰਾਜੀਨਾਮਾ ਹੁੰਦਾ ਸੀ, ਉਹਦੇ ਵਿੱਚ ਬਖਸ਼ੀਸ਼ ਹੈਗਾ ਜਾਂ ਠੀਕ ਹੈ, ਜਿਵੇਂ ਉਹ ਕਹਿੰਦਾ ਅਸੀਂ ਮੰਨ ਲੈਂਦੇ। ਇਸ ਤਰ੍ਹਾਂ ਦੇ ਕਰੈਕਟਰ ਵਾਲੇ ਬੰਦੇ ਸੀ। ਫਿਰ ਜਦੋਂ ਸੰਤਾਂ ਨੂੰ ਮਿਲੇ, ਉਹ ਸਭ ਕੁਝ ਛੱਡ ਕੇ ਉੱਧਰ ਆ ਗਏ। ਸੰਤਾਂ ਨੇ ਦੇਖਿਆ ਕਿ ਇਹ ਤਾਂ ਬਿਲਕੁਲ ਹੈ ਨਾ ਸ਼ੁੱਧ ਚੀਜ਼ ਆ, ਤੇ ਉਹਨਾਂ ਨੇ ਆਪਣੇ ਨਾਲ ਲਾ ਲਿਆ। ਤੇ ਸਾਰੀ ਸਿਕਿਉਰਿਟੀ ਦਾ ਉਸ ਤੋਂ ਬਾਅਦ ਉਹ ਤਲਵੀਰ ਸਿੰਘ ਬਿਆਸੀ, ਇਹੋ ਜਿਹੇ ਬੰਦੇ ਉਹਨਾਂ ਦੀ ਨਿੱਜੀ ਸਿਕਿਉਰਿਟੀ ਦੇ ਉਹਨਾਂ ਨਾਲ ਸ਼ਹੀਦ ਹੋਏ, ਬਿਲਕੁਲ ਸਾਇਆ ਬਣ ਕੇ। ਸਟੇਟ ਨੂੰ ਇਹ ਡਰਿਆ ਕਿ ਇੱਧਰ ਨਾ ਚਲੇ ਜਾਣ। ਇਸ ਕਰਕੇ ਜਿਹੜਾ ਇਹ ਕ੍ਰਾਈਮ ਵਾਲਾ ਫਨੋਮਨਨ ਆ, ਪੈਸੇ ਵਾਲਾ, ਫਰੋਤੀਆਂ ਵਾਲਾ, ਨਸ਼ਿਆਂ ਵਾਲਾ ਤੇ ਗੈਂਗਸਟਰਿਜ਼ਮ ਵਾਲਾ, ਇਹਨੂੰ ਸਟੇਟ ਜੇ ਚਾਹਵੇ ਤਾਂ ਇਹ ਨਹੀਂ ਹੋ ਸਕਦਾ। ਇਹ ਸਟੇਟ ਦੀ ਮੂਲੀ ਭਗਤ ਹੁੰਦੀ ਹੈ। ਜਦੋਂ ਜ਼ਿਆਦਾ ਜ਼ੋਰ ਪੈ ਜਾਂਦਾ ਆ, ਉਦੋਂ ਕੁਛ ਬੰਦਿਆਂ ਨੂੰ ਇਹ ਇਨਕਾਊਂਟਰ ਕਰ ਦਿੰਦੇ ਆ, ਜਿਹੜੇ ਇਹਨਾਂ ਨੂੰ ਜ਼ਰੂਰਤ ਹੁੰਦੀ ਆ। ਤੇ ਫਿਰ ਬਹੁਤ ਆਪਣੇ ਜਿਹੜੇ ਟਾਰਗੇਟਸ ਹੁੰਦੇ ਆ, ਆਪਣੇ ਕੰਮ, ਉਹ ਵੀ ਇਹਨਾਂ ਦੇ ਰਾਹੀਂ ਕਰਾ ਦਿੰਦੇ ਆ। ਇਹਨਾਂ ਨੂੰ ਵੀ ਇੱਕ ਦੂਜੇ ਤੋਂ ਕਰਵਾ ਦਿੰਦੇ ਆ, ਇਨਫੋਰਮੇਸ਼ਨ ਇਹੀ ਦਿੰਦੇ ਹੁੰਦੇ, ਬਾਅਦ ਉਹ ਵੈਪਨਸ ਵੀ ਇਹੀ ਦਿੰਦੇ। ਦਿੱਲੀ 'ਚ ਇੱਕ ਵਾਰ ਜੋ ਤੁਸੀਂ ਦਿੱਲੀ ਸੀਗੇ, ਉਦੋਂ ਬੂਟਾ ਸਿੰਘ ਦੇ ਉੱਤੇ ਵੀ ਜਿਸ ਦਾ 'ਚ ਜਿਹੜਾ ਜਿੰਦਾ ਹੋਰਾਂ ਦੀ ਗ੍ਰਿਫਤਾਰੀ ਹੁੰਦੀ, ਉਹ ਕੀ ਇੰਸੀਡੈਂਟ ਸੀਗਾ? ਹਰਜਿੰਦਰ ਸਿੰਘ ਜਿੰਦਾ ਹੋਣਾ ਦੀ ਜਦੋਂ ਦੂਸਰੀ ਵਾਰੀ ਗ੍ਰਿਫਤਾਰੀ ਹੋਈ, ਦਿੱਲੀ 'ਚ ਹੋਈ ਸੀ। ਪਹਿਲੀ ਵਾਰ ਵੀ ਦਿੱਲੀ 'ਚ ਹੋਈ ਸੀ। ਦੂਸਰੀ ਵਾਰ ਜਦੋਂ ਅਸੀਂ ਫਿਰ ਇਹ ਸੋਚਿਆ ਕਿ ਦਿੱਲੀ ਰਹਿਣਾ ਬਹੁਤ ਜ਼ਰੂਰੀ ਆ, ਉਹ ਫਿਰ ਉਹਨੇ ਤੇ ਸਤਨਾਮ ਸਿੰਘ ਬਾਵੇ ਨੇ ਉੱਥੇ ਪੂਰਾ ਸੈਟਅਪ ਕਰ ਲਿਆ, ਪਹਿਲਾਂ ਤੋਂ ਵੀ ਜ਼ਿਆਦਾ ਸਮਰੱਥ। ਤੇ ਉੱਥੇ ਵੱਡੇ ਟਾਰਗੇਟ ਸੀਗੇ ਸਾਡੇ, ਮੈਨੂੰ ਪਤਾ ਸੀ ਤੇ ਕੁਛ ਸਾਡੇ ਹੋਰ ਸਿੰਘ
ਸਾਨੂੰ ਪਤਾ ਸੀ ਉਸ ਥਾਂ ਦਾ। ਤੇ ਅਸੀਂ ਸਾਰਾ ਵੈਪਨ ਐਵਰੀਥਿੰਗ ਕਰ ਲਿਆ। ਉਸ ਵੇਲੇ ਸਾਡੇ ਜਾਣੀ ਕਿ ਟਾਰਗੇਟ ਸੀਗੇ, ਜਾਣੀ ਸਾਨੂੰ ਇੱਕ ਇਹ ਬੜਾ ਸੀ ਜਿਹੜਾ ਅਰੁਣ ਨਹਿਰੂ ਆ, ਇਹ ਬੜਾ ਮੇਨ ਬੰਦਾ ਹੈ। ਸਾਨੂੰ ਪਹਿਲਾਂ ਨਹੀਂ ਸੀ ਪਤਾ, ਬਾਅਦ 'ਚ ਪਤਾ ਲੱਗਿਆ ਕਿ ਜਿਹੜੇ ਜੀਨੋਸਾਈਡ ਹੋਇਆ ਸਭ ਤੋਂ ਮੇਨ ਜਿਹੜਾ ਕੋਈ ਰੋਲ ਜੋ ਕਹਿ ਲਓ ਈਵਨ ਰਜੀਵ ਕਿਸੇ ਤੋਂ ਵੀ ਉਹ ਇਹ ਸੀ, ਇੱਕ ਇਹਨੂੰ ਹਿੱਟ ਕਰਨਾ। ਕੁਛ ਹੋਰ ਟਾਰਗੇਟ ਸੀ ਜਿੱਦਾਂ ਭਗਤ ਆ ਜਾਂ ਹੋਰ ਸੱਜਣ ਕੁਮਾਰ ਜਾਂ ਇਸ ਤਰ੍ਹਾਂ ਦੇ ਕੁਛ, ਜਾਂ ਜਿਹੜੇ ਪੁਰਾਣੇ ਇੰਟੈਲੀਜੈਂਸ ਵਾਲੇ ਕੁਛ ਬੰਦੇ ਸੀਗੇ ਜਿਨ੍ਹਾਂ ਬਾਰੇ ਸਾਨੂੰ ਪਤਾ ਸੀ ਕੁਛ ਉਹ ਕਰਨ ਦਾ ਸੀ, ਅਸੀਂ ਉਹਨਾਂ ਬਾਰੇ ਉੱਥੇ ਕੀਤੀ। ਨਹਿਰੂ ਬਾਰੇ ਤਾਂ ਜਿੰਦੇ ਹੋਣਾ ਨੇ ਕਾਫੀ ਕੁਛ ਲੱਭ ਲਿਆ ਸੀ। ਉਹਦੀ ਕੋਈ ਇਹੋ ਜਿਹੀ ਜਗ੍ਹਾ ਲੱਭ ਲਈ ਸੀ ਜਿੱਥੇ ਕਿਸੇ ਔਰਤ ਕੋਲ ਉਹ ਥੋੜ੍ਹੀ ਸਿਕਿਉਰਿਟੀ ਨਾਲ ਆਉਂਦਾ ਸੀ, ਪਰ ਹਾਲੇ ਟਾਈਮ ਲੱਗਣਾ ਸੀ। ਪਰ ਇਹਦੇ ਵਿੱਚ ਹੀ ਇੰਟੈਲੀਜੈਂਸ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਇਹ ਗਰੁੱਪ ਦੁਬਾਰਾ ਉੱਥੇ ਸ਼ਿਫਟ ਹੋ ਗਿਆ। ਉਹਨਾਂ ਲਈ ਇਹ ਬਹੁਤ ਚੈਲੰਜ ਹੋ ਗਿਆ, ਉਹਨੂੰ ਪਤਾ ਲੱਗ ਨਹੀਂ ਸੀ ਰਿਹਾ ਕਿ ਕੀ ਟਾਰਗੇਟ ਆ ਕੀ। ਉਹਨਾਂ ਨੇ ਫਿਰ ਸਾਡੇ ਵਿੱਚ ਉਹਨਾਂ ਦਾ ਕੋਈ ਕੋਈ ਇਨਫਿਲਟ੍ਰੇਸ਼ਨ ਸੀਗੀ। KCF ਦੇ ਵਿੱਚ ਸੀ, IB ਦਾ ਬੰਦਾ ਸੀਗਾ, DSP ਰੈਂਕ ਦਾ। ਬਾਅਦ 'ਚ ਸਾਨੂੰ ਪਤਾ ਲੱਗਿਆ, ਪਹਿਲਾਂ ਉਹ ਆਰਮੀ 'ਚ ਸੀ, ਫਿਰ ਜਰਨਲਿਜ਼ਮ 'ਚ ਰਿਹਾ। ਉਹ ਬੜਾ ਜਾਨੀ ਇੱਜ਼ਤਦਾਰ ਬੰਦਾ ਸੀਗਾ ਅਤੇ ਉਹ ਸਾਡੇ ਬੰਦਿਆਂ 'ਚ ਆ ਗਿਆ ਸੀ, ਸਾਨੂੰ ਪਤਾ ਨਹੀਂ ਲੱਗਿਆ। ਉਹਦੇ ਰਾਹੀਂ ਜਾਨੀ ਕਿ ਸਾਡੇ ਕੋਲ ਉਹਨਾਂ ਨੇ ਜਾਨੀ ਕਿ ਇਸ ਤਰ੍ਹਾਂ ਟਾਰਗੇਟ ਕੀਤਾ ਕਿ ਬੂਟਾ ਸਿੰਘ ਦਾ, ਗੋਬਿੰਦ ਸਦਨ ਜਿਹੜਾ ਵਿਰਸਾ ਸਿੰਘ ਦਾ ਇੰਸਟੀਚਿਊਟ ਆ, ਉੱਥੇ ਉਹਦਾ ਟਾਰਗੇਟ ਹੋ ਸਕਦਾ। ਫਿਰ ਸਾਡੇ ਲਈ ਜਿਹੜੇ ਮਿਲੀਟੈਂਟਸ ਲਈ ਬਹੁਤ ਵੱਡਾ ਇੱਕ ਹੁੰਦਾ ਕਿ ਐਡਾ ਵੱਡਾ ਟਾਰਗੇਟ ਹੈ ਨਾ। ਉਹਨਾਂ ਨੂੰ ਵੀ ਪਤਾ ਸੀ ਕਿ ਸਾਡੀ ਕਮਜ਼ੋਰੀ, ਅਸੀਂ ਉਹ ਬੇਟ ਲੈ ਲਿਆ। ਅਤੇ ਕਮਰਜੀਤ ਸਿੰਘ ਨੇ ਕਿਹਾ ਕਿ ਇੱਦਾਂ ਹੈਗਾ ਬੰਦਾ ਠੀਕ ਆ, ਅਤੇ ਕਹਿੰਦੇ ਅਸੀਂ ਦੇਖ ਕੇ ਬੂਟਾ ਸਿੰਘ ਸਾਡੇ ਸਾਹਮਣੇ ਉਹਨਾਂ ਨੇ ਦਿਖਾਇਆ ਇਕੱਲਾ ਜਾਂਦਾ, ਸਿਕਿਉਰਿਟੀ ਬਾਹਰ ਸੀਗੀ। ਉਹ ਇਕੱਲਾ ਬਾਬਾ ਜੀ ਨੂੰ ਮਿਲ ਕੇ ਗਿਆ ਅਤੇ ਆਪਣੇ ਬੰਦਿਆਂ ਨੇ ਕੰਮ ਕਰਕੇ ਪਿੱਛੋਂ ਦੀ ਨਿਕਲ ਜਾਣਾ। ਪਿੱਛੇ ਗੱਡੀ ਖੜ੍ਹੀ ਹੋ, ਆਉਣਾ ਹੀ ਨਹੀਂ ਸਿਕਿਉਰਿਟੀ ਦਾ ਜਦ ਦੇ ਵਿੱਚ। ਉੱਥੇ ਤਾਂ ਸਿਕਿਉਰਿਟੀ ਲੈ ਕੇ ਆਉਂਦਾ ਹੀ ਨਹੀਂ, ਉਹ ਸ਼ਰਧਾਲੂ ਆ ਬਹੁਤ ਜ਼ਿਆਦਾ ਉਹਦਾ। ਉਹ ਦੇਖ ਕੇ ਆਏ ਹਾਂ। ਫਿਰ ਕੰਵਰ ਜੀ ਦੀ ਤਾਂ ਅਸੀਂ ਗੱਲ ਮੰਨਣੀ ਸੀਗੀ, ਅਤੇ ਫਿਰ ਮੈਂ ਉਹਨਾਂ ਨੂੰ ਲਿਜਾ ਕੇ ਹਰਜਿੰਦਰ ਸਿੰਘ ਉਹਨਾਂ ਨੂੰ ਮਿਲਾ ਦਿੱਤਾ ਉੱਥੇ ਦਿੱਲੀ ਕਿ ਆਹ ਕੰਮ ਆ, ਤੁਸੀਂ ਦੇਖ ਲਓ। ਅਤੇ ਮੈਂ ਆ ਗਿਆ ਸਵੇਰੇ, ਅਤੇ ਅਗਲੇ ਦਿਨ ਉਹ ਮਿਲੇ ਆ। ਅਤੇ ਉਸ ਤੋਂ ਅਗਲੇ ਦਿਨ ਉਹ ਵੀ ਬੰਦਾ ਨਾਲ ਸੀ ਜਿਹੜਾ IB ਦਾ, ਉਹਨਾਂ ਨਾਲ ਗਿਆ। ਪਤਾ ਨਹੀਂ ਸੀ, ਉਹ ਤਾਂ ਉੱਤੇ ਵਿਸ਼ਵਾਸ ਕਰਦੇ ਸੀ ਸਾਰਾ ਉਹਨਾਂ ਦਾ, ਰਾਈਟਿੰਗ ਦਾ, ਠਹਿਰਾਂ ਦਾ ਉਹੀ ਕੰਮ ਕਰਦਾ ਸੀ, ਉਹਨਾਂ ਦੇ ਪਿੰਡਾਂ ਦਾ ਸੀਗਾ। ਅਤੇ ਬੜਾ ਕਿਸੇ ਨੂੰ ਪਤਾ ਨਹੀਂ ਸੀ, ਉਹਦੇ ਘਰਦਿਆਂ ਨੂੰ ਵੀ ਨਹੀਂ ਪਤਾ ਸੀ ਕਿ ਕੌਣ ਉਹ ਸੀ। ਜਰਨਲਿਸਟ ਆ, ਰਿਟਾਇਰਡ ਫੌਜੀ ਆ। ਅਤੇ ਉਹ ਫਿਰ ਬੰਦੇ ਨੇ ਉਹ ਜਾਣੀ ਕਿ IB ਦੇ ਸਪੋਡਰਾਂ ਨੂੰ ਦਿਖਾ ਦਿੱਤਾ। ਫਿਰ ਨੈਕਸਟ ਟਾਈਮ ਉਸ 'ਤੇ ਜਦੋਂ ਜਿੰਦੇ ਹੋਣੇ ਆਏ, ਉਹਨਾਂ ਨੇ ਗੋਲੀਆਂ ਮਾਰ ਕੇ ਉਹਨਾਂ ਨੂੰ ਅਰੈਸਟ ਕਰ ਲਿਆ। ਇੱਦਾਂ ਜਾਣੀ ਕਿ ਉਹਨਾਂ ਨੇ ਇੱਕ ਬੇਟ ਪਾ ਕੇ ਜਿਹੜੇ ਅਸੀਂ ਉਸ ਬੇਟ ਨੂੰ ਲੈ ਲਿਆ, ਅਤੇ ਜਿੰਦਾ ਸੈਕਿੰਡ ਟਾਈਮ ਫੜਿਆ ਗਿਆ। ਥੋੜ੍ਹੀ ਬਾਅਦ 'ਚ ਮੁਲਾਕਾਤ ਹੋਈ ਜਦੋਂ ਫਾਂਸੀ ਤੋਂ ਪਹਿਲਾਂ ਜਿੰਦੇ ਹੋਰਾਂ ਨਾਲ? ਨਹੀਂ, ਉਹ ਤਾਂ ਪੋਸੀਬਲ ਹੁੰਦੀ। ਅਸੀਂ ਤਾਂ ਅੰਡਰਗਰਾਊਂਡ ਸੀ, ਸਾਡੀ ਮੁਲਾਕਾਤ ਤਾਂ ਹੋ ਨਹੀਂ ਸੀ ਸਕਦੀ। ਸੁਖਦੇਵ ਸਿੰਘ ਤਾਂ ਪਹਿਲਾਂ ਹੀ ਅਰੈਸਟ ਹੋ ਗਿਆ ਸੀ ਪੂਨੇ। ਹਰਜਿੰਦਰ ਸਿੰਘ ਹੋਇਆ 87 'ਚ, ਉਹ 86 'ਚ ਹੋ ਗਿਆ ਸੀ। ਇਹ ਪੂਨੇ ਹੀ ਰਹੇ, ਅਤੇ ਉੱਥੇ ਅਖੀਰ ਤੱਕ ਕੇ ਬਹੁਤ ਚੜ੍ਹਦੀ ਕਲਾ, ਫਾਂਸੀ ਉਡੀਕਦੇ ਰਹੇ। ਅਤੇ ਇਹਨਾਂ ਨੇ ਤਾਂ ਇੱਕ ਸਾਰੀ ਦੁਨੀਆ 'ਚ ਇਤਿਹਾਸ ਰਚਿਆ। ਫਾਂਸੀ ਜਾਣੀ ਕਿ ਹੱਸ ਕੇ ਅਤੇ ਜਕਾਰੇ ਲਾ ਕੇ ਅਤੇ ਬੜੀ ਖੁਸ਼ੀ ਨਾਲ ਗਏ। 96 'ਚ ਤੁਸੀਂ ਬਾਹਰ ਆਉਂਦੇ ਹੋ, 1996 'ਚ ਤੁਸੀਂ ਇੱਥੇ ਅਰੈਸਟ ਹੋ ਜਾਂਦੇ ਹੋਗੇ? ਹਾਂ, ਮੈਂ ਇੱਥੇ ਪੰਜਾਬ 'ਚ ਅਰੈਸਟ ਅਨੰਦਪੁਰ ਸਾਹਿਬ ਇੱਕ ਪਿੰਡ ਕੋਲ 96 ਅਪ੍ਰੈਲ 'ਚ ਹੋਇਆ। 97 'ਚ ਅਕਾਲੀ ਦਲ ਦੀ ਸਰਕਾਰ ਆ ਜਾਂਦੀ ਹੈ ਜੀ। ਅਕਾਲੀ ਦਲ ਦੀ ਸਰਕਾਰ 'ਚ 97 ਵਾਲੇ ਮੈਨੀਫੈਸਟੋ 'ਚ ਕਿਹਾ ਗਿਆ ਸੀ ਉਹਨਾਂ ਅਫਸਰਾਂ ਦਾ ਹਿਸਾਬ ਕਿਤਾਬ ਲਵਾਂਗੇ, ਅਫਰੀਕਾ ਵਰਗਾ ਟਰੁਥ ਕਮਿਸ਼ਨ ਵੀ ਬਣੂਗਾ। ਹਾਂ, ਹੋਇਆ ਸੀ ਸਾਰਾ ਕੁਛ ਲਿਖਿਆ ਗਿਆ ਇਹ। ਲਿਖਿਆ ਹੋਇਆ। ਤੁਹਾਨੂੰ ਕਦੇ ਇਹ ਲੀਡਰਸ਼ਿਪ ਨਾਲ ਤੁਸੀਂ ਕਦੇ ਇਨ ਟੱਚ ਰਹੇ ਹੋ? ਕਦੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੀ ਹੋਰ ਲੀਡਰਸ਼ਿਪ ਆ ਜਿਹੜੀ ਸੰਤਾਂ ਦੇ ਨਾਲ ਰਹਿੰਦਿਆਂ ਵੀ ਮੂਵਮੈਂਟ 'ਚ ਇੱਧਰ ਆ ਗਈ, ਅਕਾਲੀ ਦਲ ਦੇ ਨਾਲ ਆ ਗਈ, ਉਹਨਾਂ ਨੇ ਕਦੇ ਕਿਸੇ ਨੇ ਸਾਰ ਲਈ ਤੁਹਾਡੇ ਨਾਲ ਕੋਈ ਗੱਲ ਕੀਤੀ ਜਾਂ ਉਹਨਾਂ ਨੇ ਟਾਰਗੇਟ? ਸੰਘਰਸ਼ ਦੇਖੋ, ਸੰਘਰਸ਼ ਦੇ ਦੌਰਾਨ ਸਾਰੇ ਹੀ ਸਾਡੇ ਲਿੰਕ ਸੀ। ਕੀ ਕਾਂਗਰਸ, ਕੀ BJP, ਕੀ ਲੈਫਟ, ਕੀ ਅਕਾਲੀ ਦਲ, ਸਾਰਿਆਂ, ਕਿਉਂਕਿ ਅਸੀਂ ਇੱਕ ਤਾਕਤ ਸੀ, ਇੱਕ ਸਟੇਟ ਸੀ, ਇੱਕ ਅਸੀਂ ਸੀ। ਇਹਨਾਂ ਦੀ ਜ਼ਰੂਰੀ ਸੀ ਸਾਡੇ ਨਾਲ ਚੰਗੇ ਰਿਲੇਸ਼ਨ ਬਣਾ ਕੇ ਰੱਖਣ। ਸਾਡੇ ਸਾਰਿਆਂ ਨਾਲ ਇਹ ਲਿੰਕ ਸੀ।
ਜਿੰਨੇ ਵੱਡੇ ਵੱਡੇ ਬੰਦੇ ਆ ਜਿਹੜੇ ਚੀਫ ਮਿਨਿਸਟਰ ਵੀ ਬਣ ਗਏ, ਜੋ ਇਹ ਨਹੀਂ ਬੜੀ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ, ਐਵੇਂ ਛੋਟੀਆਂ ਗੱਲਾਂ, ਸਾਰੇ ਹੀ ਬੰਦੇ ਮੂਵਮੈਂਟ ਨਾਲ ਲਿੰਕ ਕਰਕੇ ਚੱਲਦੇ। ਕੋਈ ਬੰਦੇ ਸੀਗੇ ਜਿੱਦਾਂ ਬੇਅੰਤ ਸਿੰਘ ਵਰਗਾ ਜਿਹੜਾ ਡਾਇਰੈਕਟ, ਕੋਈ ਹੋਰ ਅਗੇਂਸਟ ਨਹੀਂ ਸੀ ਚੱਲਦਾ, ਤੇ ਮਦਦ ਵੀ ਕਰਦੇ ਸੀ, ਤੇ ਅਸੀਂ ਜ਼ਬਰਦਸਤੀ ਵੀ ਮਦਦ ਇਹਨਾਂ ਤੋਂ ਲੈ ਲੈਂਦੇ ਸੀ ਜਿਹੀ ਜਿਹੀ ਚਾਹੀਦੀ ਹੁੰਦੀ ਸੀ, ਇਹ ਕਦੀ ਨਾ ਨਹੀਂ ਸੀ ਕਰਦੇ। ਰਹੀ ਗੱਲ ਅਕਾਲੀਆਂ ਦੀ, ਅਕਾਲੀਆਂ ਦਾ ਆਫਟਰ 84 ਇਹਨਾਂ ਦੀ ਬਿਲਕੁਲ ਕ੍ਰੈਡੀਬਿਲਿਟੀ ਜ਼ੀਰੋ ਹੋ ਗਈ ਸੀ, ਜਦੋਂ ਇੱਕ ਪਾਸੇ ਸੰਤਾਂ ਨੇ ਇੱਕ ਬਹੁਤ ਵੱਡਾ ਸੰਘਰਸ਼, ਸ਼ਹਾਦਤ ਦੇ ਕੇ ਉੱਥੇ ਜਿੱਤ ਹਾਸਲ ਕੀਤੀ ਇਸ ਤਖਤ ਤੇ ਇਹਨਾਂ ਦੀ ਸੱਚਾਈ ਸਾਹਮਣੇ ਆ ਗਈ ਸੀ, ਸਾਰਿਆਂ ਦੀ ਡਿਸਕ੍ਰੈਡਿਟ ਹੋ ਗਏ ਸੀ, ਇਹਨਾਂ ਨੇ ਆਪਣੇ ਦਲ ਦੁਲ ਭੰਗ ਕਰ ਦਿੱਤੇ ਸੀ ਇਹਨਾਂ ਦਾ ਕੁਝ। ਇਸ ਕਰਕੇ ਇਹ ਤਾਂ ਸਾਰੇ ਸਾਡੇ ਕੋਲ ਆਉਂਦੇ ਸੀਗੇ, ਸਾਨੂੰ ਲੱਭਦੇ ਹੁੰਦੇ ਸੀ ਕਿ ਤੁਸੀਂ ਮਿਲ ਸਕਦੇ ਹੋ ਸਾਨੂੰ, ਪਰ ਅਸੀਂ ਮਿਲਦੇ ਨਹੀਂ ਹੁੰਦੇ ਸੀ, ਕਦੀ ਕਦੀ ਮਿਲ ਲੈਂਦੇ ਹੁੰਦੇ ਸੀ। ਇਹ ਜਿਹੜੇ ਇਹਨਾਂ ਦੇ ਸਭ ਤੋਂ ਵੱਡੇ ਨਾਮ ਆ, ਇਹ ਸਾਨੂੰ ਸਦਾ ਹੀ ਕਈ ਥਾਂ ਤੇ ਐਵਰੀ ਵੀਕ ਕੰਟੈਕਟ ਕਰਦੇ ਹੁੰਦੇ ਸੀ ਕਿ ਦੱਸੋ ਸਾਡੇ ਲਈ ਹੁਕਮ ਕੀ ਆ, ਜਿੱਥੇ ਪਤਾ ਕਿ ਸਾਡਾ ਲਿੰਕ ਆ ਟੈਲੀਫੋਨ ਤੇ ਜਾ ਕੇ ਹੁਕਮ ਦਾ ਪੁੱਛਦੇ ਹੁੰਦੇ ਸੀ ਕੀ ਕਰਨਾ, ਕਿਸੇ ਬੰਦੇ ਦੇ ਕੀ ਜਾਣਾ, ਐਨੀਥਿੰਗ, ਜਿੰਨੇ ਵੀ ਹੋ ਚੁੱਕੇ ਬਾਦਲ ਹੈ ਨਹੀਂ ਪਰ ਸਾਰੇ। ਤੇ ਮੈਂ ਕਦੀ ਕਿਸੇ ਨੂੰ ਮਿਲਿਆ ਨਹੀਂ, ਜਿਹੜੇ ਸਾਡੇ ਲੋਕਲ ਬੰਦੇ ਸੀ ਉਹ ਮਿਲਦੇ ਜੁਲਦੇ ਹੁੰਦੇ ਸੀ, ਸਾਡੇ ਚੰਗੇ ਰਿਲੇਸ਼ਨ। ਅਸੀਂ ਕਦੀ ਇਹ ਥੋੜ੍ਹਾ ਚਾਹਿਆ ਕਿ ਚਲੋ ਇਹਨਾਂ ਦੀ ਜਿਹੜੀ ਸੋਚ ਸਮਝ ਉਹ ਪਾਵਰ ਤੱਕ ਸੀ, ਪਾਵਰ ਫॉर ਪਾਵਰ ਸੀ ਕਿ ਚਲੋ ਫਿਰ ਵੀ ਜੋ ਇਹਨਾਂ ਦੇ ਪਹਿਲਾਂ ਇਹਨਾਂ ਨੇ ਗਲਤੀਆਂ ਕੀਤੀਆਂ, ਅਸੀਂ ਬਾਅਦ 'ਚ ਇਹਨਾਂ ਨੂੰ ਇੱਦਾਂ ਨਹੀਂ ਲਿਆ ਕਿ ਇਹਨਾਂ ਨੂੰ ਅਸੀਂ ਕਿ ਸਾਡੇ ਦੁਸ਼ਮਣ ਆ। ਜਿਹੜੇ ਬੰਦਿਆਂ ਨੇ ਦੁਸ਼ਮਣ ਦੀ ਕੋਸ਼ਿਸ਼ ਕੀਤੀ, ਸਟੇਟ ਨਾਲ ਰਲ ਕੇ ਫਿਰ ਸਰਕਾਰਾਂ ਬਣਾਉਣੀਆਂ, ਸਾਡੇ ਖਿਲਾਫ ਚੱਲਣ ਦੀ ਕੋਸ਼ਿਸ਼ ਕੀਤੀ, ਉਹਨਾਂ 'ਤੇ ਅਸੀਂ ਹਿੱਟ ਕੀਤਾ, ਜਾਂ ਜਿਹੜੇ ਸਾਡੇ ਖਿਲਾਫ ਆਪਣੇ ਸੁਭਾਅ ਪੱਖੋਂ ਜਾਂ ਆਪਣੀ ਕੰਡੀਸ਼ਨਲ ਪੱਖੋਂ ਬੋਲੇ, ਗਲਤ ਬੋਲੇ ਬਹੁਤ, ਉਹਨਾਂ 'ਤੇ ਅਟੈਕ ਹੋਏ। ਹੋਰ ਅਸੀਂ ਕਿਸੇ ਨੂੰ ਟੱਚ ਨਹੀਂ ਕੀਤੇ, ਤਾਂ ਸਾਡੀਆਂ ਠਹਿਰਾਂ ਸੀਗੀਆਂ ਸਾਰੀਆਂ। ਤੇ ਇਹ ਫਿਰ ਜਦੋਂ ਇਹ ਬਾਅਦ 'ਚ ਸਰਕਾਰਾਂ ਬਣਾ ਲੈਂਦੇ ਆ, ਜਦੋਂ ਇਹਨਾਂ ਨੂੰ ਸ਼ਿਓਰ ਹੋ ਗਿਆ ਕਿ ਹੁਣ ਮੂਵਮੈਂਟ ਗਨ ਸਾਇਲੈਂਟ ਹੋ ਗਈ ਆ, ਸਟੇਟ ਨੇ ਸਾਇਲੈਂਟ ਕਰ ਦਿੱਤੀ ਹੈ ਤੇ ਹੁਣ ਨਹੀਂ ਉੱਠਣੀ, ਤੇ ਫਿਰ ਜਦੋਂ ਇਹ ਦੁਬਾਰਾ ਪਾਵਰ 'ਚ ਆ ਗਏ ਤੇ ਆਪਣੇ ਦੁਬਾਰਾ ਰੰਗ 'ਚ ਆ ਗਏ, ਉਹੀ ਮੈਂ ਬਾਅਦ ਦੇ ਵਿੱਚ ਆਪਣੇ ਪਰਿਵਾਰਾਂ ਲਈ, ਨਿੱਜ ਲਈ, ਪਾਵਰ ਫॉर ਪਾਵਰ ਸੇਕ ਲਈ, ਇਸ ਤੋਂ ਬਾਅਦ ਕੁਛ ਨਹੀਂ, ਕੋਈ ਵਿਜ਼ਨ ਨਹੀਂ, ਕੋਈ ਪੰਥ ਨਹੀਂ, ਕੋਈ ਪੰਜਾਬ ਨਹੀਂ। ਫਿਰ ਤਾਂ ਇਹਨਾਂ ਨੂੰ ਹੋਰ ਵੀ ਹੋ ਗਿਆ ਕਿ ਹੁਣ ਤਾਂ ਸਾਰਾ ਕੁਝ ਉੱਠਣ ਜੋਗਾ ਹੀ ਨਹੀਂ ਰਿਹਾ, ਹੁਣ ਕਿਹਨੇ ਬੋਲਣਾ। ਫਿਰ ਤਾਂ ਇਹਨਾਂ ਨੇ ਪੰਜਾਬੀ ਪਾਰਟੀ ਵੀ ਬਣਾ ਦਿੱਤੀ, ਉਸ ਤੋਂ ਬਾਅਦ ਪਰਿਵਾਰ ਦੀ ਪਾਰਟੀ ਬਣਾ ਦਿੱਤੀ। ਇਸ ਸਰਕਾਰ ਤੁਸੀਂ ਅੰਦਰ ਵੀ ਰਹੇ, ਤੁਹਾਡੇ ਤੇ ਕਈ ਕੇਸ ਉਦੋਂ ਬਾਅਦ ਵੀ ਹੋਏ, ਡੇਰੇ ਨੂੰ ਲੈ ਕੇ, ਡੇਰੇ ਸਿਰਸੇ ਨੂੰ ਲੈ ਕੇ ਹੋਏ। ਉਦੋਂ ਜਦ ਜਿਹੜੀ ਇਹਨਾਂ ਦੀ ਸਰਕਾਰ ਬਣੀ ਆ, ਲੋਕਾਂ ਨੇ ਇਹਨਾਂ ਦੀ ਸਰਕਾਰ ਤਾਂ ਇਸੇ ਤਰੀਕੇ ਨਾਲ ਬਣਾਈ ਕਿ ਕੋਈ ਆਲਟਰਨੇਟਿਵ ਹੋਰ ਹੈ ਨਹੀਂ ਸੀਗਾ। ਜਦੋਂ ਕੋਈ ਦੇਖੋ ਆਲਟਰਨੇਟਿਵ ਨਹੀਂ ਕੋਈ ਹੋਇਆ ਜੋ ਰੀਅਲੀ ਪੰਥ ਤੇ ਪੰਜਾਬ ਵਾਲਾ ਹੁੰਦਾ ਤੇ ਲੋਕੀ ਉਹਨੂੰ ਕਰਦੇ, ਉਹ ਸੀਗਾ ਨਹੀਂ। ਨੀਅਰੈਸਟ ਕੌਣ ਹੋ ਸਕਦਾ ਉਦੋਂ? ਉਸ ਵੇਲੇ ਅਕਾਲੀ ਦਲ ਹੋ ਗਿਆ, ਉਹਨਾਂ ਨੂੰ ਕਰ ਦਿੱਤਾ। ਪਰ ਇਹਨਾਂ ਨੇ ਜਿਹੜੀਆਂ ਗੱਲਾਂ ਨਾ ਕਮਿਟ ਕਰਕੇ ਆਏ ਸੀ, ਜਿੱਦਾਂ ਅਫਸਰਾਂ ਤੇ ਕਾਰਵਾਈ ਜਾਂ ਸ਼ਹੀਦ ਸਿੰਘਾਂ ਦੀ ਜਾਂ ਹੋਰ ਸਪੈਰਵਾਈ ਸਾਰੀ, ਬੰਦੀ ਸਿੰਘਾਂ ਦੀ ਉਦੋਂ ਦੀਆਂ ਗੱਲਾਂ ਆ, ਤਾਂ ਇਹਨਾਂ ਨੇ ਉਹ ਸਾਰੀਆਂ ਹੀ ਵਿਸਾਰ ਦਿੱਤੀਆਂ। ਤੇ ਉਹ ਸਗੋਂ ਅਫਸਰ ਅੱਗੇ ਲਿਆਂਦੇ ਜਿਹੜੇ ਵਿੱਚ ਸ਼ਾਮਲ ਸੀ, ਆਲਮ ਵਰਗੇ, ਸੈਣੀ ਵਰਗੇ, ਫਿਰ ਉਹ ਬੰਦੇ ਜਿਨ੍ਹਾਂ ਦੇ ਪੁਲਿਸ ਤੇ ਕੇਸ ਚੱਲ ਰਹੇ ਸੀ ਵੀ ਉਹਨਾਂ ਨੂੰ ਇੱਕ ਟਰਸਟ ਬਣਾ ਕੇ ਉਹਨਾਂ ਨੇ ਫੰਡ ਦਿੱਤੇ, ਉਹਨਾਂ ਨੇ ਵਕੀਲ ਕੀਤੇ, ਉਹਨਾਂ ਨੂੰ ਜੇਲ੍ਹਾਂ 'ਚੋਂ ਰਿਹਾ ਕੀਤਾ। ਸਾਰੇ ਅਕਾਲੀਆਂ ਨੇ ਵੀ ਕੀਤਾ, ਕਾਂਗਰਸੀਆਂ ਨੇ ਵੀ ਕੀਤਾ, ਸਟੇਟ ਤਾਂ ਇੱਕੋ ਹੀ ਆ, ਇਹਨਾਂ ਦਾ ਕੋਈ ਡਿਫਰੈਂਸ ਨਹੀਂ। ਬੇਸਿਕਲੀ ਅਕਾਲੀ ਕਾਂਗਰਸ ਦਾ ਕੋਈ ਡਿਫਰੈਂਸ ਨਹੀਂ। ਜਿੱਥੇ ਸਿਕਿਉਰਿਟੀ ਦਾ ਹੋਮ ਦਾ ਮਿਨਿਸਟਰ, ਉੱਥੇ ਸਾਰਾ ਕੁਛ ਦਿੱਲੀ ਦਾ ਚੱਲਦਾ ਆ। ਇੱਥੇ ਜੋ ਕੁਛ ਚੱਲਦਾ ਹੋਮ ਮਿਨਿਸਟਰੀ ਦਾ ਚੱਲਦਾ ਆ, IB ਤੇ ਚੱਲਦਾ ਹੈ। IB ਆਪਣੇ ਪੈਟ IPS ਅਫਸਰਾਂ ਰਾਹੀਂ ਚੱਲਦੀ ਹੈ। ਬਾਕੀ ਇੱਥੇ ਪੁਲਿਸ ਉੱਦਾਂ ਹੀ ਆ। ਤੇ ਇੱਥੇ ਅਕਾਲੀ ਹੋਏ ਜਾਂ ਕਾਂਗਰਸੀ ਚੀਫ ਮਿਨਿਸਟਰੀ, ਕਿਸੇ ਦੀ ਸਿਕਿਉਰਿਟੀ ਦੇ ਮਸਲੇ 'ਚ ਕੋਈ ਹੈ ਨਹੀਂ, ਨਾ ਪਹਿਲਾਂ ਸੀ, ਨਾ ਹੋਣੇ, ਨਾ ਅੱਗੇ ਹੋਣੀ। ਇਹ ਰਿਐਲਿਟੀ ਹੈ। ਸਾਡੇ ਖਿਲਾਫ ਜੇ ਕੋਈ ਕੇਸ ਹੋਇਆ, ਇਹ ਨਹੀਂ ਕਿ ਇਹਨਾਂ ਨੇ ਪਾਇਆ, ਜਦੋਂ ਉੱਪਰੋਂ ਆਇਆ ਇਹਨਾਂ ਦੀ ਜ਼ਰੂਰਤ ਹੀ ਨਹੀਂ ਕਿ ਇਹ ਪੁੱਛ ਸਕਣ। ਇਹ ਰਿਐਲਿਟੀ ਹੈ। ਫਿਰ ਦੇਖੋ ਇਹਨਾਂ ਨੇ ਸਾਰਾ ਕੁਛ ਭੁੱਲ ਭੁਲਾ ਕੇ ਆਪਣੇ ਪਾਵਰ ਲਈ ਸਾਰਾ ਕੁਛ ਸੈਂਟਰਲਾਈਜੇਸ਼ਨ ਵਾਲਾ ਉਹਨਾਂ ਨਾਲ ਲਿਆਂਦਾ। ਕੋਈ ਬੰਦੀ ਸਿੰਘ ਵਾਲੀ ਗੱਲ ਨਹੀਂ ਹੋਈ, ਕੋਈ ਜਾਣੀ ਕਿ ਉਹਨਾਂ ਬੰਦਿਆਂ ਦੇ ਕਮਿਸ਼ਨ ਨਹੀਂ। ਜਿਹੜਾ ਇੱਕ ਲੋਕਾਂ ਨੇ ਇੱਕ ਪੀਪਲਸ ਕਮਿਸ਼ਨ ਬਣਾਇਆ ਸੀ, ਉਹਨਾਂ ਖਿਲਾਫ ਵੀ ਆਪ ਹੀ ਇੱਕ ਮਾਹੌਲ ਬਣਾ ਕੇ ਉਹਨੂੰ ਬੰਦ ਕਰਾਇਆ। ਪੁਲਿਸ ਵਾਲਿਆਂ ਦੀ ਆਪ ਮਦਦ ਕੀਤੀ। ਤੁਸੀਂ ਕਹਿੰਦੇ ਜਦੋਂ ਤੁਹਾਡੇ ਹੱਥਾਂ 'ਚ ਹਥਿਆਰ ਸੀ, ਇਹ ਸਾਰੇ
ਤੁਹਾਨੂੰ ਪੁੱਛਦੇ ਸੀ ਕੀ ਹੁਕਮ ਆ ਸਾਡੇ ਲਈ। ਭੋਗਾਂ ਤੇ ਜਾਂਦੇ ਸੀ, ਜੇਲ੍ਹਾਂ 'ਚ ਬੰਦਿਆਂ ਨੂੰ ਛੁਡਾ ਕੇ ਤੁਹਾਨੂੰ ਲਿਆਉਂਦੇ ਪੁੱਛਦੇ ਸੀ ਸੀ। ਕੀ ਹੁਕਮ ਆ। ਜਦੋਂ ਇਹ ਸੱਤਾ 'ਚ ਆਏ, ਤੁਸੀਂ ਕਦੇ ਇਹਨਾਂ ਨੂੰ ਐਜ਼ ਏ ਹਿਊਮਨ ਬੀਇੰਗ, ਐਜ਼ ਏ ਸਿੱਖ, ਕਦੇ ਇਹਨਾਂ ਨੂੰ ਸੰਪਰਕ ਨਹੀਂ ਕੀਤਾ ਕਿ ਆਹ ਕੰਮ ਨੇ ਜਿਹੜੇ ਤੁਸੀਂ ਕਹਿੰਦੇ ਸੀ ਹੋਣ ਵਾਲੇ ਨੇ, ਜਾਂ ਆਹ ਤੁਸੀਂ ਸਾਡੇ ਖਿਲਾਫ ਹੀ ਕੀ ਚੱਲ ਪਏ? ਕੋਈ ਸੁਨੇਹਾ ਲਾਇਆ ਕਦੇ ਇਹਨਾਂ ਨੂੰ? ਨਹੀਂ, ਅਸੀਂ ਤਾਂ ਨਹੀਂ ਲਾਇਆ। ਸਾਡੇ ਹਮਦਰਦ ਬੰਦੇ, ਸਿੰਪਥਾਈਜ਼ਰ ਨੇ ਲਾਇਆ ਸਾਡੇ ਵੱਲੋਂ ਕਿ ਭਾਈ ਹੈ ਨਾ ਤੁਸੀਂ ਕੀ ਕਰਦੇ ਹੋ। ਪਰ ਸਾਨੂੰ, ਅਸੀਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ, ਇਸ ਪੋਲੀਟੀਕਲ ਕਲਾਸ ਨੂੰ, ਇਸ ਪੋਲੀਟੀਕਲ ਕਰੈਕਟਰ ਨੂੰ, ਹੈ ਨਾ, ਜਿਹੜਾ ਇਸ ਤਰੀਕੇ ਨਾਲ ਸਾਨੂੰ ਪਤਾ ਕਿ ਇਹਨਾਂ ਨੂੰ ਪਤਾ ਕਿ ਹੁਣ ਗੱਲ ਨਹੀਂ ਚੱਲ ਰਹੀ, ਤਾਂ ਇਹਨਾਂ ਨੇ ਵੱਡੀ ਜਿਹੜੀ ਪਾਵਰ ਆ ਉਹਨਾਂ ਨਾਲ ਨਹੀਂ ਖੜਨਾ ਅਤੇ ਪਾਵਰ ਇੰਜੋਏ ਕਰਨੀ ਆ, ਅਤੇ ਇਹਨਾਂ ਦਾ ਹੋਰ ਕੋਈ ਮਕਸਦ ਨਹੀਂ ਹੈਗਾ। ਅਤੇ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਕਿ ਬਾਦਲ ਦਾ ਕੀ ਸਿਚੁਏਸ਼ਨ, ਜਦੋਂ ਹੁਣ ਇਹ ਫਸਟ ਟਾਈਮ ਆਇਆ ਪਾਵਰ 'ਚ, ਜਿਵੇਂ ਕੁਲਦੀਪ ਸਿੰਘ ਵਡਾਲਾ ਸੀਗੇ, ਦੁਆਬੇ ਦੇ ਬੜੇ ਮੇਨ ਲੀਡਰ ਸੀਗੇ, ਇਹਨੇ ਬਾਦਲ ਦੇ ਕੱਦ ਦੇ ਸੀਗੇ, ਹੈ ਨਾ। ਉਹ ਜਿਹੜਾ ਸਾਡਾ ਬੈਂਕ ਵਾਲਾ ਕੇਸ ਆ, ਉਹਦੇ ਵਿੱਚ ਜਿਹੜੇ ਬਜ਼ੁਰਗ ਸੀ 7-8 ਬੰਦੇ, ਉਹ ਅਕਾਲੀ ਦਲ ਦੇ ਟਕਸਾਲੀ ਜਥੇਦਾਰ ਸੀ। ਉਹਨਾਂ 'ਚ ਵਿੱਚੋਂ 3-4 ਟਕਸਾਲ ਦੇ ਅਕਾਲੀ ਦਲ ਸੀ, ਉਹ ਕੋਈ 80 ਤੋਂ ਵੱਧ ਸੀ। ਵਡਾਲਾ ਸਾਹਿਬ ਤੋਂ ਵੀ ਸੀਨੀਅਰ ਬੰਦੇ ਸੀ, ਉਹਨਾਂ ਦੇ ਨਾਲ ਦੇ ਬੰਦੇ ਸੀ। ਉਹ ਜਦੋਂ ਬਾਦਲ ਦੀ ਸਰਕਾਰ ਆਈ, ਉਹਨਾਂ 9-10 ਬੰਦਿਆਂ ਨੇ ਕਿਹਾ, ਜਿਨ੍ਹਾਂ 'ਤੇ ਕੇਸ ਚੱਲਦਾ ਸੀ, ਤਰੀਕ ਭੁਗਤਣੀ ਪੈਂਦੀ ਸੀ ਬੈਂਕ ਵਾਲੀ, ਉਹ ਇਨਵੋਲਵ ਤਾਂ ਹੈ ਨਹੀਂ ਸੀ, ਉਹ ਠਹਿਰਾਂ ਸੀ ਸਾਡੀਆਂ, ਉਹ CBI ਨੇ ਉਹਨਾਂ ਨੂੰ ਵਿੱਚ ਪਾ ਦਿੱਤਾ। ਜਿੱਦਾਂ ਸਰਦਾਰ ਆਸਾ ਸਿੰਘ ਸੀ, ਜਿੱਦਾਂ ਹੋਰ ਬੜੇ ਸਿੰਘ ਸੀ, ਹੈ ਨਾ, ਜਿਹੜੇ ਬਜ਼ੁਰਗ ਬੰਦੇ ਸੀ ਜਿਹੜੀ ਅਕਾਲੀ, ਉਹਨਾਂ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਕਿਹਾ ਕਿ ਹੁਣ ਤਾਂ ਸਰਕਾਰ ਬਣੀ ਆ, ਅਸੀਂ ਜਿਹੜੇ ਅਸਲ ਟਕਸਾਲੀ ਬੰਦੇ ਹਾਂ, ਸਦਾ ਹਰੇਕ ਮੋਰਚੇ 'ਚ ਰਹੇ ਹਾਂ, ਤੁਸੀਂ ਆਹ ਸਾਡੇ ਵਾਲਾ ਕੇਸ ਤਾਂ ਕਰਾਓ। ਉਹ ਕਹਿੰਦੇ ਠੀਕ ਹੈ, ਆਪਾਂ ਚੱਲਦੇ ਹਾਂ, ਇਹ ਤਾਂ ਕਰਨਾ ਚਾਹੀਦਾ ਉਹਨਾਂ ਨੂੰ। ਉਹ ਵੀ ਵਿਚਾਰੇ ਇਸ ਤਰ੍ਹਾਂ ਹੀ ਸੋਚਦੇ ਸੀਗੇ। ਉਹ ਇਹਨਾਂ ਸਾਰਿਆਂ ਨੂੰ ਲੈ ਕੇ ਬਾਦਲ ਨੂੰ ਕਿਹਾ, ਤਾਂ ਬਾਦਲ ਦੇ ਉੱਥੇ ਚੰਡੀਗੜ੍ਹ ਚਲੇ, ਅਤੇ ਬਾਦਲ ਸਵੇਰ ਤੋਂ ਬੁਲਾਇਆ, ਸ਼ਾਮ ਤੱਕ ਮਿਲਿਆ ਨਹੀਂ। ਆਮ ਜਿਹੜੀ ਲੋਕੈਲਿਟੀ ਆ, ਪਹਿਲਾਂ ਉਹ ਸਭ ਤੋਂ ਸੀਨੀਅਰ ਬੰਦਾ, ਉਹਨੂੰ ਅੰਦਰ ਵੀ ਨਹੀਂ ਬੁਲਾਇਆ, ਉਹਨਾਂ 'ਚ ਹੀ ਬਿਠਾਈ ਰੱਖਿਆ, ਰੋਟੀ ਵੀ ਨਹੀਂ ਪੁੱਛੀ। ਉਹ ਰੋਟੀ ਵੀ ਉਹਨਾਂ ਨੇ ਆਪ ਮੰਗਾ ਕੇ ਖਾਧੀ। ਸ਼ਾਮ ਨੂੰ ਜਦੋਂ ਜਾਣ ਲੱਗੇ, ਉਹਨੂੰ ਇਕੱਲੇ ਨੂੰ ਬੁਲਾਇਆ ਅਤੇ ਉਹਨੂੰ ਕਿਹਾ ਕਿ ਵਡਾਲਾ ਸਾਹਿਬ, ਉਹ ਗੱਲਾਂ ਗਈਆਂ ਅੱਗੇ ਤੋਂ, ਇਹ ਸਿੰਘਾਂ ਵਾਲਾ ਮਸਲਾ, ਬੰਦੀ ਸਿੰਘਾਂ ਵਾਲਾ, ਪੰਥ ਵਾਲਾ ਮਸਲਾ, ਇਹ ਸਿਕਿਉਰਿਟੀ ਨਾਲ ਕੋਈ ਸੰਬੰਧਿਤ ਮਸਲਾ, ਇਹਦੇ ਬਾਰੇ ਕਦੀ ਗੱਲ ਨਹੀਂ ਕਰਨੀ। ਜੇ ਪਾਵਰ ਕਰਨੀ ਹੈ ਤਾਂ ਪਾਵਰ ਸ਼ੇਅਰ ਕਰਨੀ, ਇਹ ਮੇਰੇ ਵੱਸ ਦੀ ਗੱਲ ਨਹੀਂ, ਤਾਂ ਨਾ ਮੈਂ ਕਰਨਾ। ਜੇ ਤੁਸੀਂ ਕਰੋਗੇ ਤਾਂ ਤੁਸੀਂ ਸਾਡੇ ਤੋਂ ਦੂਰ ਹੋ ਜਾਓਗੇ। ਉਹਨੇ ਫਿਰ ਇੱਦਾਂ ਹੀ ਆ ਕੇ, ਉਹ ਔਨੈਸਟ ਬੰਦਾ ਸੀ, ਇੱਦਾਂ ਹੀ ਦੱਸਦਾ, ਕਹਿੰਦਾ ਆਹ ਜਿਨ੍ਹਾਂ ਦਾ ਬੇਟਾ ਵੀ ਹੁਣ ਅਕਾਲੀ ਦਲ 'ਚ, ਹਾਂ, ਫਿਰ ਉਹਨੇ ਆ ਕੇ ਕਿ ਆਹ ਗੱਲ ਆ ਕਿ ਇਹ ਨਹੀਂ ਕਰ ਸਕਦੇ। ਫਿਰ ਤੁਸੀਂ ਦੇਖੋ ਕਿ ਜਦੋਂ ਇਹ ਬਾਦਲ ਉੱਥੇ ਗਿਆ, ਦਰਬਾਰ ਸਾਹਿਬ ਮੱਥਾ ਟੇਕਣ ਗਿਆ, ਇੱਕ ਸਿੰਘ ਦਾ ਜਿਹਦਾ ਮੁੰਡਾ ਡਿਸਪੀਅਰੈਂਸ ਹੋ ਗਿਆ ਸੀ, ਮੈਨੂੰ ਨਾਂ ਨਹੀਂ ਹੈ ਯਾਦ, ਉਹਦਾ ਪਿਤਾ ਜੀ ਨੇ ਉੱਥੇ, ਉਹ ਸੋਚਦੇ ਸੀ ਕਿ ਹੁਣ ਇਨਸਾਫ ਮਿਲੇਗਾ। ਉਹਨਾਂ ਦਾ ਸ਼ਾਇਦ ਕੇਸ ਚੱਲ ਰਿਹਾ ਸੀ CBI। ਉਹਨਾਂ ਨੇ ਦਰਬਾਰ ਸਾਹਿਬ, ਉਸ ਜਿੱਥੇ ਆਪਾਂ ਰਾਹ ਜਾਂਦਾ ਆ ਦਰਸ਼ਨੀ ਡਿਊਟੀ ਦਰਬਾਰ, ਉਹਦੇ ਵਿੱਚ ਖੜ੍ਹ ਕੇ ਉਹਨਾਂ ਨੇ ਸੁਸਾਈਡ ਕੀਤੀ। ਹਾਂ, ਜ਼ਹਿਰ ਖਾਧੀ, ਅਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਕਰਕੇ ਕੀਤੀ। ਉਹ ਇਹਨਾਂ ਨੇ ਗੱਲ ਹੀ ਦੁਬਾਰਾ ਹੀ, ਜਦੋਂ ਇਹ ਦਰਬਾਰ ਸਾਹਿਬ ਆਇਆ। ਇਸ ਕਰਕੇ ਇਹ ਜਿਹੜੇ ਪਾਵਰ ਵਾਲਾ ਜਿਹੜਾ ਇਹ ਨਸਲ ਆ ਕਿ ਨਹੀਂ, ਕਿਸੇ ਵੀ ਪਾਰਟੀ ਦੀ ਇਹਨਾਂ ਦੀ ਚਮੜੀ ਬਹੁਤ ਮੋਟੀ ਹੁੰਦੀ ਹੈ, ਇਹਨਾਂ 'ਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਹੈ। ਮਾਇਆ ਇਸ ਤਰੀਕੇ ਨਾਲ ਮਨਮੁਖਤਾ ਬਣੀ ਹੁੰਦੀ ਹੈ, ਢੀਠ ਹੋ ਗਏ ਹੁੰਦੇ ਆ, ਬੇਸ਼ਰਮ। ਫਿਰ ਸਟੇਟ ਪਾਵਰ ਹੁੰਦੀ, ਜਿੰਨਾ ਸਟੇਟ ਚਾਹੁੰਦਾ ਉੱਦਾਂ ਹੀ ਕਰਦੀ। ਜਿਹੜੇ ਕੋਈ ਸੈਂਸਿਟਿਵ ਤਾਂ ਸੈਂਸੀਬਲ ਬੰਦੇ ਹੁੰਦੇ ਆ, ਉਹਨਾਂ ਦਾ ਇੱਕ ਨਿੱਜੀ ਪੱਖ ਹੁੰਦਾ ਆ, ਪਰ ਪਾਵਰ ਕਰਕੇ ਉਹ ਵੀ ਉਹਨਾਂ ਨਾਲ ਰਹਿੰਦੇ ਆ। ਫਿਰ ਉਹਨਾਂ ਨੂੰ ਵੀ ਅਸੀਂ ਕੀ ਕਹਿ ਸਕਦੇ ਹੁੰਦੇ ਕਿ ਉਹਨਾਂ ਨੂੰ ਵੀ ਪਾਵਰ 'ਚ ਵੀ ਰਹਿਣਾ ਹੁੰਦਾ ਹੈ, ਉੱਦਾਂ ਤੁਹਾਡੇ ਨਾਲ ਸਿੰਪਥਾਈਜ਼ਰ ਵੀ ਹੁੰਦੇ ਆ। ਇਸ ਕਰਕੇ ਹੁਣ ਵੀ ਤੁਸੀਂ ਦੇਖੋਗੇ ਨਹੀਂ, ਹੁਣ ਪੰਥ 'ਚੋਂ ਬਿਲਕੁਲ ਦੂਰ ਚਲੇ ਗਏ ਹਨ। ਇਸ ਇਲੈਕਸ਼ਨ 'ਚ ਪੰਥ ਨੇ ਜੋ ਵੀ ਸਥਾਪਤੀ ਸੀਗੀ, ਕੀ ਅਕਾਲੀ ਦਲ, ਕੀ ਕਾਂਗਰਸ, ਐਵਰੀਬਡੀ, ਜਿਹੜੇ ਸਟੇਟਸ ਕੋ ਵਾਲੇ ਸੀ, ਸਥਾਪਤੀ ਪਾਵਰ ਵਾਲੇ, ਅਸਲ ਰਿਐਲਿਟੀ ਹੈ ਕਿ ਉਹਨਾਂ ਨੂੰ ਲਾਇਆ ਆ, ਉਹਨਾਂ ਨੂੰ ਹਰਾਇਆ ਹੈ, ਕਿਸੇ ਹੋਰ ਨੂੰ ਜਿਤਾਇਆ ਨਹੀਂ। ਉਹਨਾਂ ਨੂੰ ਹਰਾਉਣ ਕਰਕੇ ਕਿਹੜਾ ਜਿਤਾ ਸਕਦਾ, ਉਹਨੂੰ ਜਿਤਾ ਦਿੱਤਾ। ਵੋਟ ਇਸ ਕਰਕੇ ਪਈ ਕਿ ਉਹਨਾਂ ਨੂੰ ਹਰਾਉਣਾ। ਤੇ ਹੁਣ ਇਹ ਕਿੱਥੇ ਆ ਕੇ ਖੜ ਗਏ ਨੇ, ਕੀ ਗੱਲਾਂ। ਹਾਲੇ ਵੀ ਇਹਨਾਂ ਦੇ ਥੱਲੋਂ ਇਹ ਆ ਗਈ ਗੱਲ ਕਿ ਇਹ ਲੀਡਰਸ਼ਿਪ ਬਦਲਣੀ ਚਾਹੀਦੀ ਆ, ਵੱਡੇ ਡਿਸੀਜਨ, ਪਰ ਉਹ ਹੋ ਨਹੀਂ ਰਿਹਾ।
ਕਿ ਉਹ ਕਿਉਂਕਿ ਅੰਦਰ ਜਿਹੜੇ ਆ ਕਿ ਨਹੀਂ, ਅੰਦਰ ਬਹੁਤ ਜ਼ਿਆਦਾ ਭਾਰੇ ਹੋਏ ਆ। ਕੋਈ ਜਿਹੜੀ ਗੱਲ ਹੁੰਦੀ ਆ ਮੁਆਫੀ ਵਾਲੀ ਗੱਲ, ਪਛਤਾਪ ਵਾਲੀ ਗੱਲ ਕਿ ਮੇਰੇ ਤੋਂ ਇਹ ਗਲਤੀਆਂ ਹੋਈਆਂ, ਬੰਦੇ ਤੋਂ ਹੋ ਜਾਂਦੀਆਂ, ਜਾਂ ਉੱਥੇ ਖੜਾ ਕਰਨਾ, ਉਹ ਇਹ ਗੁਰੂ ਇਹੋ ਜਿਹਾ ਨੂੰ ਬਖਸ਼ਿਸ਼ ਵੀ ਨਹੀਂ ਕਰਦਾ। ਉਹ ਵੀ ਬੰਦੇ ਲਈ ਉਹਦੇ ਲਈ ਇੱਕ ਕਰੈਕਟਰ ਚਾਹੀਦਾ ਹੁੰਦਾ। ਪਾਕਿਸਤਾਨ ਦੀ ਬਹੁਤ ਜ਼ਿਆਦਾ ਚਰਚਾ ਹੁੰਦੀ ਹੈ ਕਿਉਂਕਿ ਪਾਕਿਸਤਾਨ ਨਾਲ ਲੱਗਦਾ ਗਾ। ਇੱਕ ਹੈ, ਬਹੁਤ ਸਾਰੇ ਲੋਕ ਜਾਂ ਸਰਕਾਰ ਵੀ ਲਗਾਤਾਰ ਕਹਿੰਦੇ ਕਿ ਪਾਕਿਸਤਾਨ ਇੱਥੇ ਮਾਹੌਲ ਖਰਾਬ ਕਰਦਾ, ਪਾਕਿਸਤਾਨ ਇਹ ਕਰਦਾ। ਤੁਸੀਂ ਪਾਕਿਸਤਾਨ 'ਚ ਰਹੇ ਵੀ ਹੋ। ਪਾਕਿਸਤਾਨ ਮਾਹੌਲ ਖਰਾਬ ਕਰਨ ਲਈ ਇਹ ਕਰਦਾ ਕਿਉਂਕਿ ਲੋਕ ਕਹਿੰਦੇ ਆ ਪਾਕਿਸਤਾਨ ਕਿਉਂ ਖਾਲਿਸਤਾਨ ਚਾਹੇਗਾ, ਕੱਲ੍ਹ ਨੂੰ ਸਿੱਖ ਤਾਂ ਲਾਹੌਰ ਨੂੰ ਕਲੇਮ ਕਰ ਦੇਣਗੇ ਆਪਣੀ ਰਾਜਧਾਨੀ। ਤਾਂ ਪਾਕਿਸਤਾਨ ਵਰਤਦਾ ਹੀ ਸੀਗਾ। ਪਾਕਿਸਤਾਨ ਨੇ ਕਦੇ ਕੋਈ ਮਦਦ ਵੀ ਕੀਤੀ। ਕਿਹਾ ਜਾਂਦਾ ਜਿੰਦੇ ਵਰਗੇ ਗਏ, ਉਹਨਾਂ ਨੂੰ ਇੱਕ ਪਿਸਤੌਲ ਹੀ ਫੜਾਤੀ। ਇਹ ਨਿਰਮਲ ਸਿੰਘ ਦੱਸਦੇ ਨੇ ਕਿ ਉੱਥੋਂ ਉਹਨਾਂ ਨੂੰ ਗਾਲਾਂ ਕੱਢ ਕੇ ਮੁੜ ਕੇ ਆਏ ਸੀ। ਦੇਖੋ ਸਾਡਾ ਸਿੱਖਾਂ ਦਾ ਪੰਥ ਦਾ ਮਸਲਾ ਹੈ, ਨਿਰੋਲ ਸਿੱਖਾਂ ਦਾ। ਇਹ ਸਾਡੇ ਆਪਣੀ ਜਾਣੀ ਕਿ ਐਵੋਲੂਸ਼ਨ ਆ। ਇਹ ਕਿਸੇ ਨਾ ਤਾਂ ਕਹੀਏ ਕਿ ਇਸ ਤਖਤ ਕਰਕੇ ਆ ਜਾਂ ਕਿਸੇ ਹੋਰ ਕਰਕੇ, ਉਹ ਤਾਂ ਕੁਦਰਤੀ ਐਕਟਰ ਆ ਇਸ ਟਾਈਮ ਸਪੇਸ ਦੇ ਇੱਕ ਗਿਵਨ ਕਾਰਨ ਦੇ ਵਿੱਚ, ਹੋਰ ਕੁਛ ਨਹੀਂ ਗਾ। ਪਾਕਿਸਤਾਨ ਵੀ ਇਸ ਤਰ੍ਹਾਂ ਹੀ ਆ। ਪਾਕਿਸਤਾਨ ਦਾ ਜਿੱਦਾਂ ਵੀ ਪਾਕਿਸਤਾਨ ਦਾ ਰੋਲ ਆ, ਇਸ ਤਰ੍ਹਾਂ ਦਾ ਤਾਂ ਕੋਈ ਗੱਲ ਨਹੀਂ ਗੀ। ਉਸ ਵੇਲੇ ਤਾਂ ਜਾਣੀ ਕਿ ਪੰਥ ਨੇ ਜੋ ਖਾਲਸਾ ਪੰਥ ਦਾ ਅੱਗੇ ਦਾ ਰਾਹ ਸੀ, ਜਿਹੜਾ ਇਨਸਾਫ ਦਾ, ਅਮਲ ਦਾ, ਖਾਲਸਾ ਰਾਜ ਦਾ, ਸਾਰਿਆਂ ਨੂੰ ਇੱਕ ਉਹੋ ਜਿਹਾ ਰਾਜ ਬਣਾਉਣਾ, ਉਹੋ ਜਿਹਾ ਸਟੇਟ ਬਣਾਉਣਾ, ਉਹ ਰਾਹ ਉੱਥੇ ਰੁਕਿਆ ਸੀ। ਉਹ ਜੰਗ ਤੇ ਸ਼ਹਾਦਤਾਂ ਨਾਲ ਹੋਣਾ ਸੀ ਤੇ ਉਹ ਹੋਇਆ। ਇਹ 'ਚ ਕਿਸੇ ਪਾਕਿਸਤਾਨ ਦੀ ਜਾਂ ਕਿਸੇ ਦਾ ਵੀ ਕੋਈ ਰੋਲ ਨਹੀਂ ਗਾ। ਉਹ ਕੁਦਰਤੀ ਉਹ ਇੱਕ ਹਮਸਾਏ ਆ, ਆਪਸ ਵਿੱਚ ਦੁਸ਼ਮਣ ਆ, ਉਸ ਹਿਸਾਬ ਨਾਲ ਉਹ ਇੱਕ ਦੂਜੇ ਨਾਲ ਵਿਚਰ ਰਹੇ। ਉਹਨਾਂ ਦੇ ਦੁਸ਼ਮਣ ਦਾ ਉਹਨਾਂ ਨੇ ਹੈਲਪ ਕਰਨੀ ਆ। ਫਿਰ ਪਾਕਿਸਤਾਨ ਦੇ ਇੱਕ ਸਟੇਟ ਦੀ ਲਹਿਦਾ ਗੱਲ ਹੈ, ਜਿਹੜੇ ਉੱਥੋਂ ਦੇ ਲੋਕ ਆ ਉਹ ਆਪਣੇ ਲੋਕ ਆ, ਉਹ ਸਾਡੇ ਵਿੱਚੋਂ ਹੀ ਆ। ਪੰਜਾਬ ਦੇ ਸਾਡੇ ਆਪਣੇ ਲੋਕਾਂ ਦਾ ਤੇ ਉੱਧਰਲੇ ਪੰਜਾਬ ਦਾ ਕਲਚਰ ਸਭ ਤੋਂ ਜ਼ਿਆਦਾ ਮਿਲਦਾ ਆ ਹੋਰ ਕਿਸੇ ਨਾਲੋਂ ਦੁਨੀਆ 'ਚ। ਉੱਥੋਂ ਦੇ ਜਾਣੀ ਕਿ ਜਿਹੜੇ ਉਹ ਹਮਦਰਦੀ ਸੀ ਉਹਨਾਂ ਨੂੰ, ਹੁਣ ਵੀ ਹਮਦਰਦੀ ਹੈ। ਹੋਰ ਵੀ ਬਹੁਤ ਇੰਡੀਆ 'ਚ ਲੋਕ ਆ ਜਿਨ੍ਹਾਂ ਨੂੰ ਸਾਡੇ ਨਾਲ ਹਮਦਰਦੀ ਆ, ਜਿੰਨੇ ਅਪਰੈਸਡ ਲੋਕ ਆ, ਜਿੰਨੇ ਹੋਰ ਜਿਹੜੇ ਭਾਈਚਾਰੇ ਲੜ ਰਹੇ ਆ, ਇਸ ਤਰ੍ਹਾਂ ਹੀ ਉਹ ਆ। ਇਹ ਕਹੀਏ ਕਿ ਉਹਨਾਂ ਨੇ ਕਰਾਇਆ ਇੱਕ, ਜਾਂ ਕਈ ਇੱਥੋਂ ਤੱਕ ਵੀ ਕਹਿੰਦੇ CIA ਦੇ ਕੀਤਾ, ਜਾਂ ਉਹ ਐਵੇਂ ਜਾਣੀ ਕਿ ਫਜ਼ੂਲ ਗੱਲਾਂ, ਐਵੇਂ ਹਵਾਈ ਗੱਲਾਂ ਮਾਰੀ ਜਾਂਦੀਆਂ। ਰਿਐਲਿਟੀ ਤਾਂ ਇਹ ਹੈ ਕਿ ਬਿਲਕੁਲ ਹੀ ਨੈਚੁਰਲ, ਕੁਦਰਤੀ, ਸੈਲਫ ਸਵੈ ਵਾਲਾ ਫਨੋਮਨਾ ਹੈ। ਕਿਸੇ ਦੇ ਕੰਟਰੋਲ 'ਚ ਆਉਣ ਵਾਲਾ ਥੋੜ੍ਹਾ, ਇਹ ਤਾਂ ਆਪਣੀ ਸਾਰੀ ਡਾਇਨਾਮਿਕਸ ਆ। ਇਹਦਾ ਸੱਚੇ ਹੀ ਆਪਣਾ ਹੈ, ਹੋਰ ਸੱਚ ਇਹਦੇ ਅਨੁਸਾਰ ਚੱਲਣੇ ਆ। ਇਹ ਕਿਸੇ ਅਨੁਸਾਰ ਕਿਵੇਂ ਚੱਲ ਸਕਦਾ ਹੈ? ਉਹ ਤਾਂ ਪਾਰਟ ਨੇ। ਤੁਹਾਨੂੰ ਲੱਗਦਾ ਮੂਵਮੈਂਟ ਤੋਂ ਕੋਈ ਗਲਤੀਆਂ ਹੋਈਆਂ, ਤੁਹਾਨੂੰ ਖੁਦ ਨੂੰ ਕੋਈ ਰੈਗਰੈਟ ਹੈ ਕਿ ਬੇਕਸੂਰ ਲੋਕ ਵੀ ਤੁਹਾਡੇ ਤੋਂ ਮਾਰੇ ਗਏ, ਕੋਈ ਬੇਕਸੂਰ ਲੋਕ ਮਾਰੇ ਗਏ? ਖਾਸ ਤੌਰ ਤੇ ਬੇਕਸੂਰ ਹਿੰਦੂਆਂ ਦੀ ਗੱਲ ਹੁੰਦੀ ਹੈ। ਹਾਂ, ਦੇਖੋ ਜਦੋਂ ਜੰਗ ਹੁੰਦਾ ਆ, ਰਣ ਤੱਤੇ ਵਿੱਚ ਗੋਲੀ ਚੱਲਦੀ ਆ, ਉਹਦੇ ਅਸੂਲ ਹੀ ਡਿਫਰੈਂਟ ਹੁੰਦੇ ਆ। ਕਿਸੇ ਦਾ ਕੋਈ ਵੱਸ ਨਹੀਂ ਹੁੰਦਾ, ਜਿੰਨਾ ਮਰਜ਼ੀ ਤੁਸੀਂ ਸੰਜਮ ਨੇਮ 'ਚ ਚੱਲੋ, ਬਹੁਤ ਕੁਛ ਇਹੋ ਜਿਹਾ ਹੋ ਜਾਂਦਾ ਜਿਹੜਾ ਤੁਸੀਂ ਚਾਹੁੰਦੇ ਨਹੀਂ ਹੁੰਦੇ। ਉਹ ਸਮੇਂ ਦਾ ਹੀ ਸੱਚ ਹੁੰਦਾ, ਉਹਦੀਆਂ ਆਪਣੀਆਂ ਗਲਤੀਆਂ ਹੁੰਦੀਆਂ। ਜਦੋਂ ਹੁਣ ਕ੍ਰਾਸ ਫਾਇਰਿੰਗ ਲੈ ਲਓ, ਸਾਡੇ ਕਈ ਕ੍ਰਾਸ ਫਾਇਰਿੰਗ 'ਚ ਬੰਦੇ ਮਾਰੇ ਗਏ, ਜਾਂ ਇਸ ਤਰ੍ਹਾਂ ਕਈ ਹੁਣ ਸਾਡੇ ਕਾਰਨ ਕਈ ਘਰ ਹੀ ਤਬਾਹ ਹੋ ਗਏ। ਉੱਥੇ ਮੁਕਾਬਲਾ ਹੋਇਆ ਤੇ ਉਹਨਾਂ ਦਾ ਤਾਂ ਕੋਈ ਲੈਣਾ ਦੇਣਾ ਵੀ ਨਹੀਂ ਸੀ। ਮੁਕਾਬਲਾ ਹੋਇਆ, ਪੁਲਿਸ ਵਾਲੇ ਨੇ ਸਾਰਾ ਪਰਿਵਾਰ ਹੀ ਮਾਰ ਦਿੱਤਾ। ਜਾਂ ਕਿਤੇ ਬਲਾਸਟ ਹੋਇਆ, ਉੱਥੇ ਆਮ ਬੰਦੇ ਮਾਰੇ ਗਏ, ਉਹ ਕੋਈ ਟਾਰਗੇਟ ਹੀ ਨਹੀਂ ਸੀ। ਜਿੱਦਾਂ ਹੁਣ ਮਾਕਲ ਨੂੰ ਮਾਰਨਗੇ, ਉੱਥੇ ਕੋਈ ਹੋਰ ਮਾਰਿਆ ਗਿਆ। ਜਿੱਦਾਂ ਕਈ ਥਾਂ ਤੇ ਹਿੰਦੂ ਵੀ ਕਈ ਥਾਂ ਤੇ ਮਾਰੇ ਗਏ ਸਿਲੈਕਟਿਵਲੀ, ਥੋੜ੍ਹੀਆਂ ਥਾਵਾਂ ਤੇ ਉਹ ਥੋੜ੍ਹੇ ਜਿਹੇ ਇੰਸੀਡੈਂਟ ਹੈਗੇ ਆ। ਪਰ ਸਮੁੱਚੇ ਤੌਰ ਤੇ ਮੂਵਮੈਂਟ ਦੀ ਲੀਡਰਸ਼ਿਪ 'ਚ ਕਦੇ ਵੀ ਨਹੀਂ ਇਹੋ ਜਿਹੀ ਗੱਲ ਹੋਈ ਕਿ ਕਿਸੇ ਨੂੰ ਕਿਸੇ ਦੇ ਰਿਲੀਜਨ ਕਰਕੇ ਜਾਂ ਕਿਸੇ ਦੇ ਕੋਈ ਹੋਰ ਪਛਾਣ ਕਰਕੇ ਮਾਰਨਾ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਸੀ। ਹਿੰਦੂ ਤਾਂ ਸਾਡੀਆਂ 18 ਸੀ ਸਾਰੇ। ਮੈਂ ਤਾਂ ਬਹੁਤ ਥਾਵਾਂ 'ਤੇ ਹਿੰਦੂਆਂ ਦੇ ਪ੍ਰਕਾਰਾਂ 'ਚ ਉਹਨਾਂ ਨੇ ਮੈਨੂੰ ਕੱਢਿਆ ਬਹੁਤ ਥਾਂ 'ਤੇ, ਇਹ 'ਚ ਵੀ ਮੈਂ ਲਿਖਿਆ ਆ। ਅਤੇ ਉਹ ਐਸੀ ਤਾਂ ਕੋਈ ਗੱਲ ਨਹੀਂ ਸੀ। ਜਿਹੜੇ ਕਿਤੇ ਹੋਏ ਆ ਕਿ ਨਹੀਂ, ਕੁਛ ਇਹੋ ਜਿਹੇ ਐਕਸ਼ਨ ਹੋਏ ਆ, ਉਹ ਨਹੀਂ ਸੀ ਹੋਣੇ ਚਾਹੀਦੇ। ਉਹ ਉੱਥੇ ਜਾਣੀ ਕਿ ਖਾਲਸੇ ਦੀ ਜਿਹੜੀ ਕਿਰਪਾਨ ਆ, ਉਹ ਆਪਣੇ ਅਸੂਲਾਂ ਤੇ ਨਹੀਂ ਰਹੀ। ਉੱਥੇ ਉਹ ਨਜਾਇਜ਼ ਹੋਏ ਆ, ਉਹ ਗਲਤ, ਜਿਹੜਾ ਗਲਤ ਤੇ ਗਲਤ ਹੀ ਆ, ਉਹ ਨਹੀਂ ਸੀ ਹੋਣੇ ਚਾਹੀਦੇ। ਉਹ ਉੱਥੇ ਤਾਂ ਹੋਏ ਆ ਕਿ ਉੱਥੇ ਸਟੇਟ ਨੇ ਬਹੁਤ ਜ਼ਿਆਦਾ ਕਿਸੇ ਲੋਕਲ ਥਾਂ 'ਤੇ ਅਪਰੈਸ਼ ਕਰ ਦਿੱਤਾ, ਬੰਦੇ ਬਹੁਤ ਮਾਰ ਦਿੱਤੇ, ਜਾਂ ਧੀਆਂ ਭੈਣਾਂ ਦੀ ਸ਼ਰੇਆਮ ਹੀ ਬੇਇੱਜ਼ਤੀ ਕਰ ਦਿੱਤੀ।
ਇਹੋ ਜਿਹੀ ਕੁਛ ਗੱਲ ਹੋਈ ਜਿਹੜੇ ਲੋਕਲ ਹਿੱਸਿਆਂ ਨੇ ਬਿਨਾਂ ਕਿਸੇ ਦੀ ਸਲਾਹ ਲਏ ਇੱਕਦਮ ਰਿਐਕਟ ਕਰ ਦਿੱਤਾ, ਉਹੇ ਜਿਹੇ ਹੋਏ ਆ। ਉਹ ਨਹੀਂ ਸੀ ਹੋਣੇ ਚਾਹੀਦੇ। ਉਹ ਕਿਉਂਕਿ ਹੈ ਤਾਂ ਸਾਡੀ ਜ਼ਿੰਮੇਵਾਰੀ ਪੈਂਦਾ ਕਿ ਨਹੀਂ, ਉਹ ਸਾਡੇ ਹੀ ਆ। ਫਿਰ ਹੁਣ ਜਿੱਦਾਂ ਬਲਾਸਟਾਂ 'ਚ ਬੰਦੇ ਮਾਰੇ ਜਾਣੇ ਆ, ਉਹ ਵੀ ਕੋਈ ਟਾਰਗੇਟ ਨਹੀਂ ਹੁੰਦੇ, ਉਹ ਹੋਏ ਤਾਂ ਸਾਡੇ ਕਾਰਨ ਹੀ ਆ। ਹੁਣ ਈਵਨ ਤੁਸੀਂ ਇਹ ਵੀ ਦੇਖੋ ਕਿ ਜਿਹੜੇ 84 ਵੇਲੇ ਕਿੰਨੇ ਬੰਦੇ ਨਵੰਬਰ ਵੇਲੇ ਹੋਏ ਆ, ਉਹ ਸਾਰੇ ਹੋਏ ਤਾਂ ਸੰਘਰਸ਼ ਕਰਕੇ ਆ। ਮੈਂ 'ਚ ਜ਼ਿਕਰ ਕੀਤਾ ਕਈ ਬੰਦਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਸਿੱਖੀ ਕੀ ਆ, ਉਹਨਾਂ ਦੇ ਸਿਰ ਤੇ ਜੂੜੇ ਸੀਗੇ, ਉਹਨਾਂ ਨੂੰ ਸਿੱਖੀ ਬਾਰੇ ਨਹੀਂ ਸੀ ਕੁਛ ਪਤਾ, ਨਾ ਪੰਜਾਬ ਕਦੀ ਆਏ। ਜਿਹੜੀ ਗੁਟਕਾ ਵੀ ਹਿੰਦੀ 'ਚ ਪੜ੍ਹਦੀ ਉਹ ਉਹਨਾਂ ਇੱਥੇ ਦਾ ਆ ਦੇਖੋ, ਹਾਂ ਉਹਨਾਂ ਦਾ ਕੀ ਹੋਇਆ। ਹੋਰ ਬਹੁਤ ਬੰਦੇ ਈਵਨ ਫੋਰਸਿਸ ਵਾਲੇ ਬੰਦੇ ਮਾਰੇ ਗਏ ਜਿਹੜੇ ਉੱਦਾਂ ਹੀ ਨਾਲ। ਜਦੋਂ ਹੁਣ ਤੁਸੀਂ ਇੱਕ ਬੰਦੇ ਨਾਲ ਜਿਹੜਾ ਟਾਰਗੇਟਡ ਬੰਦਾ ਆ ਉਹਦੇ ਨਾਲ ਤੁਸੀਂ ਜਾ ਰਹੇ ਹੋ, ਹੁਣ ਇਹ ਕਿਵੇਂ ਹੋ ਸਕਦਾ ਕਿ ਤੁਸੀਂ ਵਿੱਚ ਨਾ ਮਾਰੇ ਜਾਓ। ਇੱਕ ਨੈਰੇਟਿਵ ਅਸਲ 'ਚ ਇਹ ਆ ਕਿ ਹਿੰਦੂ ਸਿੱਖਾਂ ਵਾਲਾ ਹਨਾ, ਸਿੱਖਾਂ ਦਾ ਜਾਂ ਮੂਵਮੈਂਟ ਦਾ ਨੈਰੇਟਿਵ ਹੈ ਕਿ ਅਨੰਦਪੁਰ ਦਾ ਮਤਾ ਆਹ ਲੜਾਈ ਹੈ, ਸਾਂਝੀ ਲੜਾਈ ਹੈ ਹਿੰਦੂਆਂ ਸਿੱਖਾਂ ਪੰਜਾਬੀਆਂ ਦੀ ਲੜਾਈ ਹੈ, ਜਾਂ ਪੰਜਾਬ ਦੀ ਇੱਕ ਲੜਾਈ ਹੈਗੀ, ਜਾਂ ਸਿੱਖਾਂ ਦੇ ਨਾਲ ਆ ਮਸਲੇ ਨੇ। ਪਰ ਇੱਕ ਨੈਰੇਟਿਵ ਇਹ ਸੀਗਾ ਕਿ ਹਿੰਦੂ ਡਰਿਆ ਹੋਇਆ, ਹਿੰਦੂ ਪ੍ਰਵਾਸ ਕਰ ਗਿਆ, ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲਦੀਆਂ ਰਹੀਆਂ ਨੇ। ਉਸ ਐਂਗਲ ਤੋਂ ਪੁੱਛ ਰਿਹਾ ਮੈਂ ਤੁਹਾਨੂੰ, ਕਦੇ ਐ ਹੋਇਆ ਕਿ ਕੋਈ ਤੁਹਾਡੀ ਵਿਆਖਿਆ ਕੀ ਆ ਉਹਤੇ? ਨਹੀਂ, ਇੱਕ ਤਾਂ ਹੋਰ ਵੀ ਗੱਲ ਕੀਤੀ ਆਪਾਂ, ਇੱਕ ਪੱਖ ਲਿਆ ਕਿ ਕੁਛ ਹਿੰਦੂ ਧਰਮ ਦੇ ਕੁਛ ਬੰਦਿਆਂ ਦੇ ਥਾਂ ਕਈ ਥਾਂ ਤੇ ਕਤਲ ਹੋਏ ਕਿ ਸਟੇਟ ਕਰਾਉਣਾ ਚਾਹੁੰਦੀ ਹੈ ਹਿੰਦੂ। ਦੇਖੋ ਸਟੇਟ ਨੇ ਵੀ ਕਿ ਹਿੰਦੂ ਇੱਥੋਂ ਗਏ, ਕੁਝ ਇੰਡੀਪੈਂਡੈਂਟ ਲੋਕ ਕਹਿੰਦੇ ਹਿੰਦੂ ਡਰੇ ਹੋਏ ਸੀ, ਲੈਫਟ ਦੇ ਲੋਕ ਵੀ ਕਹਿੰਦੇ, ਬਹੁਤ ਸਾਰੇ ਲੋਕ ਕਹਿੰਦੇ। ਉਦੋਂ ਜਿਹੜੀ ਹਿਜਰਤ ਹੋਈ ਲਿਮਟਿਡ ਜੀ ਹੋਈ ਹੈ ਥੋੜ੍ਹੀ, ਉਹ ਜ਼ਿਆਦਾ ਇਹਨੇ ਹਾਈਪ ਕ੍ਰੀਏਟ ਕਰਕੇ ਕੀਤੀ ਆ। ਉਹ ਕੋਈ ਇਸ ਤਰ੍ਹਾਂ ਦੀ ਗਰਾਊਂਡ ਰਿਐਲਿਟੀਜ਼ ਨਹੀਂ ਸੀਗੀਆਂ, ਹਾਈਪ ਕ੍ਰੀਏਟ ਕੀਤੀ ਹੈ ਕਿ ਹੋਣ ਤੇ ਸਾਰੀ ਦੁਨੀਆ 'ਚ ਜਾਵੇ। ਉਹ ਵੀ ਨਹੀਂ ਸੀ ਹੋਣੀ ਚਾਹੀਦੀ। ਇਸ ਤਰ੍ਹਾਂ ਸੋਚਦੇ ਹਾਂ ਅਸੀਂ ਤਾਂ, ਰੋਕੀ ਬਹੁਤ ਥਾਂ ਤੇ ਰੋਕੇ ਆ। ਤੁਸੀਂ ਉਦੋਂ ਕਹਿੰਦੇ ਸੀ ਕਿ ਤੁਸੀਂ ਹਿੰਦੂਆਂ ਬਾਰੇ ਕੀ ਸੋਚਦੇ ਹੋ ਪੰਜਾਬ? ਬਿਲਕੁਲ, ਸਾਡੇ ਤਾਂ ਤੁਸੀਂ ਬਿਆਨ ਦੇਖ ਲਓ, ਸਾਡੇ ਬਿਆਨ ਵਿੱਚ ਸਾਡਾ ਬਿਲਕੁਲ ਕਲੀਅਰ ਸੀ ਜੋ ਖਾਲਿਸਤਾਨ ਆ ਇਹ ਕੋਈ ਇਕੱਲਾ ਸਿੱਖਾਂ ਲਈ ਥੋੜ੍ਹਾ ਆ, ਇਹ ਤਾਂ ਇੱਕ ਆਦਰਸ਼ ਜੋ ਰਾਜ ਆ ਜੋ ਹੋ ਸਕਦਾ ਪੋਸੀਬਲ ਰਾਜ ਸਾਰਿਆਂ ਲਈ ਖਲਕਤ ਲਿਆ। ਇਹ ਤੋਂ ਆਮ ਲੋਕਾਂ ਨੂੰ ਥੋੜ੍ਹਾ ਡਰੇ, ਇਹ ਤੋਂ ਤਾਂ ਜਿਹੜੇ ਲੁੱਟ ਖਸੁੱਟ ਵਾਲੇ ਆ, ਜਿਹੜੇ ਅਪਰੈਸ਼ਨ ਵਾਲੇ ਆ, ਜਿਹੜੇ ਐਕਸਪਲੋਇਟੇਸ਼ਨ ਵਾਲੇ, ਉਹ ਠੀਕ ਆ, ਉਹਨੂੰ ਤਾਂ ਆਪਣਾ ਦੁਸ਼ਮਣ ਸਮਝਣਾ ਚਾਹੀਦਾ। ਜਿਹੜੇ ਆਮ ਜਿੰਨੇ ਅਪਰੈਸਡ ਲੋਕ ਆ, ਹਿੰਦੂ ਧਰਮ 'ਚ ਵੀ ਜਿੰਨੇ ਅਪਰੈਸਡ ਲੋਕ ਆ, ਅਸੀਂ ਤਾਂ ਅਸੀਂ ਸਾਰੇ ਉਹਨਾਂ ਦੇ ਜਾਣੀ ਕਿ ਰੱਖਕ ਆ। ਅਸੀਂ ਤਾਂ ਸਾਡੇ ਹਰੇਕ ਬਿਆਨ 'ਚ ਤੁਸੀਂ ਪੜ੍ਹ ਲਓ ਪੁਰਾਣਿਆਂ 'ਚ, ਤੇ ਸਾਡੇ ਲਿੰਕ ਵੀ ਹੁੰਦੇ ਸੀ। ਅਸੀਂ ਤੇ ਹਿੰਦੂਆਂ ਬਾਰੇ ਵੀ ਬਹੁਤ ਕਲੀਅਰ ਹੈ। ਤਾਂ ਬਹੁਤ ਥਾਂ ਤੇ ਸਟੇਟ ਨੇ ਜਾਣੀ ਕਿ ਹਾਈਪ ਕ੍ਰੀਏਟ ਕੀਤੀ, ਉਹੋ ਜਿਹੀ ਕੀਤੀ। ਪਰ ਇਹ ਵੀ ਗੱਲ ਹੈ ਕਿ ਕਈ ਥਾਂ ਤੇ ਲੋਕਲ ਸਾਡੇ ਬੰਦਿਆਂ ਵੱਲੋਂ ਹੋਈ ਆ ਗੱਲ, ਤੇ ਉਹ ਗਲਤ ਹੋਈ ਆ, ਨਹੀਂ ਸੀ ਹੋਣੀ ਚਾਹੀਦੀ। ਪਰ ਇਹਦੇ ਨਾਲ ਤੁਹਾਨੂੰ ਦੇਖੋ ਇੱਕ ਹੋਰ ਗੱਲ ਵੀ ਆ, ਮੈਂ ਇਹਦੀ ਕੋਈ ਜਸਟੀਫਿਕੇਸ਼ਨ ਨਹੀਂ ਕਰਦਾ, ਉਹ ਵੀ ਰਿਐਲਿਟੀ ਆ, ਉਹ ਤੁਹਾਨੂੰ ਦੇਖਣੀ ਚਾਹੀਦੀ ਹੈ ਕਿ ਉਹ ਮਾਹੌਲ ਕੀ ਸੀ ਉਸ ਵਕਤ। ਜਿਹੜਾ ਮਾਹੌਲ ਸੀ ਉਹਦੇ ਵਿੱਚ ਅਸੀਂ ਤਾਂ ਸਾਰਿਆਂ ਦੀ ਗੱਲ ਕਰ ਰਹੇ ਸੀ, ਸਾਡੀ ਗੱਲ ਕੋਈ ਨਹੀਂ ਸੀ ਕਰ ਰਿਹਾ। ਸਾਨੂੰ ਇੱਥੇ ਪੰਜਾਬ 'ਚ ਬਿਲਕੁਲ ਪਲੇਨ ਇਲਾਕੇ 'ਚ ਹਰ ਪਾਸੋਂ ਘੇਰ ਕੇ ਮਾਰਿਆ ਜਾ ਰਿਹਾ ਸੀ। ਸਾਡੀ ਕਿਸੇ ਪਾਸੇ ਕੋਈ ਪਿੱਠ ਨਹੀਂ ਸੀ, ਨਾ ਸਾਡੀ ਕੋਈ ਬੈਕ ਸੀ, ਨਾ ਵਿਦਨ ਨਾ ਆਊਟਸਾਈਡ। ਅਸੀਂ ਤਾਂ ਰੋਲ ਨੰਗੇ ਪੰਡੇ ਲੜ ਰਹੇ ਸੀ। ਅਸੀਂ ਤਾਂ ਆਪਸ ਵਿੱਚ ਸੰਵਾਦ ਲਈ ਬੰਦਿਆਂ ਨੂੰ ਵੀ ਨਹੀਂ ਮਿਲਣ ਲੱਗ ਸੀ, ਪਲੇਨ ਕਿੱਥੇ ਕਿੱਥੇ ਮਿਲਣਾ ਆ, ਹੈ ਨਾ। ਇਸ ਹਾਲਾਤ 'ਚ ਅਸੀਂ ਲੜ ਰਹੇ ਸੀ। ਤੇ ਜਿਹੜੀ ਸਟੇਟ ਨੇ ਜਾਣੀ ਕਿ ਜੋ ਇੱਕ ਨੈਰੇਟਿਵ ਬਣਾ ਲਿਆ ਸੀ, ਆਮ ਰਾਏ ਬਣਾ ਲਿਆ ਸੀ ਓਪੀਨੀਅਨ, ਉਹਦੇ ਵਿੱਚ ਸਾਰਾ ਹਿੰਦੂ ਇੰਡੀਆ ਦਾ, ਪੰਜਾਬ ਦਾ ਉਹ ਸ਼ਾਮਲ ਸੀ। ਦਰਬਾਰ ਸਾਹਿਬ ਦੇ ਅਟੈਕ ਬਾਰੇ ਵੀ, 84 'ਚ ਇਹਨਾਂ ਨੂੰ ਸਬਕ ਸਿਖਾਉਣ ਬਾਰੇ ਵੀ, ਸਾਡੇ ਕਤਲੇਆਮ ਬਾਰੇ ਵੀ, ਸਾਡੇ ਇਨਕਾਊਂਟਰਾਂ ਬਾਰੇ ਵੀ। ਇਹ ਨਹੀਂ ਕਦੀ ਸੋਚਿਆ ਇਹਨਾਂ ਨੇ ਕਿ ਸਾਰੀ ਮੈਜੋਰਟੀ ਜੋ ਹਿੰਦੂ ਧਰਮ ਆ ਉਹਨਾਂ ਦਾ ਕੋਈ ਨਹੀਂ ਸੀ ਬਣਦਾ ਕਿ ਉਹਨਾਂ ਨੇ ਅਕਾਲ ਤਖਤ 'ਤੇ ਅਟੈਕ, ਉਹਨਾਂ ਸਾਡੇ ਨੈਚੁਰਲ ਰਿਸੋਰਸ, ਸਾਡੇ ਕਲਚਰ, ਬੋਲੀ, ਸਾਡਾ ਇੰਨਾ ਨਸਲਕੁਸ਼ੀ, ਸਾਨੂੰ ਇਸ ਤਰੀਕੇ ਨਾਲ ਦਰੜਨਾ, ਉਹਨਾਂ ਨੇ ਕਦੇ ਵੀ ਕਿਸੇ ਨੇ ਕਦੀ ਕੋਈ ਸਿੰਗਲੀ ਜਾਂ ਉਹ ਕਿਸੇ ਨੇ ਬਹੁਤ ਥੋੜ੍ਹੇ ਗੱਲਾਂ ਹੋਣਗੀਆਂ। ਉਹ ਜੋ ਇੱਕ ਖਾਮੋਸ਼ ਸਹਿਮਤੀ ਸੀ ਜੀਨੋਸਾਈਡ ਵੱਲੋਂ ਦਿੱਤੀ ਜਾਂਦੀ ਹੈ, ਉਹ ਕੋਈ ਗੁਨਾਹ ਨਹੀਂ ਗਾ। ਜਿੱਦਾਂ ਹੁਣ ਇਸ ਵਕਤ ਇਹ ਸਰਕਾਰ ਮੁਸਲਮਾਨਾਂ ਪ੍ਰਤੀ ਬਣਾ ਰਹੀ ਆ, ਉੱਧਰ ਨੂੰ ਗੱਲ ਲਿਜਾ ਰਹੀ ਹੈ, ਇਹ ਲਿਜਾ ਰਹੀ ਹੈ ਹਾਲੇ ਉੱਧਰ ਨੂੰ। ਅੱਗੇ ਇਹ ਜਿਹਾ ਕੁਛ ਇਹ ਕਰ ਸਕਦੇ ਨੇ। ਉਦੋਂ ਸਾਡੇ ਲਈ ਬਣਾਈ ਹੋਈ ਸੀ, ਤਕਰੀਬਨ ਸਾਰੇ ਹੀ ਸਹਿਮਤੀ ਦਿੱਤੀ ਹੋਈ ਸੀ ਕਿ ਜੋ ਕੁਛ ਸਿੱਖਾਂ ਨਾਲ ਹੋ ਰਿਹਾ ਆ ਹੋ ਲੈਣ ਦਿਓ। ਤੇ ਉਹਦੇ ਵਿੱਚ ਜੇ ਕਿਤੇ ਨੇ ਬਹੁਤ ਬੰਦੇ ਨੇ ਗੁੱਸੇ 'ਚ ਆ ਕੇ ਕੁਛ ਹਿੰਦੂਆਂ ਨੂੰ ਮਾਰ ਦਿੱਤਾ, ਜਿਹੜਾ ਮੈਂ ਕਹਿੰਦਾ ਉਹ ਗਲਤ ਸੀ, ਨਹੀਂ ਮਾਰਨਾ ਚਾਹੀਦਾ, ਉਹ ਕਿੱਡੀ ਇੱਕ ਗੱਲ ਸੀ। ਉਹਦੇ ਸਾਹਮਣੇ ਤਾਂ ਕੁਛ ਵੀ ਨਹੀਂ ਗਈ। ਉਹ ਤਾਂ
ਬਹੁਤ ਵੱਡਾ ਇੱਕ ਸਮੂਹਕ ਪਰ ਮੂਵਮੈਂਟਾਂ ਗੁਨਾਹ ਆ, ਉਹਦਾ ਕੋਈ ਨਹੀਂ ਮੂਵਮੈਂਟਾਂ ਕਿਸੇ ਦੀ ਪੋਲੀਟੀਕਲ ਸਮਝ ਤਾਂ ਹੁੰਦੀ ਹੈ ਕਿ ਸਾਡੇ ਤੇ ਜਿੱਡਾ ਮਰਜ਼ੀ ਅਤਿਆਚਾਰ ਹੋ ਜੇ, ਅਸੀਂ ਕੋਈ ਇਹੋ ਜਿਹਾ ਐਕਸ਼ਨ ਨਹੀਂ ਕਰਾਂਗੇ ਜਿਹੜਾ ਸਾਡੀ ਹਿਸਟਰੀ 'ਚ। ਬਿਲਕੁਲ ਅਸੀਂ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਸੀ ਤੇ ਸਾਡੇ ਵੱਲੋਂ ਇਸ ਤਰ੍ਹਾਂ ਦਾ ਮੂਵਮੈਂਟਾਂ ਰਿਐਕਸ਼ਨਰੀ ਥੋੜੀ ਹੁੰਦੀਆਂ ਨੇ, ਫਿਰ ਇੱਕ ਰਿਐਕਸ਼ਨਰੀ ਮੂਵਮੈਂਟ। ਦੇਖੋ ਇਸ ਮੂਵਮੈਂਟ ਦਾ ਮੈਂ ਤੁਹਾਨੂੰ ਦੱਸਿਆ ਸਾਰੇ ਮੂਵਮੈਂਟ ਦੇ ਥੱਲੇ ਤੱਕ ਕੰਟਰੋਲ ਨਹੀਂ ਸੀ। ਮੈਂ ਤੁਹਾਨੂੰ ਦੱਸਿਆ ਕਿ ਮੂਵਮੈਂਟ ਦੇ ਵੀ ਬੜੇ ਲੇਅਰਸ ਸੀਗੇ। ਇੱਕ ਇਨਰ ਕੋਰ ਲੇਅਰ ਜਿਹੜਾ ਬਹੁਤ ਪਿਓਰ ਸੀ, ਇੱਕ ਆਊਟਰ ਸੀ, ਇੱਕ ਕੁਛ ਪੋਲੀਟੀਕਲ ਐਂਬੀਸ਼ਨ ਵਾਲਾ ਸੀ, ਫਿਰ ਇੱਕ ਹੋਰ ਵੀ ਸੀ ਜਿਹੜਾ ਆਪਣੇ ਨਿੱਜੀ ਫਾਇਦੇ ਲਈ ਆਇਆ ਸੀ। ਇੱਕ ਜਰਾਇਮ ਪੇਸ਼ਾ ਲੋਕ ਸੀ ਜਿਹੜੇ ਮੂਵਮੈਂਟ ਦਾ ਫਾਇਦਾ ਉਠਾ ਕੇ ਰਿਸਪੈਕਟ ਉਹੀ ਆਪਣੇ ਕਰੀ ਜਾ ਰਹੇ ਸੀ। ਸਾਨੂੰ ਥੋੜਾ ਸਾਡੇ ਨਾਮ ਤੇ ਸਾਡੇ ਨਾਮ ਤੇ ਪੈਸੇ ਲਈ ਜਾਂਦੇ ਸੀ, ਸਾਡੇ ਨਾਮਾਂ ਤੇ ਕਬਜ਼ੇ ਕਰੀ ਜਾ ਰਹੇ ਸੀ, ਸਾਡੇ ਨਾਮ ਤੇ ਲੋਕਾਂ ਦੇ ਮਸਲੇ ਉਲਝਾਈ ਜਾ ਰਹੇ ਸੀ, ਸੁਲਝਾਈ ਜਾ ਰਹੇ ਸੀ ਪੁਲਿਸ ਨਾਲ ਰਲ ਕੇ, ਜਾਂ ਇਹੋ ਜਿਹਾ ਬਹੁਤ ਕੁਝ ਹੋ ਰਿਹਾ ਸੀ। ਸਾਨੂੰ ਬਦਨਾਮ ਵੀ ਕਰ ਰਹੇ ਸੀ। ਫਿਰ ਬਾਅਦ 'ਚ ਉਹੀ ਬੰਦੇ ਰਲ ਕੇ ਪੁਲਿਸ ਨਾਲ ਸਾਡੇ ਖਿਲਾਫ ਵੀ ਬਹੁਤ ਕੁਛ ਤਾਂ ਜਿਹੜਾ ਉਹਨਾਂ ਤੋਂ ਕੀਤਾ ਜਿਹੜਾ ਸਾਡੇ ਪੱਲੇ ਪੈ ਗਿਆ। ਸਾਡਾ ਤਾਂ ਬਹੁਤ ਸਾਡੀ ਕੋਸ਼ਿਸ਼ ਸੀ ਇਹ ਨਾ ਹੋਵੇ। ਅਸੀਂ ਜੇ ਸਟੇਟ ਖਿਲਾਫ ਲੜ ਰਹੇ ਸੀ, ਸਾਡਾ ਸਟੇਟ ਤੋਂ ਵੀ ਜ਼ਿਆਦਾ ਜਿਹੜਾ ਸਾਡਾ ਫਰੰਟ ਸੀ ਇਸ ਜਿਹੜਾ ਜਰਾਇਮ ਪੇਸ਼ਾ ਮੌਕਾ ਪ੍ਰਸਤ ਇਹੋ ਜਿਹੇ ਅਨਸਰ ਪ੍ਰਤੀ ਸੀ, ਜਿਹੜਾ ਬਹੁਤ ਹੋਸ਼ਿਆ ਤੇ ਮੌਕਾ ਪ੍ਰਸਤ ਤੇ ਬੇਸਿਕਲੀ ਜਰਾਇਮ ਪੇਸ਼ਾ ਹੁੰਦਾ, ਜਿਨ੍ਹਾਂ ਨੇ ਜਾਣੀ ਕਿ ਮੌਕੇ ਤੋਂ ਫਾਇਦਾ ਲੈ ਕੇ ਚਿੱਠੀਆਂ ਨਾਲ ਪੈਸਾ ਕਰਾਉਣਾ, ਆਪਣੇ ਕੰਮ ਕਢਾਉਣੇ, ਫਾਇਦੇ ਲੈਣੇ, ਪੋਲੀਟੀਕਲੀ ਸੋਚਣਾ ਕਿ ਮੈਂ ਆਹ ਕਰ ਦਿਆਂ, ਕੋਈ ਕਤਲ ਜੋ ਇਸ ਤਰ੍ਹਾਂ ਦਾ ਲਾਣਾ ਬਹੁਤ ਸੀ। ਉਹਨਾਂ ਨੂੰ ਅਸੀਂ ਫਿਰ ਉਹ ਬੰਦਿਆਂ ਨੂੰ 90s ਜਾ ਕੇ ਸਟੇਟ ਨੇ ਉਹਨਾਂ ਨੂੰ ਆਪਣੇ ਨਾਲ ਲਾ ਲਿਆ। ਉਹਨਾਂ ਨੂੰ ਕਿਹਾ ਕਿ ਸਾਡੇ ਤੋਂ ਵੈਪਨ ਲਓ, ਤੁਸੀਂ ਇਹਨਾਂ ਨੂੰ ਮਾਰੋ। ਕੈਟ ਬਣ ਗਏ। ਰਾਤ ਨੂੰ ਉਹ ਕੰਮ ਸਾਡੇ ਨਾਂ ਤੇ ਗਲਤ ਕੰਮ ਕਰਦੇ ਸੀ, ਲੋਕਾਂ ਨੂੰ ਲੁੱਟਦੇ ਸੀ ਖਾੜਕੂ ਬਣ ਕੇ, ਦਿਨ ਨੂੰ ਸਾਨੂੰ ਲੱਭਦੇ ਸੀ। ਸਾਡੀ ਅਸਲ ਲੜਾਈ ਤਾਂ ਜਿਹੜੀ ਕਿਤੇ ਵੀ ਨਹੀਂ ਆਈ, ਅਸੀਂ ਇਹਨਾਂ ਖਿਲਾਫ ਲੜਦੇ ਸੀ। ਅਸੀਂ ਇਹਨਾਂ ਨੂੰ ਲੱਭਦੇ ਸੀ, ਇਹਨਾਂ ਨੂੰ ਘੇਰਦੇ ਸੀ, ਇਹਨਾਂ ਨੂੰ ਕਈ ਵਾਰ ਛੱਡਦੇ ਸੀ। ਫਿਰ ਜਿਹੜੇ ਨਹੀਂ ਬਖਸ਼ਣ ਵਾਲੇ ਉਹਨਾਂ ਨੂੰ ਫਿਰ ਅਸੀਂ ਉਹਨਾਂ ਨੂੰ ਬਕਾਇਦਾ ਉਹਨਾਂ ਦਾ ਜਾਣੀ ਕਿ ਫੈਸਲਾ ਕਰਕੇ ਉਹਨਾਂ ਦੀ ਫਾਇਰਿੰਗ ਸਕੁਐਡ ਤੇ ਉਹਨਾਂ ਨੂੰ ਮਾਰ ਵੀ ਦਿੰਦੇ ਸੀ। ਬਹੁਤ ਇਹੋ ਜਿਹੇ ਕੰਮ ਬਹੁਤ ਹੋਏ ਆ, ਕਰਨੇ ਪਏ। ਸਾਡਾ ਇਹ ਤਾਂ ਬਹੁਤ ਵੱਡਾ ਫਰੰਟ ਸੀ, ਕੋਈ ਦੇਖਦਾ ਹੀ ਨਹੀਂ ਕਿ ਜਿਹੜਾ ਸਟੇਟ ਨੇ ਜਿਹਨੂੰ ਇਹ ਪੁਸ਼ ਕਰਕੇ ਕੀਤਾ। ਪਰ ਉਹ ਵੀ ਤਾਂ ਸਾਨੂੰ ਮਜਬੂਰ ਨੇ ਜਾਣੀ ਕਿ ਸਾਨੂੰ ਕਰਨਾ ਪਿਆ ਕਿ ਸਟੇਟ ਇੰਨਾ ਕੁਛ ਕਰ ਸਕਦਾ ਹੈ ਕਿ ਜਿਹੜੇ ਇਹ ਜਿਹੇ ਜਿੰਨੇ ਹਿੱਸੇ ਆ ਉਹ ਸਾਡੇ ਖਿਲਾਫ ਹੀ ਵਰਤ ਕੇ ਸਾਡੇ ਪਹਿਰਾਵੇ 'ਚ ਹੀ ਕਰ ਦਿੱਤਾ ਸਾਡੇ ਖਿਲਾਫ। ਤੁਹਾਨੂੰ ਲੱਗਦਾ ਜਿਵੇਂ ਤੁਸੀਂ ਇੰਡੀਵਿਜੂਅਲ ਬੋਲ ਰਹੇ ਹੋਗੇ ਕਿ ਇਹ ਗਲਤੀਆਂ ਸੀ, ਤੁਹਾਨੂੰ ਲੱਗਦਾ ਕਿ ਮੂਵਮੈਂਟ ਖਤਮ ਹੋ ਗਈ, ਬੰਦਿਆਂ ਦਾ ਪਤਾ ਨਹੀਂ ਲੱਗਿਆ, ਬਹੁਤ ਸਾਰੇ ਚਲੇ ਗਏ, ਬਹੁਤ ਸਾਰੇ ਜਿਉਂਦੇ ਨੇ, ਬਹੁਤ ਸਾਰੇ ਬਾਅਦ 'ਚੋਂ ਆਪਣੀ ਲਾਈਨ ਹੀ ਬਦਲ ਗਏ, ਬਹੁਤ ਸਾਰੇ ਪੈਸਿਵ ਹੋ ਗਏ? ਕਦੇ ਦਾ ਲੇਖਾ ਜੋਖਾ ਪੂਰੀ ਮੂਵਮੈਂਟ ਦੇ ਤੌਰ ਦੇ ਉੱਤੇ ਕਿ ਮੂਵਮੈਂਟ ਦੀਆਂ ਪ੍ਰਾਪਤੀਆਂ ਕੀ ਸੀ, ਗਲਤੀਆਂ ਕੀ ਸੀ, ਤੇ ਉਹ ਗਲਤੀਆਂ ਨੂੰ ਮੂਵਮੈਂਟ ਜਨਤਕ ਤੌਰ ਤੇ ਮੰਨੇ, ਸਮੂਹਿਕ ਜ਼ਿੰਮੇਵਾਰੀ ਲੈਂਦੇ ਆ ਜੇ ਕੋਈ ਹੋਈਆਂ ਨੇ, ਹੋਣਾ ਚਾਹੀਦਾ ਹੈ? ਹਾਂ, ਕੋਸ਼ਿਸ਼ ਹੋ ਰਹੀ ਆ, ਹੋ ਰਿਹਾ ਆ ਤੇ ਨਾਲ ਹੀ ਹੋਏਗਾ। ਉਹਦੇ ਹਾਣ ਦੇ ਕਿ ਨਹੀਂ ਹਾਲੇ ਹੋਏ ਨਹੀਂਗੇ। ਆਹ ਜਿਹੜੀ ਸਾਰੀ ਕਾਰਵਾਈ ਹੈ ਕਿਤਾਬ ਵਾਲੀ ਜਾਂ ਜੋ ਪਿਛਲੇ ਸਮੇਂ 'ਚ ਜੋ ਇੱਕ ਵਹਿਣ ਤੁਰ ਰਹੇ ਨੇ ਪੋਜ਼ਿਟਿਵ ਵਿਸ਼ਲੇਸ਼ਣ, ਮੈਂ ਕਹਿ ਰਿਹਾ ਮੂਵਮੈਂਟ ਦਾ ਕੋਈ ਵਿਸ਼ਲੇਸ਼ਣ ਤਾਂ ਨਹੀਂ ਹੈ ਕਿਸੇ ਕੋਲੇ, ਉਧਰ ਨੂੰ ਹੋ ਰਿਹਾ ਆ ਅੱਜ। ਦੇਖੋ, ਵਿਸ਼ਲੇਸ਼ਣ ਸਟੇਟ ਨੇ ਕੀਤਾ ਜਾਂ ਹੋਰ ਨਿਰਪੱਖ ਧਿਰਾਂ ਨੇ ਕੀਤਾ ਜਾਂ ਸਾਡਿਆਂ ਨੇ ਵੀ ਉਹਨਾਂ ਨੇ ਕੀਤਾ ਜਿਹੜੇ ਉਹਨਾਂ ਤੋਂ ਪ੍ਰਭਾਵਿਤ ਸੀ, ਉਹਨਾਂ ਦੀ ਵਿਆਖਿਆ ਪ੍ਰਣਾਲੀਆਂ ਤੋਂ, ਜਿਹੜੇ ਸਾਡੇ ਵਿਆਖਿਆ ਪ੍ਰਣਾਲੀ ਤੋਂ ਹੋਣੀ ਚਾਹੀਦੀ ਸੀ, ਜਿਹਦੀ ਕਿਤਾਬ ਇੱਕ ਸ਼ੁਰੂਆਤ ਆ, ਇੱਕ ਨਿਮਾਣਾ ਜਾਂ ਯਤਨ ਆ, ਉਹ ਅਫੁੱਟ ਆ ਹੋਣਗੇ ਤੇ ਉਹ ਸਮੇਂ ਨਾਲ ਹੀ ਹੋਣੇ ਆ, ਉਹ ਪਹਿਲਾਂ ਨਹੀਂ ਸੀ ਹੋ ਸਕਦੇ। ਕਿਉਂਕਿ ਉਹ ਜਿਹੜੇ ਉਹ ਵਿਸ਼ਲੇਸ਼ਣ ਬਹੁਤ ਭਾਰੇ ਨੇ। ਇਹ ਜੰਗ ਰੂਹ ਦੇ ਲੈਵਲ ਤੇ ਲੜੀ ਗਈ ਆ ਤੇ ਉੱਥੇ ਖੜ ਕੇ ਹੀ ਤੁਹਾਡੇ ਤੋਂ ਵਿਸ਼ਲੇਸ਼ਣ ਹੋਣੇ। ਜਦ ਤੱਕ ਬੰਦੇ ਉੱਥੇ ਖੜੇ ਵੀ ਹੋਣਗੇ ਉਹਨਾਂ ਤੋਂ ਹੀ ਹੋਣਗੇ, ਤੇ ਨਾਲ ਜੋ ਦੁਨਿਆਵੀ ਗਿਆਨ ਉਹ ਵੀ ਹੋਵੇ, ਨਾਲ ਉਹ ਵੀ ਹੋਵੇ, ਇੱਕ ਬੈਲੈਂਸ 'ਚ ਹੋਵੇ, ਤਾਂ ਉਹ ਮੈਂ ਸਵਾਲ ਤਾਂ ਪੁੱਛਿਆਗਾ ਕਿ ਮੈਂ ਤਾਂ ਬਹੁਤ ਛੋਟਾ ਉਮਰ 'ਚ, ਮੇਰਾ 84 ਦਾ ਜਨਮ ਆ, 3 ਜੂਨ 84 ਦਾ। ਪਰ ਮੈਂ ਜਦੋਂ ਇਹ ਚੀਜ਼ਾਂ ਨੂੰ ਸਮਝਣਾ ਜਾਣਨਾ ਸ਼ੁਰੂ ਕੀਤਾ, ਮੈਨੂੰ ਕੋਈ ਇੱਕ ਵੀ ਇਹੋ ਜਿਹਾ ਗਰੁੱਪ ਨਹੀਂ ਮਿਲਿਆ ਜਿਹਨੇ ਦੂਜੇ ਨੂੰ ਇਹ ਨਾ ਕਿਹਾ ਹੋਵੇ ਕਿ ਫਲਾਨਾ ਏਜੰਸੀਆਂ ਦਾ ਬੰਦਾ ਹੈਗਾ। ਇੱਕ ਵੀ। ਸਾਰੇ ਗਰੁੱਪ ਇੱਕ ਦੂਜੇ ਨੂੰ ਕਹਿੰਦੇ, ਉਹ ਕਹਿੰਦੇ ਉਹ ਏਜੰਸੀਆਂ ਦਾ, ਉਹ ਕਹਿੰਦੇ ਉਹ ਏਜੰਸੀਆਂ ਦਾ, ਇਹਦਾ ਮੁਤਾਬਕ ਸਾਰੀ ਏਜੰਸੀਆਂ ਦੇ ਨੇ ਜਾਂ ਤਾਂ ਫਿਰ ਇਹ ਤਾਂ ਸ਼ੁਰੂ ਹੋ ਗਿਆ। ਉਹ ਨਹੀਂ ਹੋਇਆ ਜੋ ਹੋਣਾ ਚਾਹੀਦਾ ਸੀਗਾ। ਇਹਦਾ ਕੀ ਜਵਾਬ ਆ ਜਿਹੜਾ ਤੁਹਾਨੂੰ ਕਿਵੇਂ ਲੱਗਦਾ? ਤੁਸੀਂ ਜਦੋਂ ਸਾਰਿਆਂ ਨੂੰ ਇੱਕ ਦੂਜੇ ਨੂੰ ਕਹੀ ਜਾਂਦੇ, ਉਹ ਕਹਿੰਦਾ ਫਲਾਨਾ ਏਜੰਸੀਆਂ ਦਾ, ਇਹ ਕਹਿੰਦਾ ਫਲਾਨਾ ਏਜੰਸੀਆਂ ਦਾ, ਐਨਾਲਿਸਿਸ ਆ ਉਹ ਤਾਂ ਓਪਨਲੀ ਬੋਲੇ ਲੋਕ। ਉਹ ਇੱਕ ਵੱਡੇ ਐਕਸਪੀਰੀਅੰਸ 'ਚ ਹੋਣਾ, ਉਹ ਰੂਹ ਲੈਵਲ ਦੀ ਗੱਲ ਸੀ,
ਉਸ ਲੈਵਲ ਤੇ ਹੋਣਾ ਤੇ ਬਖਸ਼ਿਸ਼ ਨਾਲ ਹੀ ਹੋਣਾ ਹੈ ਤੇ ਹੋਏਗਾ ਤੇ ਗੁਰੂ ਕਰਵਾਵੇਗਾ ਤੇ ਬਹੁਤ ਰੂਹਾਂ ਇਹੋ ਜਿਹੀਆਂ ਹਨ ਤੇ ਕਰਨਗੀਆਂ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਜਿਹੜੇ ਬੰਦੇ ਬਚ ਗਏ ਜਾਂ ਬੰਦੇ ਇਸ ਤਰ੍ਹਾਂ, ਦੇਖੋ ਸੰਘਰਸ਼ਾਂ 'ਚ ਬਹੁਤ ਲੇਅਰਸ ਆ, ਮੈਂ ਤੁਹਾਨੂੰ ਦੱਸਿਆ। ਉਸ ਵਕਤ ਬਹੁਤ ਬੰਦੇ ਆ ਜਾਂਦੇ ਆ ਜਿਹੜੇ ਵਹਿਣ 'ਚ ਆ ਜਾਂਦੇ ਆ। ਜਿਹੜਾ ਕੋਰ ਹੁੰਦਾ ਅਸਲ ਫਾਈਟਿੰਗ ਫੋਰਸ, ਉਹ ਤਾਂ ਸ਼ਹਾਦਤ ਵਾਲਾ ਹੁੰਦਾ, ਉਹ ਜੇਲ੍ਹ 'ਚ ਵੀ ਰਵੇ ਕਿਤੇ ਵੀ ਰਵੇ, ਉਹ ਉਹਨਾਂ ਨੂੰ ਨਹੀਂ ਕੋਈ ਫਰਕ ਪੈਂਦਾ। ਜਿਹੜੇ ਸਿਮਰਨ ਨਾਲ ਗੁਰੂ ਨਾਲ ਜੁੜੇ ਆ, ਜਿਹੜੇ ਇੱਕ ਦ੍ਰਿੜ ਵਿਚਾਰਧਾਰਾ 'ਤੇ ਖੜ੍ਹੇ ਆ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਉੱਦਾਂ ਹੀ ਆ, ਉਹ ਅਗਲੀ ਲੜਾਈ ਲਈ ਵੀ ਤਿਆਰ ਆ ਅਤੇ ਅਗਲੀ ਲੜਾਈ ਲਈ ਵੀ ਲਾਮਬੰਦੀ ਕਰ ਰਹੇ ਨੇ। ਉਹਨਾਂ ਨੂੰ ਇਹਨਾਂ ਗੱਲਾਂ ਦਾ ਕੋਈ ਫਰਕ ਨਹੀਂ ਹੈ। ਅਤੇ ਜਿਹੜੇ ਬੰਦੇ ਵਿਚਾਰੇ ਉੱਦਾਂ ਆਏ ਹੁੰਦੇ ਆ, ਉਹਨਾਂ ਦਾ ਫਰਕ ਪੈਂਦਾ। ਉਹ ਚੜ੍ਹਦੀ ਕਲਾ ਵੇਲੇ ਤਾਂ ਉਹਨਾਂ ਦੇ ਐਬ ਟਕੇ ਜਾਂਦੇ ਆ, ਉਹਦੇ ਵਿੱਚ ਉਹ ਉੱਦਾਂ ਹੀ ਦਿਖਦੇ ਆ। ਜਦੋਂ ਵਿਪਰੀਤ ਸਮਾਂ ਆਉਂਦਾ ਆ, ਜਦੋਂ ਦਿਖਦਾ ਕਿ ਕੋਈ ਵੀ ਸਾਡੀ ਗੱਲ ਨਹੀਂ ਕਰ ਰਿਹਾ, ਸਾਰੇ ਪਾਸੇ ਮੀਡੀਆ, ਰਿਸ਼ਤੇਦਾਰ, ਐਵਰੀਬਡੀ, ਮਟੀਰੀਅਲਿਜ਼ਮ ਇੰਨਾ ਆ, ਚੀਜ਼ਾਂ ਦੀ ਭੁੱਖ ਆ, ਲੋਕ ਕਿੱਧਰ ਭੱਜੇ ਫਿਰਦੇ ਆ, ਇਹ ਤਾਂ ਗੱਲ ਭੁੱਲੇ ਗਏ। ਉਹ 'ਚ ਬੰਦੇ, ਕਈ ਬੰਦੇ ਦਬਾਅ 'ਚ ਆ ਜਾਂਦੇ ਆ, ਕਮਜ਼ੋਰੀਆਂ 'ਚ ਆ ਜਾਂਦੇ ਆ, ਆਪਣੇ ਆਪ 'ਚ ਨੁਕਸ ਕੱਢਣ ਲੱਗ ਪੈਂਦੇ ਆ, ਵਿਕਟਮਾਈਜੇਸ਼ਨ 'ਚ ਆ ਜਾਂਦੇ ਆ, ਡਿਪਰੈਸ਼ਨ 'ਚ ਵੀ ਆ ਜਾਂਦੇ ਆ। ਉਹ ਆਉਂਦੇ ਆ ਜਦੋਂ ਤੁਸੀਂ ਪਾਠ ਵਾਲਾ, ਸਿਮਰਨ ਵਾਲਾ, ਆਪਣੀਆਂ ਜੜ੍ਹਾਂ ਤੋਂ ਥੋੜ੍ਹਾ ਦੂਰ ਹੁੰਦੇ ਆ। ਉਹ ਆ ਜਾਂਦੇ ਆ ਕੁਦਰਤੀ, ਪਰ ਉਹ 'ਚ ਕੋਈ, ਉਹ ਟੈਂਪਰਰੀ ਹੁੰਦੇ ਆ। ਅਸੀਂ ਉਮੀਦ ਕਰਦੇ ਹਾਂ ਫਿਰ ਉਹ ਆਪਣੇ ਨੂੰ ਕਰੈਕਟ ਕਰ। ਜਿਹੜਾ ਇਹ ਕਹਿਣਾ ਕਿ ਉਹ ਏਜੰਸੀਆਂ ਦੇ ਬੰਦੇ ਇੱਦਾਂ ਨਹੀਂ ਹੁੰਦੇ। ਏਜੰਸੀਆਂ ਦੇ ਜਿਹੜੇ ਬੰਦੇ ਬਹੁਤ ਹੁੰਦੇ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਉਹਦਾ ਪਤਾ ਵੀ ਨਹੀਂ ਲੱਗਦਾ। ਇਹ ਐਵੇਂ ਕਹੀ ਜਾਣਾ। ਇਹ ਨੈਗੇਟਿਵਿਟੀ ਜਦੋਂ ਆ ਜਾਂਦੀ ਕਿ ਨਹੀਂ ਕਿਸੇ ਗਰੁੱਪ ਦੇ ਵਿੱਚ, ਜਾਂ ਸਮੁੱਚੀ ਕੌਮ 'ਚ ਆਫਟਰ 92 ਆਈ, ਕਿ ਲੋਕ ਸੋਚਣ ਲੱਗ ਪਏ ਕਿ ਅਸੀਂ ਹਾਰ ਗਏ, ਹੈ ਨਾ। ਉਹ ਆਈ ਯੂਥ ਦੇ ਵਿੱਚ। ਉਹ ਫਿਰ ਬੰਦਿਆਂ 'ਚ ਕਈ ਨਸ਼ਾ ਦਾ ਵੀ ਇੱਕ ਕਾਰਨ ਆ, ਉਹ ਪ੍ਰਵਾਸ ਦਾ ਵੀ ਇੱਕ ਕਾਰਨ ਆ, ਕਿਰਤ ਨਾਲ ਟੁੱਟਣ ਦਾ ਵੀ ਇੱਕ ਕਾਰਨ ਆ, ਹੈ ਨਾ, ਅਤੇ ਸਕੇਪਿਜ਼ਮ ਵੀ ਇੱਕ ਕਾਰਨ ਆ। ਉਹ ਆਈ, ਉਹਦੇ ਵਿੱਚੋਂ ਇੱਕ ਇਹ ਵੀ ਮਾਹੌਲ ਆਉਂਦਾ ਆ ਕਿ ਆਹ ਵੀ ਸਾਜ਼ਿਸ਼ ਆ, ਆਹ ਵੀ ਸਰਕਾਰੀ ਆ। ਨੁਕਸ ਕੱਢਣ ਦਾ, ਚੀਜ਼ਾਂ ਨੂੰ ਢਾਉਣ ਦਾ, ਇਹ ਨਹੀਂ ਚਾਹੀਦਾ। ਇਹ ਆਉਂਦਾ ਹੁੰਦਾ ਕੁਦਰਤੀ ਆ, ਸਾਰਿਆਂ 'ਚ ਹੀ ਆਉਂਦਾ, ਸਾਡੇ 'ਚ ਵੀ ਆਇਆ। ਮੈਂ ਉਮੀਦ ਕਰਦਾ ਕਿ ਬੰਦੇ ਹੁਣ ਉਹ ਇਹ ਗੱਲ ਨੂੰ ਸਮਝਣਗੇ। ਬਹੁਤ ਵੱਡੀ ਜੰਗ ਜਾਰੀ ਆ। ਉਸ ਵਕਤ ਉਹ ਦੌਰ ਸੀ ਹਥਿਆਰਬੰਦ ਸੰਘਰਸ਼ ਦਾ, ਅਸੀਂ ਲੜੇ ਹਾਂ, ਸਾਨੂੰ ਬਹੁਤ ਫਖਰ ਆ ਉੱਤੇ, ਅਤੇ ਅਸੀਂ ਬਿਲਕੁਲ ਨਹੀਂ ਹਾਰੇ, ਅਸੀਂ ਉਵੇਂ ਹੀ ਹਾਂ। ਹੁਣ ਹੋਰ ਦੌਰ ਆ, ਜੇਲ੍ਹਾਂ ਦੇ ਵੀ ਦੌਰ ਆਏ ਆ, ਓਵਰਗਰਾਊਂਡ ਮੂਵ ਦੇ ਦੌਰ ਆ, ਅਤੇ ਹੁਣ ਅਸਲ ਦੌਰ ਵਿਚਾਰਾਂ ਅਤੇ ਆਪਣੇ ਅਮਲ ਦਾ ਆ। ਸਾਨੂੰ ਉੱਥੇ ਆਉਣਾ ਚਾਹੀਦਾ, ਆਪਣੇ ਜੜ੍ਹਾਂ ਵੱਲ ਨੂੰ ਮੁੜਨਾ ਚਾਹੀਦਾ, ਗੁਰੂ 'ਤੇ ਟੇਕ ਰੱਖ ਕੇ, ਆਪਣੀ ਪਰੰਪਰਾ ਤੋਂ ਸੇਧ ਲੈ ਕੇ, ਯੂਥ ਨੂੰ ਆਪਣੇ ਆਪ ਨੂੰ ਸੰਭਾਲਣਾ ਚਾਹੀਦਾ ਕਿ ਉਹ ਕੌਣ ਆ, ਕੀ ਆ, ਸਾਡਾ ਪਿਛੋਕੜ ਕੀ ਆ, ਅਸੀਂ ਕੀ ਬਣਨਾ ਆ। ਸਾਰੀ ਦੁਨੀਆ ਜਾਣੀ ਕਿ ਇਸ ਵੇਲੇ ਇੱਕ ਕ੍ਰਾਈਸਿਸ 'ਚ ਆ। ਓਵਰਆਲ ਆਈਡੀਆ ਦਾ ਵੀ ਕ੍ਰਾਈਸਿਸ ਆ, ਸਟਰਕਚਰਸ ਦਾ ਵੀ ਕ੍ਰਾਈਸਿਸ ਆ, ਜੀਓਪੋਲੀਟੀਕਲੀ ਕਿੰਨੀ ਵੋਲੇਟਾਈਲ ਸਿਚੁਏਸ਼ਨ ਆ, ਸਾਰਾ ਕੁਛ ਹੀ ਟੁੱਟ ਰਿਹਾ ਆ, ਸਾਰਾ ਕੁਛ ਰੀਸੈਟਿੰਗ ਹੋ ਰਿਹਾ, ਕੁਛ ਵੀ ਪ੍ਰੈਡਿਕਟੇਬਲ ਨਹੀਂ ਗਾ। ਔਰ ਸਬ ਕੰਟੀਨੈਂਟਲ ਲੈਵਲ 'ਤੇ ਕਿੰਨਾ ਜ਼ਿਆਦਾ ਪੋਲਰਾਈਜ਼ੇਸ਼ਨ, ਐਕਸਟ੍ਰੀਮ, ਕੁਛ ਵੀ ਕਿਸੇ ਟਾਈਮ ਹੋ ਸਕਦਾ। ਇਹੋ ਜਿਹੇ ਟਾਈਮ 'ਚ ਯੂਥ ਨੂੰ, ਪੰਥ ਨੂੰ ਬਹੁਤ ਜ਼ਰੂਰੀ ਆ ਕਿ ਆਪਣੇ ਜੜ੍ਹਾਂ ਨਾਲ ਜੁੜਨ ਅਤੇ ਆਪਣੀਆਂ ਪਰੰਪਰਾਵਾਂ ਨੂੰ ਸੁਰਜੀਤ ਕਰਨ। ਆਪਣੇ ਹਿਸਾਬ ਨਾਲ, ਜਿਵੇਂ ਸਿੱਖ ਜਥੇਬੰਦ ਹੁੰਦੇ, ਜਥਿਆਂ 'ਚ ਜਥੇਬੰਦ ਹੋਣ, ਆਪਣੇ ਹਿਸਾਬ ਨਾਲ ਡਿਸੀਜ਼ਨ ਲੈਣ ਗੁਰਮਤਿ ਅਨੁਸਾਰ, ਆਪਣੇ ਹਿਸਾਬ ਨਾਲ ਲੀਡਰ ਚੁਣ ਪੰਚ ਪ੍ਰਧਾਨੀ ਅਨੁਸਾਰ। ਅਤੇ ਜੋ ਪੰਥ ਦੀ ਅੰਦਰਲੀ ਜੋ ਸਫਾਬੰਦੀ, ਕੰਤਾਰਬੰਦੀ ਆ, ਇਹੋ ਜਿਹੇ ਕ੍ਰਾਈਸਿਸ ਤੋਂ ਬਾਅਦ ਜੋ ਇਮੀਨੈਂਟ ਆ, ਇਹ ਸਬ ਕੰਟੀਨੈਂਟ ਲੈਵਲ 'ਤੇ ਵੀ, ਅਤੇ ਸਾਰੇ, ਅਤੇ ਪੰਥ ਨੂੰ ਚਾਹੀਦਾ ਕਿ ਉਹ ਵਿੱਚ ਬਿਲਕੁਲ ਹੀ ਅਚਨਚੇਤ ਹੀ ਨਾ ਘੇਰੇ 'ਚ ਆ ਜਾਵੇ। ਉਹ ਅੰਦਰੂਨੀ ਤੌਰ 'ਤੇ ਆਪਣੀ ਕਤਾਰਬੰਦੀ ਕਰਨੀ ਚਾਹੀਦੀ ਆ ਕਿ ਅਕਾਲ ਤਖਤ ਆਜ਼ਾਦ ਹੋਣਾ ਚਾਹੀਦਾ, ਗੁਰਦੁਆਰਿਆਂ ਦਾ ਪ੍ਰੋਪਰ ਪ੍ਰਬੰਧ ਹੋਣਾ ਚਾਹੀਦਾ ਆ। ਪੋਲੀਟੀਕਲ ਲੈਵਲ 'ਤੇ ਜਿਹੜੀ ਵਿਦਨ ਕੌਂਸਟੀਟਿਊਸ਼ਨ ਲੜਨ ਵਾਲੇ ਬੰਦੇ, ਉਹਨਾਂ ਦੀ ਲਹਿਦਾ ਬੰਦੇ ਹੋਣੇ ਚਾਹੀਦੇ ਆ। ਅਤੇ ਖਾਲਸਾ ਪੰਥ ਜਿਹੜਾ ਰੀਅਲ ਹੈ, ਜਿਸ ਰਾਹ 'ਤੇ ਅਸੀਂ ਤੁਰ ਰਹੇ ਹਾਂ, ਜਿਨ੍ਹਾਂ ਨੇ ਇਹ ਸਭ ਕੁਛ ਸਾਈਡ 'ਤੇ ਰਹਿ ਕੇ ਕਰਨ, ਨਿਸ਼ਕਾਮ ਰੂਪ 'ਚ ਕਰਨਾ ਆ, ਉਹਨਾਂ ਨੂੰ ਆਪਣਾ ਰੋਲ ਪਛਾਣਨਾ ਚਾਹੀਦਾ। ਅਤੇ ਇਹ ਬਹੁਤ ਜ਼ਿਆਦਾ ਕੰਮ ਕਰਨ ਦਾ ਸਮਾਂ ਆ, ਕ੍ਰਾਈਸਿਸ ਵਾਲਾ ਕੰਮ। ਤੁਹਾਨੂੰ ਲੱਗਦਾ ਉਹ ਮੂਵਮੈਂਟ 'ਚੋਂ ਕੁਛ ਬੰਦੇ ਅਗਰ
ਸਰਵਾਈਵ ਕਰਦੇ, ਸ਼ਾਇਦ ਕੋਈ ਤਸਵੀਰ ਹੋਰ ਬਣਦੀ ਰਾਜਨੀਤੀ ਦੀ ਹੁਣ ਦੀ, ਜਾਂ ਤੁਹਾਡੇ ਨਾਲ ਕਿਤੇ ਜਿਵੇਂ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਸੀਗੇ, ਨਹੀਂ ਤੁਹਾਡਾ ਉਹਨਾਂ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਰਿਹਾ ਉਹ ਵੀ ਦੱਸੋ। ਉਹ ਤਾਂ ਬਿਲਕੁਲ ਹੀ ਭਰਾਵਾਂ ਵਾਂਗ ਸੀ, ਇਕੱਠੇ ਹੀ ਰਹਿੰਦੇ ਸੀ। ਜਿੱਦਾਂ ਹੁਣ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਕੰਵਰਜੀਤ ਸਿੰਘ ਸੁਲਤਾਨਵਿੰਡ, ਹਰਮਿੰਦਰ ਸਿੰਘ ਸੁਲਤਾਨਵਿੰਡ, ਪਰਮਜੀਤ ਸਿੰਘ, ਭਾਈ ਨੋਕ ਸਿੰਘ, ਸੁਲੱਖਣ ਸਿੰਘ, ਸੁਖਵਿੰਦਰ ਸਿੰਘ ਸੰਘਾ, ਰਿਸ਼ਪਾਲ ਸਿੰਘ ਛੰਦੜਾ, ਬਾਕੀ ਆਪਣੇ ਸਾਡੇ ਗਰੁੱਪ ਵਾਲੇ ਜਿੰਨੇ ਸਿੰਘ, ਹੋਰ ਵੀ ਫੈਡਰੇਸ਼ਨ ਵਾਲੇ ਸਿੰਘ ਸੀ, ਗੁਰਜੀਤ ਸਿੰਘ ਹੋਣੀ, ਜਿੰਨੇ ਵੀ ਮੈਂ ਨਾਮ ਲਵਾਂ, ਅਸੀਂ ਤਾਂ ਤਕਰੀਬਨ ਨਾਮ ਜਥੇਬੰਦੀਆਂ ਸੀਗੀਆਂ। ਜਿਹੜਾ ਰੀਅਲ ਗਰੁੱਪ ਸੀ ਭਰਾਵਾਂ ਵਾਂਗੀ ਸੀਗੇ। ਅਸੀਂ ਬਹੁਤ ਵਾਰ ਇਕੱਠੇ ਹੁੰਦੇ ਸੀ, ਇਲੈਕਸ਼ਨਾਂ 'ਚ ਵੀ ਇਕੱਠੇ ਹੁੰਦੇ ਸੀ। ਫਿਰ ਸੋਚ ਲੈਂਦੇ ਸੀ ਇਹ ਕਿਹੜੀ ਜ਼ਿੰਮੇਵਾਰੀ ਲੈਣੀ, ਇੱਦਾਂ ਵੀ ਲੈ ਲੈਂਦੇ ਸੀਗੇ। ਉੱਪਰਲੇ ਲੈਵਲ 'ਤੇ ਇਸ ਤਰ੍ਹਾਂ ਸੀਗਾ। ਤੇ ਜਿਹੜੀ ਤੁਸੀਂ ਸਵਾਲ ਕੀਤਾ ਕਿ ਕੋਈ ਬੰਦੇ ਸਰਵਾਈਵ ਕਰ ਜਾਂਦੇ, ਨਹੀਂ, ਕੁਛ ਨਹੀਂ ਸੀ ਹੋਣਾ। ਜੋ ਕੁਛ ਹੋਇਆ ਭਾਣੇ 'ਚ ਹੀ ਹੁੰਦਾ, ਜੋ ਹੁੰਦਾ ਗੁਰੂ ਦੇ ਭਾਣੇ 'ਚ ਆ, ਇੱਦਾਂ ਹੀ ਹੋਣਾ ਹੁੰਦਾ ਆ। ਅਤੇ ਮੈਂ ਇੱਕ ਗੱਲ ਚਮਕਾ ਦੇਵਾਂ ਕਿ ਇੱਦਾਂ ਹੀ ਹੋਣਾ ਹੁੰਦਾ। ਅਤੇ ਉਸ ਫੇਸ ਦੇ ਵਿੱਚ ਸੰਤਾਂ ਨੇ ਪ੍ਰਗਟ ਹੋਣਾ ਸੀ, ਉਹਨਾਂ ਨੇ ਅਕਾਲ ਤਖ਼ਤ 'ਤੇ ਖੜ੍ਹਨਾ ਸੀ, ਜੰਗ ਲੜਨੀ ਸੀ ਦਿੱਲੀ ਦੇ ਤਖ਼ਤ ਵਿਰੁੱਧ, ਜੋ ਇੱਕ ਮਾਡਰਨ ਸਟੇਟ ਆ, ਜੋ ਮਟੀਰੀਅਲਿਜ਼ਮ 'ਤੇ ਦੁਨੀਆ 'ਤੇ ਖੜ੍ਹਾ ਆ। ਅਤੇ ਉਹਨਾਂ ਨੇ ਸੋਲ ਦੀ ਅਤੇ ਵਿਸ਼ਵਾਸ ਦੀ ਲੜਾਈ ਲੜਨੀ ਸੀ, ਜੋ ਖਾਲਸੇ ਦੇ ਅਗਲੇਰੇ ਰਾਹ 'ਤੇ ਉਹ ਲੜੀ ਆ। ਉਦੋਂ ਬਾਅਦ ਜਿਹੜੇ ਸਾਡੇ ਵਰਗੇ ਸਿੰਘ ਸੀ, ਉਹਨਾਂ ਨੇ ਉਸ ਰਾਹਾਂ 'ਤੇ ਸਟਰਗਲ, ਜੰਗ 'ਤੇ ਸ਼ਹਾਦਤਾਂ ਕਰਨੀਆਂ ਸੀ। ਉਹਦਾ ਇੱਕ ਲਿਮਟਿਡ ਟਾਈਮ ਸਪੈਨ ਹੀ ਸੀਗਾ, ਉਨਾ ਹੀ ਚੱਲਣਾ ਸੀ। ਉਸ ਤੋਂ ਬਾਅਦ ਕੋਈ ਉਹਦੇ ਇਸ ਤਰ੍ਹਾਂ ਰਿਜ਼ਲਟਸ ਨਹੀਂ ਸੀ ਆਉਣੇ। ਉਹਨਾਂ ਨੇ ਆਪਣਾ ਰੋਲ ਪਲੇ ਕੀਤਾ। ਉਹਦੇ ਜੇ ਅੱਗੇ ਉਹਦੀ ਇੰਟਰਪ੍ਰੀਟੇਸ਼ਨ ਆ, ਉਹਦੇ ਰਿਜ਼ਲਟਸ ਆ, ਉਹ ਤਾਂ ਹੁਣ ਵਾਲੀਆਂ ਸੰਗਤਾਂ ਅਤੇ ਹੁਣ ਵਾਲੇ ਯੂਥ ਨੇ, ਉਹਨਾਂ ਨੇ ਉੱਥੋਂ ਪਿਕਅਪ ਕਰਨਾ ਆ। ਉਹ ਆਪਾਂ ਦੇਖ ਰਹੇ ਹਾਂ। ਆਪਾਂ ਦੇਖ ਰਹੇ ਹਾਂ ਕਿ ਜੋ ਤੁਸੀਂ ਆ ਦੇਖ ਰਹੇ ਹੋ ਪਿਛਲੇ ਸਮਿਆਂ 'ਚ, ਜੇ ਸਰਸੇ ਵਾਲੇ ਵੇਲੇ ਜੋ ਇੱਕ ਅਪਸਰਜ ਹੋਈ ਆ, ਜੋ ਬੇਅਦਬੀਆਂ ਵੇਲੇ ਅਪਸਰਜ ਹੋਈ ਆ, ਜਾਂ ਰਾਜੋਆਣ ਦੀ ਫਾਂਸੀ ਵੇਲੇ ਹੋਈ ਆ, ਭੁੱਲਰ ਸਾਹਿਬ ਦੀ ਫਾਂਸੀ ਵੇਲੇ ਹੋਈ ਆ, ਜੋ ਕਿਸਾਨ ਮੋਰਚੇ ਵਿੱਚ ਪੰਥ ਦੀ ਕਲਾ ਵਰਤ ਰਹੀ ਸੀ, ਉੱਥੇ ਗੁਰੂ ਦੀ ਕਲਾ ਜਿਹਨੂੰ ਕਹਿੰਦੇ ਸੀ, ਹੈ ਨਾ, ਜਿੱਥੇ ਉੱਥੇ ਮਾਹੌਲ ਹੀ ਹੋਰ ਸੀ, ਉਹ ਵਰਤ ਰਹੀ ਹੈ ਕਲਾ। ਅਤੇ ਫਿਰ ਜਿਸ ਤਰੀਕੇ ਨਾਲ ਉਹਦਾ ਇੰਤਜ਼ਾਮ ਹੋਇਆ ਆ, ਫਿਰ ਜਿਹੜੀਆਂ ਇੱਕ ਕਿਸੇ ਥੋੜ੍ਹੇ ਰੂਪ 'ਚ ਦੀਪ ਵਾਲੇ ਉਹਦੀ ਮੌਤ ਹੁੰਦੀ ਆ, ਜਾਂ ਸਿੱਧੂ ਮੂਸੇ ਵਾਲੇ ਹੁੰਦੀ ਆ, ਉਹਦੇ ਵਿੱਚ ਵੀ ਉਹ ਕਿਸੇ ਰੂਪ 'ਚ ਉਹਦੇ ਸ਼ੇਡਸ ਮਿਲਦੇ ਨੇ। ਇੱਥੇ ਬੰਦੇ ਨਹੀਂ ਮੈਟਰ ਕਰਦੇ ਕਿ ਬੰਦਾ ਕੌਣ ਆ, ਇੰਸਟੈਂਸ ਕੌਣ ਆ, ਉਹਦੇ ਪਿੱਛੇ ਜਿਹੜੀ ਉਹ ਸਾਰੇ ਆ, ਉਹਦੇ ਪਿੱਛੇ ਉਹ ਸੰਘਰਸ਼ ਦੀਆਂ ਪਵਿੱਤਰ ਕੁਰਬਾਨੀਆਂ ਅਤੇ ਉਹ ਸੰਘਰਸ਼ ਦੀਆਂ ਘਾਲਨਾਵਾਂ ਆ। ਅਤੇ ਉਹ ਜੋ ਸਾਡਾ ਵਿਰਧ ਆ, ਜ਼ੁਲਮ ਖਿਲਾਫ ਲੜਨਾ ਅਤੇ ਜਰਮਾਨੇ ਦੀ ਭਖਿਆ ਕਰਨੀ ਅਤੇ ਦੀਨ ਦੀ ਰੱਖਿਆ ਕਰਨੀ ਅਤੇ ਸਰਬ ਦੇ ਭਲੇ ਲੜਨਾ ਅਤੇ ਸਟਰਗਲ ਕਰਨੀ, ਉਹ ਆ ਜੰਗ ਕਰਨ ਦੀ। ਉਹਦੇ ਵਿੱਚੋਂ ਸਾਰੇ ਆਉਂਦੇ ਆ ਅਤੇ ਉਹ ਜਜ਼ਬੇ ਹੁੰਦੇ ਆ ਅਤੇ ਉਸੇ ਕਰਕੇ ਆਉਂਦੇ ਆ ਉੱਥੇ। ਤਾਂ ਹੀ ਵੀ ਜਿਹੜੇ ਬੰਦੇ ਅੱਗੇ ਕੁਦਰਤੀ ਆ ਜਾਂਦੇ, ਉਹਨਾਂ ਤੋਂ ਸਾਂਭੇ ਨਹੀਂ ਜਾਂਦੇ, ਕਿਉਂਕਿ ਉਹਨਾਂ ਨੂੰ ਨਾ ਉਹਨਾਂ ਦੀ ਸਮਝ ਹੁੰਦੀ ਆ, ਨਾ ਉਹ ਸਾਂਭਣ ਵਾਲੇ ਆ। ਜਿੱਦਾਂ ਬੇਅਦਬੀਆਂ ਵੇਲੇ ਕੁਛ ਪ੍ਰਚਾਰਕ ਆ ਗਏ, ਉਹ ਵਿਚਾਰੇ ਉਹ ਨਹੀਂ ਸੀ ਸਾਂਭ ਸਕਦੇ ਉਸ ਚੀਜ਼ ਨੂੰ। ਇੱਥੇ ਕਿਸਾਨ ਲੀਡਰਸ਼ਿਪ, ਉਹ ਵਿਚਾਰੀ ਇਹ ਉਸ ਨੂੰ ਸਾਂਭਣ ਵਾਲੀ ਨਹੀਂ ਸੀ। ਹੋਰ ਵੀ ਜਿਹੜੇ ਬੰਦੇ ਉਹ ਮੌਤ ਤੱਕ ਤਾਂ ਜਾ ਸਕਦੇ, ਸਾਂਭ ਨਹੀਂ ਸਕਦੇ। ਉਹ ਤਾਂ ਵਰਤਾਰਾ ਹੋਰ ਆ। ਉਹ ਤਾਂ ਜਾਣੀ ਕਿ ਜਿਹੜਾ ਉਹ ਜਜ਼ਬਾ ਆ, ਉਹ ਤਾਂ ਅੱਗੇ ਚਾਹੁੰਦਾ ਕਿ ਜੰਗ ਅਤੇ ਸ਼ਹਾਦਤ, ਉਹ ਉਸ ਤਰ੍ਹਾਂ ਆਇਆ ਹੁੰਦਾ ਆ। ਉਹ 'ਚ ਉਹ ਬਹੁਤ ਪਿਓਰਿਟੀ ਆ ਖਾਲਸੇ ਵਾਲੀ, ਉਸ ਸਮੇਂ ਦੀ ਜੰਗ ਅਤੇ ਸ਼ਹਾਦਤ ਵਾਲੀ, ਆਪਾ ਵਾਰਨ ਵਾਲੀ, ਇੰਸਟੈਂਟ ਉਹ ਜੰਗ ਭਾਲਦਾ। ਅਤੇ ਜੋ ਵੱਡੀ ਜਾਣੀ ਕਿ ਦਿਖਾਂਤ ਇਹ ਹੈ ਕਿ ਇਹ ਅਫਸਰਜ ਖੜ੍ਹ ਤਾਂ ਜਾਂਦੇ ਆ ਕਿਸੇ ਇੰਸਟੀਗੇਸ਼ਨ ਜਾਂ ਕਿਤੇ ਕਿਸੇ ਪ੍ਰੋਸੈਸ ਰਾਹੀਂ। ਕੁਛ ਬੰਦੇ ਅੱਗੇ ਆ ਜਾਂਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਆ ਗਏ, ਨਾ ਉਹ ਸਾਹਮਣੇ ਜੋਗੇ ਹੁੰਦੇ। ਅਤੇ ਫਿਰ ਇਹਦਾ ਕਲਮੀਨੇਸ਼ਨ ਕੀ ਹੁੰਦਾ? ਪਹਿਲਾਂ ਤਾਂ ਹੁੰਦਾ ਸੀ ਕਿ ਜੰਗ, ਲੋਕ ਜੰਗ ਕਰਦੇ, ਸ਼ਹਾਦਤ ਹੁੰਦਾ ਸੀ, ਫਤਿਹ ਹੁੰਦੀ ਸੀ, ਜਾਂ ਸ਼ਹਾਦਤ ਹੁੰਦੀ ਸੀ। ਹੁਣ ਅੱਗੇ ਕੋਈ ਦੁਸ਼ਮਣ ਦਿਖਦਾ ਤਾਂ ਹੈ ਨਹੀਂ ਗਾ, ਕੋਈ ਜੰਗ ਤਾਂ ਹੈ ਨਹੀਂ ਗੀ। ਇਨਵਿਜ਼ੂਅਲ ਜੰਗ, ਹਾਂ, ਇਹ ਇਨਵਿਜ਼ੂਅਲ ਜੰਗ ਆ। ਇੱਥੇ ਜੰਗ ਤਾਂ ਤੁਸੀਂ ਆਪਣੇ ਰੂਟਸ ਵੱਲ ਜਾ ਕੇ ਆਪਣੇ ਕਰੈਕਟਰ ਬਿਲਡ ਕਰਨੇ ਆ, ਆਪਣੇ ਅਮਲਾਂ 'ਤੇ ਤੁਹਾਡੇ ਕਿਰਦਾਰਾਂ ਨੂੰ ਬਿਲਡ ਕਰਨਾ ਆ, ਕਪੈਸਿਟੀਜ਼ 'ਤੇ ਤੁਸੀਂ ਸਟਰੈਂਥਸ ਬਿਲਡ ਕਰਨੀਆਂ ਆ, ਕੌਮੀ ਆਪਣੀ ਇੰਸਟੀਟਿਊਸ਼ਨ ਬਿਲਡ ਕਰਨੀ ਹੈ ਗੁਰੂ ਵਾਲੇ। ਉਸ ਤੋਂ ਬਾਅਦ ਤੁਸੀਂ ਦੁਨੀਆ 'ਚ ਆਉਣਾ ਆ। ਫਿਰ ਜਿਹੜੀ ਇਹ ਫਿਜ਼ੀਕਲ ਜੰਗ ਆ, ਉਹਦੇ ਤਾਂ ਹੋਰ ਰੂਪ ਬਾਅਦ 'ਚ ਹੋ ਸਕਦੇ ਆ, ਪਰ ਹਾਲੇ ਤਾਂ ਉਹ ਹੈ ਨਹੀਂ। ਡਿਮਾਂਡ ਉਹ ਆ,
ਹੁਣ ਉਹ ਜਦੋਂ ਤੁਸੀਂ ਇਕੱਠਾ ਕਰਕੇ ਲਿਆਉਂਦੇ ਉਹਨੂੰ ਇਹ ਗੱਲ ਸਮਝਾਓ, ਸਮਝਦਾ ਨਹੀਂ, ਕਿ ਉਹ ਸਮਝ ਨਹੀਂ ਸਕਦਾ ਸਹਿਜ ਵਾਲੀ ਗੱਲ। ਉਹ ਜਿਹੜਾ ਕਰਾਊਡ ਆ ਉਹਦੇ ਵਿੱਚ ਬਹੁਤ ਕੁਛ ਬਹੁਤ ਪੋਜ਼ਿਟਿਵ ਹੈ, ਬਹੁਤ ਕੁਛ ਭੀੜ ਵਾਲਾ ਵੀ ਆ, ਜਿਹੜਾ ਹੋਣ ਵਾਲਾ ਮਟੀਰੀਅਲ ਚੱਲ ਪਿਆ ਆ, ਜਿਹਨੂੰ ਕਿਸੇ ਚੀਜ਼ ਦੀ ਨਹੀਂ, ਜਿਹੜਾ ਇੰਸਟੈਂਟ ਵਾਲਾ ਇੰਸਟੈਂਸ ਜਾਂ ਜਿੱਦਾਂ ਫੇਸਬੁੱਕ ਵਾਲਾ ਮਹਿਕਮਾ ਉਹੋ ਜਿਹਾ ਵੀ ਆ, ਜਿਸ 'ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ, ਕੋਈ ਪਤਾ ਨਹੀਂ ਉਹਨਾਂ ਨੂੰ ਅੱਗੇ ਭਾਵੇਂ ਕੋਈ ਉਹ ਨਾਂ ਲੈ ਕੇ ਖਾਲਿਸਤਾਨ ਵਾਲਾ, ਬਿਲਕੁਲ ਖਾਲਿਸਤਾਨ ਦੀ ਐਂਟੀਥੀਸਿਸ ਵੀ ਆ ਜੇ, ਉਹਨਾਂ ਨੇ ਉਹਦੇ ਪਿੱਛੇ ਵੀ ਚੱਲ ਪੈਣਾ ਹੈ। ਥੋੜ੍ਹੇ ਚਿਰ ਬਾਅਦ ਦੇਖਣਾ ਕਿ ਇਹ ਤਾਂ ਹੈ ਨਹੀਂ। ਇਹ ਗੱਲ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਇਹ ਉਹਦਾ ਹੀ ਆ ਫਿਨੋਮੀਨਨ, ਸਟੇਟ ਨੂੰ ਇਹ ਗੱਲ ਦੀ ਸਮਝ ਆ। ਅਤੇ ਇਹ ਤਾਂ ਸਾਰਾ ਕੁਛ ਜਿਉਂਦਾ ਜਾਗਦਾ ਆ। ਇਸੇ ਕਰਕੇ ਜਿਹੜਾ ਅਸੀਂ ਇਹ ਗੱਲ ਕਰਦੇ ਹਾਂ, ਕਈ ਬੰਦੇ ਕਰਦੇ ਕਿ ਤੁਸੀਂ ਇਲੈਕਸ਼ਨ ਕਿਉਂ ਨਹੀਂ ਲੜੀ, ਇਲੈਕਸ਼ਨ ਵਾਲੀ ਕੀ ਗੱਲ, ਉਹ ਇਹੀ ਕਾਰਨ ਆ ਕਿ ਖਾਲਸਾ ਨਹੀਂ ਕਦੀ ਇਲੈਕਸ਼ਨ ਲੜਨਾ ਸੀ। ਖਾਲਸੇ ਨੂੰ ਪਾਤਸ਼ਾਹੀ ਤਾਂ ਪਰ ਮਾਨੋਚਾਲ ਸੀਗੇ ਮੂਵਮੈਂਟ ਪੱਕਸੀ ਇਲੈਕਸ਼ਨ ਦੇ ਦਿੱਤੀ ਹੋਈ ਆ। ਇਹ ਤਾਂ ਇਲੈਕਸ਼ਨ ਤਾਂ ਜੇ ਲੜਨੀ ਸੀ ਹੋਰ ਹਿੱਸਿਆਂ ਨੇ ਲੜਨੀ ਸੀ, ਜਿਹਨਾਂ ਨੇ ਸਿਸਟਮ 'ਚ ਰਹਿ ਕੇ ਕੁਛ ਹਿੱਸੇ ਸੀਗੇ। ਮੈਂ ਮੰਨਦਾ ਕਿ ਅਰਾਊਂਡ 10-15% ਬੰਦੇ ਸੀਗੇ ਜਿਹੜੇ ਇਸ ਤਰ੍ਹਾਂ ਸੋਚਦੇ ਸੀ, ਜਿਨ੍ਹਾਂ ਨੂੰ ਉਹਨਾਂ ਦੇ ਐਡਵਾਈਜ਼ਰਾਂ ਨੇ ਇਸ ਤਰੀਕੇ ਨਾਲ ਕੀਤਾ ਸੀ, ਯਾਨੀ ਕਿ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਸੀ। ਪਰ ਮੂਵਮੈਂਟ ਟੋਟਲ ਥੋੜ੍ਹਾ ਜਿਹਾ ਇਹ ਕਿਵੇਂ ਹੋ ਸਕਦਾ, ਜਿਹੜੀ ਖਾਲਸੇ ਦੀ ਜੰਗ ਆ ਉਹ ਇੱਕ ਇਲੈਕਸ਼ਨ, ਉਹ ਵੀ ਇੱਕ ਬੰਦੇ ਇੱਕ ਪਾਰਟੀ ਦੀ ਫਤਿਹ 'ਚੋਂ ਖਤਮ ਹੋ ਜਾਵੇ। ਉਹ ਜੋ ਉੱਥੇ ਹੋ ਰਿਹਾ ਸੀ, ਜੋ ਟਰਡੀਸ਼ਨ ਵਾਲੇ ਬੰਦੇ ਆਪਣੇ ਬੰਦੇ, ਉਹ ਇਹ ਕੋਸ਼ਿਸ਼ ਕਰੀ ਜਾ ਰਹੇ ਸੀ। ਅਸੀਂ ਉਹਨਾਂ ਨੂੰ ਬਹੁਤ ਸਮਝਾਇਆ ਕਿ ਅਸੀਂ ਤਾਂ ਪਹਿਰੇਦਾਰ ਵਾਲੇ ਆ, ਅਸੀਂ ਕੋਈ ਕਿਸੇ ਤਖਤ ਤੋਂ ਰਾਜ ਥੋੜ੍ਹਾ ਲੈ ਸਕਦੇ, ਸਾਡਾ ਤਾਂ ਦਾਅਵਾ ਸਿੱਧਾ ਆ, ਅਸੀਂ ਤਾਂ ਉਹ ਤਖਤ ਨੂੰ ਨਹੀਂ ਮੰਨਦੇ। ਜੇ ਤੁਸੀਂ ਇਲੈਕਸ਼ਨ ਲੜਨੀ ਆ, ਅਸੀਂ ਇਲੈਕਸ਼ਨ ਦੇ ਇਸ ਤਰੀਕੇ ਨਾਲ ਵਿਰੋਧ ਨਹੀਂ, ਤੁਸੀਂ ਇਲੈਕਸ਼ਨ ਲੜਨੇ ਹੋ, ਤੁਸੀਂ ਸਾਰੇ ਪੰਥ ਜੇ ਇਕੱਠੇ ਹੋ ਕੇ ਇੱਕ ਸਹੀ ਪੰਥਕ ਜੁਗਤ ਨਾਲ ਪੰਥ ਤੇ ਪੰਜਾਬ ਲਈ ਉਹੋ ਜਿਹਾ ਬਣ ਕੇ ਲੜੋ। ਅਸੀਂ ਕਦੇ ਨਹੀਂ ਇਹਨਾਂ ਨੂੰ ਇਸ ਤੋਂ ਰੋਕਿਆ। ਬੰਦੇ ਜਿਉਂਦੇ ਜਾਗਦੇ ਆ। 91 ਤੋਂ ਪਹਿਲਾਂ ਇਹਨਾਂ ਨਾਲ ਗੱਲਾਂ ਹੋਈਆਂ ਆ ਕਿ, ਪਰ ਇਹਨਾਂ ਨੇ ਕਦੇ ਇਸ ਤਰ੍ਹਾਂ ਹੈ ਹੀ ਨਹੀਂ ਸੀ। ਉਦੋਂ ਵੀ ਇੰਨੇ ਗਰੁੱਪ, ਇੰਨੇ ਧੜੇ, ਤਾਂ ਸਾਰੇ ਇਹ ਚਾਹੁੰਦੇ ਸੀ ਕਿ ਜੋ ਮੂਵਮੈਂਟ ਦਾ ਜੋ ਵਿਰਸਾ ਆ, ਜੋ ਉਹਦੀ ਆ, ਉਹ ਬਸ ਉਹਨੂੰ ਕਹਿ ਦੇਣ, ਉਹਨੂੰ ਕੈਸ਼ ਕਰ ਲਓ। ਫਿਰ ਕੋਈ ਵਿਜ਼ਨ ਵੀ ਐਡਾ ਵੱਡਾ ਨਹੀਂ ਸੀ ਕਿ ਕਾਹਦੇ ਲਈ ਲੜਨੀ। ਬਹੁਤ ਬੰਦਿਆਂ ਦਾ ਇਹੀ ਸੀ, ਅਕਾਲੀਆਂ ਦੀ ਜਿਹੜੀ ਬਦਲ ਬਣਨਾ। ਉਹ ਆਪਾਂ ਦੇਖਦੇ ਕਿ ਜਿਨ੍ਹਾਂ ਨੇ ਬਾਅਦ 'ਚ ਆ ਕੇ ਹੋਰ ਪਾਰਟੀਆਂ ਚਲੇ ਗਏ, ਇਹੋ ਜਿਹੇ ਵਿਜ਼ਨ ਸੀ ਕਿ ਉਹਨਾਂ ਨੇ ਦੇਖਿਆ ਨਹੀਂ। ਅਕਾਲੀਆਂ 'ਚ ਵੀ ਚਲੇ ਗਏ, BJP 'ਚ ਵੀ ਚਲੇ ਗਏ, ਕਾਂਗਰਸ ਵੀ ਚਲੇ ਗਏ। ਕਿਉਂ ਚਲੇ ਗਏ? ਕਿਹੜਾ ਵਿਜ਼ਨ ਸੀ? ਕੋਈ ਆਦਰਸ਼ ਖਾਲਸਾ ਰਾਜ ਵਾਲਾ ਇਹੋ ਜਿਹੀ ਵੀ ਕਦੀ ਗੱਲ ਨਹੀਂ। ਨਾਲੇ ਅਸੀਂ ਉਹਨਾਂ ਨੂੰ ਇਹ ਥੋੜ੍ਹਾ ਕਦੀ ਰੋਕਿਆ ਕਿ ਅਸੀਂ ਹੁਣ ਵੀ ਯਾਨੀ ਕਿ ਜਿਹੜਾ ਇਹ ਫੀਲਡ ਆ ਵਿਦਨ ਕੌਂਸਟੀਟਿਊਸ਼ਨ ਵਾਲਾ, ਉੱਥੇ ਵੀ ਤਾਂ ਕਿਸੇ ਨੇ ਆਉਣਾ, ਉਹ ਖਾਲੀ ਥੋੜ੍ਹਾ ਛੱਡਿਆ ਜਾ ਸਕਦਾ ਪੰਜਾਬ ਵਾਲਾ। ਉਹ ਤਾਂ ਸਗੋਂ ਹੁਣ ਬਹੁਤ ਵੱਡਾ ਫੀਲਡ, ਵੱਧ ਅਧਿਕਾਰਾਂ ਵਾਲਾ ਖੁੱਲ੍ਹਾ ਆ, ਹੋਰ ਤੁਸੀਂ ਇੰਨਾ ਕਰ ਸਕਦੇ ਹੋ। ਉੱਥੇ ਪੰਜਾਬ ਤੇ ਪੰਥ ਪ੍ਰਸਤ, ਜਿਹੜੇ ਪੰਥ ਨੂੰ ਪ੍ਰਣਾਏ ਬੰਦੇ, ਪੰਜਾਬ ਪ੍ਰਸਤ ਇਨਕਲੂਸਿਵ ਹੋ ਕੇ ਉਹਨਾਂ ਨੂੰ ਕੋਈ ਬਣਾ ਕੇ ਰੀਅਲ ਤਿਰਾਉਣੀ ਚਾਹੀਦੀ ਆ। ਅਸੀਂ ਤਾਂ ਕਦੇ ਵੀ ਇਹ ਵਿਰੋਧ ਨਹੀਂ ਸੀ, ਅਸੀਂ ਹੁਣ ਵੀ ਚਾਹਾਂਗੇ ਆਵੇ। ਸਾਡਾ ਤਾਂ ਜਿਹੜਾ ਧਰਾਤਲ ਆ, ਸਾਡੀ ਥਾਂ ਤਾਂ ਖਾਲਸੇ ਵਾਲੀ ਹੈ। ਉੱਥੇ ਖੜ੍ਹਨ ਲਈ ਪਹਿਰਾ ਦੇਣਾ ਖਾਲਸੇ ਦੇ ਆਦਰਸ਼ਾਂ 'ਤੇ, ਉੱਥੇ ਪਹਿਰੇਦਾਰੀ ਕਰਨੀ। ਸਾਡਾ ਉੱਥੇ ਜਾ ਕੇ ਇਲੈਕਸ਼ਨ ਲੜਨਾ ਨਹੀਂ। ਉਹ ਇਹ ਗਲਤੀ ਕਰਦੇ ਨੇ, ਸਾਨੂੰ ਇਸ ਤਰੀਕੇ ਨਾਲ ਦੇਖਦੇ। ਹਾਲੇ ਤੱਕ ਇਸੇ ਦੀ ਲੋਕ ਸਵਾਲ ਕਰਦੇ ਆ ਕਿ ਮੂਵਮੈਂਟ ਦੇ ਐਡੇ ਲਾਈਮਲਾਈਟ 'ਚ ਰਹਿਣ ਵਾਲਾ ਨਾਂ, ਮੂਵਮੈਂਟ ਦਾ ਸਭ ਤੋਂ ਚਰਚਿਤ ਨਾਂ, ਮੂਵਮੈਂਟ ਦੇ ਸਭ ਤੋਂ ਵੱਡੇ ਐਕਸ਼ਨ ਕਰਨ ਵਾਲੇ ਦਲਜੀਤ ਬਿੱਟੂ ਇੰਨੇ ਲੋ ਪ੍ਰੋਫਾਈਲ ਕਿਉਂ ਹੋ ਗਏ? ਤੁਸੀਂ ਨਜ਼ਰ ਹੀ ਨਹੀਂ ਆਉਂਦੇ, ਕਿਤੇ ਲੀਡ ਕਰਦੇ ਨਹੀਂ ਨਜ਼ਰ ਆਉਂਦੇ। ਨਹੀਂ, ਉਹ ਇਹੀ ਗੱਲ ਹੈ ਕਿ ਦੇਖੋ, ਇੱਕ ਤਾਂ ਇਹ ਕਿ ਮੇਰਾ ਇੱਕ ਤਾਂ ਸੁਭਾਅ ਇਸ ਤਰ੍ਹਾਂ ਦਾ, ਸੁਭਾਅ ਇਸ ਤਰ੍ਹਾਂ ਕਿ ਮੈਂ ਪਹਿਲਾਂ ਕਦੀ ਵੀ ਲਾਈਮਲਾਈਟ 'ਚ ਆਇਆ ਨਹੀਂ, ਅਤੇ ਮੈਂ ਪਿੱਛੇ ਰਹਿ ਕੇ ਕੰਮ ਕਰਨਾ ਮੇਰਾ ਸੁਭਾਅ ਸ਼ੁਰੂ ਤੋਂ ਬਣਿਆ ਹੈ ਕਿ ਅੱਗੇ ਨਾ ਆਵਾਂ। ਫਿਰ ਜਦੋਂ ਮੂਵਮੈਂਟ 'ਚ ਵੀ ਗਏ, ਅਸੀਂ ਸੇਵਾ ਵਜੋਂ ਗਏ, ਇੱਕ ਗਰੁੱਪ ਬਣਾ ਕੇ ਕੰਮ ਕੀਤਾ, ਕਦੀ ਕੋਈ ਜ਼ਿੰਮੇਵਾਰੀ ਨਹੀਂ ਲਈ। ਫਿਰ ਵੀ ਅਸੀਂ ਸਾਰਿਆਂ ਨਾਲ ਹੀ ਕੰਮ ਕਰੀ ਜਾਂਦੇ ਸੀ। ਫਿਰ ਜਦੋਂ ਮੈਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ, ਮੈਨੂੰ ਨਹੀਂ ਸੀ ਪਤਾ ਬਣਾਇਆ ਸੀ, ਮੈਨੂੰ ਸੱਦਿਆ ਗਿਆ ਅਤੇ ਉੱਥੇ ਮੈਨੂੰ ਹੁਕਮ ਕੀਤਾ ਗਿਆ ਜਥੇਬੰਦੀਆਂ ਵੱਲੋਂ ਕਿ ਤੂੰ ਪ੍ਰਧਾਨ ਆ। ਉਦੋਂ ਮੈਂ ਉਦੋਂ ਨਹੀਂ ਅੰਮ੍ਰਿਤ ਛਕਿਆ। ਉਦੋਂ ਬਾਬਾ ਬਿਰਸਰਿੰਦਰ ਸਿੰਘ ਅਤੇ ਇਹਨਾਂ ਨੇ ਗੁਰਜੰਟ ਸਿੰਘ ਉਹਨਾਂ ਨੇ ਉਦੋਂ ਨਹੀਂ ਅੰਮ੍ਰਿਤ ਛਕਾਇਆ। ਮੈਂ ਤਾਂ ਤਿਆਰ ਵੀ ਨਹੀਂ ਸੀ। ਉਸ ਵਕਤ ਫੈਡਰੇਸ਼ਨ ਸਾਰੀ ਅੰਡਰਗਰਾਊਂਡ ਹੋ ਗਈ ਸੀ, ਫੈਡਰੇਸ਼ਨ ਵਾਲਿਆਂ ਨੂੰ ਮਾਰਨ ਲੱਗ ਪਏ ਸੀ। ਫਿਰ ਉਹਨੇ ਸੋਚਿਆ ਕਿ ਅੰਡਰਗਰਾਊਂਡ ਬੰਦਾ ਜਿਹੜਾ ਸਟੂਡੈਂਟ ਨਾਲ ਵਾਤਾਰਾ ਉਹ ਆਵੇ, ਹੈ ਨਾ, ਸਾਰਿਆਂ ਦੀ ਮੇਰੇ 'ਤੇ। ਉਹ ਇਸ ਤਰੀਕੇ ਨਾਲ ਮੈਂ ਲੀਡਰ ਬਣਿਆ ਕਿ ਮੇਰੇ 'ਤੇ ਤਾਂ ਜੂੜਾ ਪਾ ਦਿੱਤਾ ਗਿਆ ਕਿ ਕਰਨਾ, ਅਤੇ ਫਿਰ ਮੈਂ ਕੀਤਾ ਉਹ ਜਿੰਨਾ ਮੈਂ ਕਰ ਸਕਦਾ ਸੀ। ਫਿਰ ਮੈਂ ਜਦੋਂ ਉੱਧਰ ਸੀ ਅਤੇ ਬਾਅਦ 'ਚ ਪੰਥਕ ਕਮੇਟੀ 'ਚੋਂ ਬੰਦਾ ਸ਼ਹੀਦ ਹੋ ਗਿਆ,
ਉਹ ਸਭ ਤੋਂ ਵੱਡੀ ਜਗ੍ਹਾ। ਉੱਥੋਂ ਵੀ ਮੈਨੂੰ ਇਹਨਾਂ ਨੇ ਬਿਲਕੁਲ ਨਹੀਂ ਪੁੱਛਿਆ। ਉੱਥੋਂ ਇਹਨਾਂ ਨੇ ਸਾਰਿਆਂ ਨੇ ਰਾ ਕਰਕੇ ਮੇਰਾ ਨਾਂ ਉਦੋਂ ਵੀ ਪਾ ਦਿੱਤਾ ਕਿ ਤੂੰ ਪੰਥ ਕਮੇਟੀ ਮੈਂਬਰ ਵੀ ਆ। ਮੈਨੂੰ ਲੀਡਰਸ਼ਿਪ, ਮੈਂ ਕਦੇ ਵੀ ਲੀਡਰਸ਼ਿਪ ਲੈਣ ਨਹੀਂ ਗਿਆ। ਮੈਂ ਤਾਂ ਸਦਾ ਟਲਦਾ ਰਿਹਾ ਕਿ ਮੈਨੂੰ ਕਦੋਂ ਟਲਿਆ। ਜਦੋਂ ਮੈਂ ਇੱਧਰ ਆਇਆ 92, ਸਭ ਤੋਂ ਪਹਿਲਾਂ ਆ ਕੇ ਮੈਂ ਫੈਡਰੇਸ਼ਨ ਭੰਗ ਕੀਤੀ ਤੇ ਕਿਹਾ ਕਿ ਜਿਹੜੇ ਅਸਲ ਫੈਡਰੇਸ਼ਨ ਵਾਲੇ ਉਹ ਇਹਨੂੰ ਸਾਂਭੋ। ਉਹ ਮੈਂ ਉਦੋਂ ਹੀ ਆ ਕੇ ਫਸਟ ਡੇ ਇੰਨੇ ਰਿਸਕ ਲੈ ਕੇ ਇਹਨਾਂ ਬੰਦਿਆਂ ਨੂੰ ਮਿਲਿਆ ਜਿਹੜੇ ਓਵਰਗਰਾਊਂਡ ਸੀ ਕਿ ਭਾਈ ਤੁਸੀਂ ਕਰੋ। ਉਹ ਦੌਰ ਆਰਮਡ ਸਟਰਗਲ ਵਾਲਾ ਫੈਡਰੇਸ਼ਨ ਵਾਲਾ ਕਿਹਾ ਕਿ ਮੈਂ ਵਿਦਡਰਾਅ ਕਰ ਰਿਹਾ। ਤੇ ਉਸ ਤੋਂ ਬਾਅਦ ਜਿੱਦਾਂ ਹੁਣ ਜੇਲ੍ਹ 'ਚ ਰਹੇ ਹਾਂ, ਜੇਲ੍ਹ ਤੋਂ ਬਾਅਦ ਵੀ ਆਏ ਹਾਂ, ਜੋ ਹੁਣ ਮੈਂ ਤੁਰਿਆ ਹਾਂ, ਜੋ ਵੀ ਡਿਸੀਜ਼ਨ ਲਏ ਅਸੀਂ ਇੱਕ ਸੰਗਤੀ ਰੂਪ ਸਾਰਿਆਂ ਦੇ ਬਾਹਰ ਇੱਥੇ ਸਿੰਘ ਜਿਹੜੇ ਨਾਲ ਸੀ ਉਹਨਾਂ ਨਾਲ ਲਿਆ। ਇਹਦਾ ਕਾਰਨ ਇਹ ਵੀ ਹੈ ਕਿ ਜਦੋਂ ਤੁਸੀਂ ਬਾਹਰ ਆਏ ਜੇਲ੍ਹ 'ਚੋਂ, ਤੁਸੀਂ ਥੋੜ੍ਹੀ ਪ੍ਰੈਕਟਿਸ ਕੀਤੀ ਪੋਲੀਟਿਕਸ ਦੀ, ਕੋਸ਼ਿਸ਼ ਕੀਤੀ, ਜਾਂ ਉਹ ਖੜੀ ਨਹੀਂ ਹੋਈ ਪ੍ਰੈਕਟੀਕਲੀ, ਤੁਸੀਂ ਤਾਂ ਦੁਬਾਰਾ ਕੋਸ਼ਿਸ਼ ਨਹੀਂ ਕੀਤੀ? ਮੈਂ ਸਾਰਿਆਂ ਦੀ ਸਲਾਹ ਮਸ਼ਵਰੇ ਨਾਲ ਆਇਆ। ਕਿਉਂਕਿ ਲੋਕ ਤਾਂ ਤੁਹਾਨੂੰ ਸੁਖਬੀਰ ਬਾਦਲ ਦੇ ਅਲਟਰਨੇਟਿਵ 'ਚ ਦੇਖ ਰਹੇ ਸੀਗੇ ਕਿ ਐਂ ਦੇਖਿਆ ਜਾਂਦਾ ਹੈਗਾ ਕਿ ਇੱਕ ਪੰਥ ਦਾ ਇੱਕ ਚਿਹਰਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਹੀ ਕਿਉਂ, ਦਲਜੀਤ ਬਿੱਟੂ ਕਿਉਂ ਨਹੀਂ, 2006 ਗੱਲਾਂ ਹੋਈਆਂ ਸੀ, ਕਾਫੀ ਗੱਲਾਂ ਆਰਟੀਕਲ ਛਪੇ ਇਸ ਤਰ੍ਹਾਂ ਦੇ ਹੋਈਆਂ ਸੀ। ਪਰ ਅਸੀਂ ਬਹੁਤ ਕਲੀਅਰ ਸੀਗੇ ਇਸ ਗੱਲ ਨੂੰ ਕਿ ਉਹ ਸਾਡਾ ਤਾਂ ਰਾਹ ਉਦੋਂ ਵੀ ਕਰ ਲੈਂਦੇ ਹਨਾ ਅਸੀਂ, ਫਿਰ ਇਹ ਕੋਈ ਗੱਲ ਹੀ ਨਹੀਂ ਹੈਗੀ। ਉਹ ਤਾਂ ਕਲੀਅਰ ਕੱਟ ਸੀ। ਇਵਨ ਜਦੋਂ ਮਾਨ ਸਾਹਿਬ ਨਾਲ ਅਸੀਂ ਉਦੋਂ ਮੈਂ ਤਾਂ ਕਲੀਅਰ ਸੀ ਕਿ ਅਸੀਂ ਤੁਸੀਂ ਪਹਿਲਾਂ ਪੰਚ ਪ੍ਰਧਾਨੀ ਦਲ, ਖਾਲਸਾ ਦਲ, ਮਾਨ ਸਾਹਿਬ, ਇਹ 'ਚ ਅਸੀਂ ਐਫਰਟ ਕੀਤਾ। ਪਰ ਉੱਥੇ ਵੀ ਅਸੀਂ ਇਲੈਕਸ਼ਨ ਵੇਲੇ ਉਹਦੇ ਵਿੱਚ ਕੋਈ ਨਹੀਂ ਸੀਗਾ ਸਾਡਾ ਰੋਲ। ਉਹਦੇ ਵਿੱਚ ਵੀ ਇਹ ਸੀ ਅਸੀਂ ਯਾਨੀ ਕਿ ਮਾਸਸ ਨੂੰ ਕਿਵੇਂ ਨਾਲ ਜੋੜਨਾ ਹੈ ਨਾ, ਇਹ ਐਫਰਟ ਕੀਤਾ। ਉਹ ਵੀ ਖਾਲਸੇ ਵਾਲਾ ਸੀ, ਕਿਸ ਤਰੀਕੇ ਨਾਲ ਲੋਕਾਂ ਨੂੰ ਆਪਣੇ ਇੰਸਟੀਟਿਊਸ਼ਨ ਕਿਵੇਂ ਉਹਨਾਂ ਨੂੰ ਸਰਜੀਤ ਉੱਧਰ ਲਾਇਆ ਜਾਵੇ, ਲਾਮਬੰਦ ਕੀਤਾ। ਇਹ ਪਿੱਛੇ ਰਹਿ ਕੇ ਕੋਈ ਕਿਤੇ ਵੀ ਇਲੈਕਸ਼ਨ 'ਚ ਆਉਣ ਵਾਲਾ ਨਹੀਂ ਸੀ। ਪਰ ਜਦੋਂ ਫਿਰ ਦੇਖਿਆ ਕਿ ਜਦੋਂ ਹੁਣ ਜੇਲ੍ਹ ਜਾਣਾ ਪਿਆ ਸਰਸੇ ਵਾਲੇ 'ਚ, ਉਹਨਾਂ ਨੂੰ ਦੁਬਾਰਾ ਫਿਰ 5 ਸਾਲ ਦੀ ਜੇਲ੍ਹ ਕਰ ਦਿੱਤਾ। ਦਿੱਲੀ ਸਿੰਘ ਵਾਲਾ ਕਤਲ ਹੋਇਆ, ਹਾਂ, ਹੋਰਾਂ 'ਚ ਪਾਪੂ ਦਿੱਤਾ ਉਹਨਾਂ ਨੇ। ਤੇ ਵੈਸੇ ਤਾਂ ਮੈਂ ਪਹਿਲਾਂ ਹੀ ਇਹ ਪਤਾ ਲੱਗ ਗਿਆ ਸੀ। ਜੇਲ੍ਹ ਵਿੱਚ ਆ ਕੇ ਸਾਨੂੰ ਕਲੀਅਰ ਹੋ ਗਿਆ ਕਿ ਇਹ ਜਿਹੜਾ ਰਸਤਾ ਆ ਓਵਰਗਰਾਊਂਡ ਵਾਲਾ ਇਹ ਨਹੀਂ ਹੈਗਾ ਆਪਣਾ। ਇਲੈਕਸ਼ਨ ਤਾਂ ਉਹ ਜਿਹੜਾ ਬਦਲ ਵਾਲਾ ਤਾਂ ਪਹਿਲਾਂ ਹੀ ਕਲੀਅਰ ਸੀਗਾ ਤੇ ਇਹ ਨਹੀਂਗਾ ਕਿ ਸਾਨੂੰ ਤਾਂ ਜਾਣੀ ਕਿ ਜੋ ਰੀਅਲ ਖਾਲਸੇ ਵਾਲੇ ਪਿੱਛੇ ਰਹਿ ਕੇ ਹੀ ਸਹਿਯੋਗ ਫੈਸਿਲੀਟੇਟ ਉਹ ਜਿਹੀਆਂ ਸਹੂਲਤਾਂ ਬਣਾਉਣੀਆਂ, ਕਪੈਸਿਟੀਜ਼ ਡਿਵੈਲਪ ਕਰਨੀਆਂ, ਸਟਰੈਂਥਸ ਬਣਾਉਣੀਆਂ, ਉਹੀ ਕਰਨਾ ਚਾਹੀਦਾ ਹੈ। ਤੇ ਹਾਲੇ ਕੋਈ ਡਾਇਰੈਕਟ ਕਨਫਰੰਟੇਸ਼ਨ 'ਚ ਵੀ ਆਉਣ ਦਾ ਜ਼ਰੂਰਤ ਨਹੀਂ। ਫਿਰ ਪ੍ਰੈਸ ਤੋਂ ਦੂਰ ਰਹਿ ਕੇ, ਕਨਫਰੰਟੇਸ਼ਨ ਤੋਂ ਵੀ ਦੂਰ ਰਹਿ ਕੇ ਕਿ ਖਾਲਸੇ ਦੇ ਤਰੀਕੇ ਨਾਲ। ਜਿਵੇਂ ਮਿਲਿਆ 2007-08 ਤੋਂ ਬਾਅਦ ਤੁਸੀਂ ਕੋਈ ਇੰਟਰਵਿਊ ਨਹੀਂ ਦਿੱਤਾ ਹੈਗਾ? ਹਾਂ, ਨਹੀਂ ਦਿੱਤਾ ਹੋਣਾ। 9 'ਚ ਮੈਂ ਅਰੈਸਟ ਹੋਇਆ। ਫਿਰ 14 ਤੋਂ ਬਾਅਦ ਵੀ ਮੈਂ ਇਸ ਤਰ੍ਹਾਂ ਦੀ ਸਰਗਰਮੀ ਨੂੰ ਛੱਡ ਕੇ ਜਿਹੜੀ ਪਿੱਛੇ ਰਹਿ ਕੇ ਕੰਮ ਕਰਨ ਵਾਲੀ ਆ, ਇਸ ਤਰ੍ਹਾਂ ਦੇ ਬਹੁਤ ਕੰਮ ਹੋ ਰਹੇ ਆ ਜਿਹੜੇ ਸਾਰੇ ਗੱਲ ਕਰਨ ਦੀ ਨਹੀਂ ਜ਼ਰੂਰਤ ਹੈ ਨਾ। ਪਿੱਛੇ ਰਹਿ ਕੇ ਅਸੀਂ ਕਰਦੇ ਹਾਂ, ਪਹਿਲੇ ਤੋਂ ਜ਼ਿਆਦਾ ਕੰਮ ਕਰਦੇ ਹਾਂ ਪਿੱਛੇ ਰਹਿ ਕੇ, ਆਪਣੀਆਂ ਸਟਰੈਂਥ ਤੇ ਕਪੈਸਿਟੀ ਬਿਲਡ ਕਰਨ ਦੀਆਂ। ਅਖਬਾਰ 'ਚ ਆਉਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਲੱਗਦੀ। ਈਵਨ ਕਿਸਾਨ ਮੋਰਚੇ 'ਚ ਵੀ ਮੈਂ ਉੱਥੇ ਗਿਆ ਜ਼ਰੂਰ, ਮੈਂ ਕਦੀ ਜਾਣੀ ਕਿ ਅਖਬਾਰ 'ਚ ਨਹੀਂ ਆਉਣ ਦਿੱਤਾ। ਤੇ ਸਾਡੇ ਸਿੰਘ ਪਹਿਲੇ ਦਿਨ ਤੋਂ ਅਖੀਰ ਤੱਕ ਉੱਥੇ ਸੀ, ਸਾਰਾ ਸਹਿਯੋਗ ਵਜੋਂ ਰਹੇ ਆ, ਮਦਦ ਕਰਨ ਵਿੱਚ। ਜਦੋਂ ਸਭ ਤੋਂ ਔਖਾ ਟਾਈਮ ਸੀ ਉਦੋਂ ਵੀ ਉਹੀ ਸੀਗੇ ਉੱਥੇ, ਉਹ ਨਹੀਂ ਆਏ ਜਦੋਂ ਪ੍ਰੋਟੈਕਸ਼ਨ 26 ਤੋਂ ਬਾਅਦ ਹੈ ਨਾ। ਸਦਾ ਲਗਾਤਾਰ ਇੱਕ ਉਹਨੂੰ ਕਿਸ ਤਰ੍ਹਾਂ ਪਿੱਛੋਂ ਸਪੋਰਟ, ਜੋ ਖਾਲਸੇ ਦਾ ਰੋਲ, ਉੱਥੇ ਸਾਡਾ ਰੋਲ ਸਪੋਰਟ ਦਾ ਹੀ ਸੀਗਾ, ਉਹ ਅਸੀਂ ਕੀਤਾ ਤੇ ਹੁਣ ਵੀ ਉਹੀ ਕਰ ਰਹੇ ਹਾਂ। ਤੇ ਜਿੱਦਾਂ ਮੈਂ ਕੀਤਾ ਕਿ ਬਹੁਤ ਕ੍ਰਾਈਸਿਸ ਵਾਲਾ ਸਮਾਂ ਆ ਤੇ ਇੱਥੇ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਪੰਥ ਦੀ ਅੰਦਰੂਨੀ ਆਰਗੇਨਾਈਜੇਸ਼ਨ ਤੇ ਇੰਸਟੀਟਿਊਸ਼ਨ ਨੂੰ ਸਟਰੋਂਗ ਕਰਨਾ ਤੇ ਜਥੇ ਸਟਰੋਂਗ ਕਰਨੇ ਬਹੁਤ ਜ਼ਰੂਰੀ ਆ ਤੇ ਉਹ ਕਰਨਾ ਚਾਹੀਦਾ। ਸਾਰਿਆਂ ਨੂੰ 'ਚ ਲੱਗੇ ਆ। ਮੇਰਾ ਕਿਸੇ ਨਾਲ ਕੋਈ ਪਰਸਨਲੀ ਹੈ ਨਹੀਂ, ਨਾ ਸੁਖਬੀਰ ਨਾ ਮਾਨ ਸਾਹਿਬ ਨਾ ਕਿਸੇ ਹੋਰ ਨਾਲ। ਮਾਨ ਹੋਰਾਂ ਨਾਲ ਜਿਹੜੀਆਂ ਗੱਲਾਂ ਹੈਗੀਆਂ ਡਿਫਰੈਂਸ ਕਿਸ ਗੱਲ ਤੇ ਪੈਦਾ ਹੋਏ? ਰੌਲਾ ਕੀ ਪਿਆ ਮਾਨ ਸਾਹਿਬ ਨਾਲ? ਕਿਉਂਕਿ ਮਾਨ ਸਾਹਿਬ ਤੇ ਫਿਰ ਕਾਫੀ ਜਦੋਂ ਨਿਕਲੇ ਉਦੋਂ ਹੀ ਬੋਲਦੇ ਰਹੇ। ਉਹਨਾਂ ਦਾ ਆਪਣਾ ਤਰੀਕਾ ਆ ਪੋਲੀਟਿਕਸ ਕਰਨ ਦਾ। ਉਹ ਇਲੈਕਸ਼ਨ ਰਾਹੀਂ ਕਰਨਾ ਚਾਹੁੰਦੇ ਆ ਸਭ ਕੁਛ। ਉਹਨੂੰ ਲੱਗਦਾ, ਸਾਨੂੰ ਲੱਗਦਾ ਕਿ ਇਹ ਕੋਈ ਤਰੀਕਾ ਨਹੀਂ ਗਾ ਹੈ। ਹੋਰ ਸਾਨੂੰ ਹੋਰ ਤਰੀਕੇ ਕਰਨ, ਠੀਕ ਹੈ ਜੇ ਉਹਨਾਂ ਨੂੰ ਉਹ ਚੰਗਾ ਲੱਗਦਾ। ਅਸੀਂ ਤਾਂ ਨਹੀਂ ਕਦੀ ਕਿਹਾ ਕਿ ਨਾ ਕਰੋ, ਅਸੀਂ ਆਪਣਾ ਕਰਦੇ ਹਾਂ, ਉਹ ਆਪਣਾ ਕਰ ਦਿਓ, ਉਹ ਬਿਹਤਰ ਤਰੀਕਾ ਹੈ। ਹੋਰ ਵੀ ਜਿਹੜੇ ਬੰਦੇ ਖਾਲਿਸਤਾਨ ਲਈ ਕੋਈ ਵੀ ਕੰਮ ਕਰਦੇ ਅਸੀਂ ਵੈਲਕਮ ਕਰਦੇ ਹਾਂ। ਪਰ ਜਿੱਥੇ ਕੋਈ ਯਾਨੀ ਕਿ ਅਸੂਲਾਂ ਤੋਂ, ਬੇਸਿਕ ਪ੍ਰਿੰਸੀਪਲਸ ਤੋਂ ਜਾਂ ਸਿੱਖੀ ਜਾਂ ਖਾਲਸੇ ਦੇ ਪ੍ਰਿੰਸੀਪਲਸ ਨੂੰ ਨੁਕਸਾਨ ਹੋਵੇ ਤਾਂ ਉੱਥੇ ਜ਼ਰੂਰ ਅਸੀਂ ਉਹਨਾਂ ਨੂੰ ਰਿਮਾਈਂਡ ਕਰੀਦਾ ਆ, ਰਿਮਾਈਂਡਰ ਦੇਈਦਾ ਆ ਤੇ ਆਪਣਾ ਹਾਜ਼ਰੀ ਲਵਾਈ ਦੀ ਆ।
ਪਰ ਆਪਣਾ ਕੰਮ ਆ ਜੋ ਇੰਸਟੀਟਿਊਸ਼ਨ ਬਿਲਡ ਦਾ, ਸਟਰੈਂਥ ਬਿਲਡ ਦਾ, ਕੈਪੈਸਿਟੀ ਬਿਲਡ ਦਾ, ਉਹ ਅਸੀਂ ਬਿਨਾਂ ਕਿਸੇ ਨਾਲ ਟਕਰਾਏ ਹੋ ਤੇ ਕਰ ਰਹੇ ਹਾਂ। ਤੇ ਅਸੀਂ ਉਹਨਾਂ ਤੋਂ ਵੀ ਉਮੀਦ ਕਰਦੇ ਹਾਂ ਕਿ ਆਪਣਾ ਆਪਣਾ ਕੰਮ ਸਾਰੇ ਕਰੋ। ਇਹ ਨਾ ਸੋਚੋ ਕਿ ਦੂਸਰੇ 'ਚ ਗਲਤੀਆਂ ਨਾ ਕੱਢੋ, ਆਪ ਪੋਜ਼ਿਟਿਵ ਕਰੋ, ਢਾਉਣ ਵਾਲੀ ਵਿਰਤੀ ਛੱਡੋ। ਬਹੁਤ ਕੁਛ ਪਿਆ, ਇੰਨਾ ਜ਼ਿਆਦਾ ਕੰਮ ਕਰਨ ਦੇ ਮੌਕੇ ਆ ਹੁਣ ਕਿ ਬੰਦੇ ਹੈ ਨਹੀਂ ਗੇ। ਤੁਸੀਂ ਆਓ, ਕੰਮ ਕਰੋ। ਪੰਜਾਬ ਦਾ ਦੇਖੋ ਕੀ ਸਿਚੁਏਸ਼ਨ ਆ ਇੱਥੇ, ਪਾਣੀ ਦੀ ਦੇਖੋ, ਹਵਾ ਦਾ ਦੇਖੋ, ਐਗਰੀਕਲਚਰ ਦੇਖੋ, ਯੂਥ ਦਾ ਦੇਖੋ, ਹੈਲਥ ਦਾ ਦੇਖੋ, ਆਲੇ ਦੁਆਲੇ ਹਾਲਾਤ ਦਾ ਦੇਖੋ, ਕਲਚਰ, ਬੋਲੀ, ਐਵਰੀਥਿੰਗ। ਤੇ ਕਿੰਨੀਆਂ ਜੇ ਇਹ ਚੈਲੰਜਿਸ ਦੀਆਂ ਸੰਭਾਵਨਾਵਾਂ ਇਹ ਤੋਂ ਵੀ ਵੱਡੀਆਂ ਆ। ਤੁਸੀਂ ਆਓ, ਆਪਣੀ ਆਪਣੀ ਫੀਲਡ 'ਚ ਕੰਮ ਕਰੋ। ਕਿਸੇ ਨੂੰ ਕਿਉਂ ਖੋਜਣਾ ਕਿ ਉਹ ਇਹ ਕਿਉਂ ਨਹੀਂ ਕਰਦਾ ਜਾਂ ਉਹ 'ਚ ਗਲਤੀ ਕੱਢਣੀ। ਆਪ ਕਰੋ ਪ੍ਰੈਕਟੀਕਲ, ਫੇਰ ਕੋਈ ਸਵਾਦ ਕਰੋ ਕਿ ਆਹ ਆਪਾਂ ਰਲ ਕੇ ਕਰੀਏ। ਮੈਂ ਤਾਂ ਇਹ ਸਿਰਫ ਖਾਲਿਸਤਾਨੀ ਧਿਰਾਂ ਨੂੰ ਨਹੀਂ ਕਹੂੰਗਾ, ਈਵਨ ਜਿਹੜੀਆਂ ਹੋਰ ਧਿਰਾਂ ਆ, ਦਲਿਤ ਧਿਰਾਂ ਨੇ, ਹੋਰ ਅਪਰੈਸ ਧਿਰਾਂ, ਲੈਫਟ ਦੀਆਂ ਧਿਰਾਂ ਆ, ਭਾਵੇਂ ਸਾਡੇ ਵਿਰੁੱਧ ਵੀ ਚੱਲੇ ਹੋਣ, ਅਸੀਂ ਉਹਨਾਂ ਵਿਰੁੱਧ ਚੱਲੇ ਹੈ ਨਾ, ਸਾਨੂੰ ਚੱਲਣਾ। ਉਹਨਾਂ ਨੂੰ ਵੀ ਜਾਣੀ ਇਹ ਤੋਂ ਇੱਕ ਸਿੱਖਿਆ ਲੈ ਕੇ, ਕਿਸਾਨ ਮੋਰਚੇ ਤੋਂ ਇੱਕ ਬਹੁਤ ਵੱਡੀ ਸਿੱਖਿਆ ਆ ਆਪਣੇ ਵੱਡੇ, ਕਿਉਂਕਿ ਸਾਂਝਾਂ ਬਹੁਤ ਵੱਡੀਆਂ ਨੇ। ਅਪਰੈਸਰ ਇੱਕ ਆ, ਉਹ ਵਰਲਡ ਲੈਵਲ 'ਤੇ ਇੱਕ ਆ, ਉਹ ਇੱਕ ਨੇ। ਆਪਾਂ ਐਵੇਂ ਜਾਣੀ ਕਿ ਗੱਲਾਂ ਕਰਕੇ ਆਪਣੇ 'ਚ એનર્ਜੀ ਵੇਸਟ ਕਰੀ ਜਾ ਰਹੇ ਹੋ। ਜਿੰਨੀਆਂ ਸਾਂਝਾਂ ਬਣਾਈਆਂ ਜਾ ਸਕਣ, ਜਿੱਥੇ ਤੁਸੀਂ ਇੱਕ ਸਾਂਝੇ ਪ੍ਰੋਗਰਾਮ ਬਣਾ ਸਕਦੇ, ਉੱਥੋਂ ਤਾਂ ਇਕੱਠੇ ਹੋ ਕੇ ਕਰੋ। ਚਲੋ ਇਨਵਾਇਰਮੈਂਟ 'ਤੇ ਆ, ਐਗਰੀਕਲਚਰ 'ਤੇ ਆ, ਕਲਚਰ 'ਤੇ ਆ, ਲੈਂਗੁਏਜ 'ਤੇ, ਇਹਨਾਂ 'ਤੇ ਤਾਂ ਆਪਾਂ ਹੋ ਸਕਦੇ ਹਾਂ ਕਿ ਨਹੀਂ ਸਾਰੇ। ਠੀਕ ਆ, ਤੁਹਾਡੇ ਪੋਲੀਟੀਕਲ ਹੋ ਸਕਦੀ ਥਿਊਰੀ, ਸਾਡੀ ਹੋਰ ਆ। ਅਸੀਂ ਤੁਹਾਨੂੰ ਕਦੇ ਨਹੀਂ ਕਿਹਾ ਕਿ ਤੁਸੀਂ ਚੇਂਜ ਕਰੋ, ਅਸੀਂ ਕਿਸੇ ਨੂੰ ਵੀ ਨਹੀਂ ਕਹਿੰਦੇ। ਅਸੀਂ ਜਿਹੜਾ ਆਦਰ ਆ, ਅਸੀਂ ਉਹਨੂੰ ਉੱਦਾਂ ਹੀ ਮਨਜ਼ੂਰ ਕਰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਕੋਈ ਸਿੱਖ ਬਣੇ, ਅਸੀਂ ਉਹਨੂੰ ਕਹਿੰਦੇ ਕਿ ਸਾਡੇ ਵੱਲ ਆਓ। ਅਸੀਂ ਆਪਣੇ ਹਿਸਾਬ ਨਾਲ ਜਿਉਂਦੇ, ਤੁਸੀਂ ਸਾਡੀ ਰਿਸਪੈਕਟ ਕਰੋ, ਅਸੀਂ ਤੁਹਾਡੀ ਰਿਸਪੈਕਟ ਕਰਦੇ। ਆਪਾਂ ਇਕੱਠੇ ਹੋ ਕੇ ਜਿਹੜਾ ਐਡਾ ਵੱਡਾ ਇੱਕ ਬੇਇਨਸਾਫੀ ਦਾ, ਜਿਹੜਾ ਐਡਾ ਵੱਡਾ ਕਾਲ ਪੁਖਤੀ ਰਜ਼ਾ ਅੱਗੇ ਦੇ ਅਗੇਂਸਟ ਚੱਲ ਰਿਹਾ ਸਾਰਾ ਤਖਤ ਆ ਦੁਨੀਆ ਭਰ ਦਾ, ਉਹਦੇ ਖਿਲਾਫ ਜੋ ਕੰਮ ਕਰ ਸਕਦੇ ਆਪਾਂ ਕਰੀਏ। ਉਹ ਕਿਸਾਨ ਮੋਰਚੇ ਨੇ ਜਿੱਤ ਦਿਖਾਈ ਆ, ਹੋ ਸਕਦੀ ਹੈ। ਤੁਸੀਂ ਕਹਿੰਦੇ ਹੋ ਤੁਸੀਂ ਬੈਕਐਂਡ ਦੀ ਕੰਮ ਕੀਤਾ, ਪੂਰੀ ਮੂਵਮੈਂਟ 'ਚ ਵੀ ਤੁਸੀਂ ਉਵੇਂ ਰਹੇ। ਕਦੇ ਐ ਹੋ ਸਕਦਾ ਹੈਗਾ ਕਿ ਦਲਜੀਤ ਬਿੱਟੂ ਲੀਡ ਕਰਨ, ਅਗਵਾਈ ਕਰਨ ਪੰਥਕ ਧਿਰਾਂ ਦੀ, ਪੰਥ ਦੀ, ਜਾਂ ਆਪਣੀ ਪਾਰਟੀ ਲਈ ਇੰਨਾ ਸਰਗਰਮ ਹੋ ਜਾਣ? ਦੇਖੋ, ਮੇਰੀ ਜਿਹੜੀ ਨੈਚੁਰਲ ਜਿਹੜਾ ਸੁਭਾਅ ਆ, ਜਿਹ 'ਚ ਮੈਂ ਈਜ਼ੀ ਫੀਲ ਕਰਦਾ, ਉਹ ਤਾਂ ਹੈਗਾ ਪਿੱਛੇ ਰਹਿ ਗਈ। ਉਹ 'ਚ ਹੀ ਮੈਨੂੰ ਆਨੰਦ ਹੈ, ਉਹਦਾ ਕੰਮ ਵੀ ਜ਼ਿਆਦਾ ਹੁੰਦਾ। ਤੇ ਜੇ ਸੰਗਤ ਕੋਈ ਫੈਸਲਾ ਕਰ ਦਿੰਦੀ ਹੈ, ਸਮੁੱਚੀ ਸੰਗਤ ਕਰਦੀ ਹੈ, ਜਿਹਨੂੰ ਗੁਰਮਤਾ ਕਹਿੰਦੇ ਆ, ਤਾਂ ਉਹਨੂੰ ਤਾਂ ਅਸੀਂ ਕਦੇ ਨਹੀਂ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਆਪਣੇ ਆਪ ਅਸੀਂ ਕੋਈ ਦਾਅਵਾ ਨਹੀਂ ਕਰਦੇ ਕਿ ਮੈਂ ਕੋਈ ਲੀਡਰ ਸੀਗਾ ਜਾਂ ਮੈਂ ਲੀਡਰ ਹਾਂ ਜਾਂ ਮੈਂ ਲੀਡ ਕਰਨਾ ਹੈ। ਅਸੀਂ ਸੇਵਾ ਲਈ ਆਏ ਸੀ, ਸੇਵਾ ਕੀਤੀ ਹੈ ਤੇ ਅੱਗੇ ਵੀ ਸੇਵਾ ਕਰਨੀ। ਧੰਨਵਾਦ ਬਿੱਟੂ, ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ ਜੀ, ਸ਼ੁਕਰੀਆ। ਤਾਂ ਇਹ ਸਨ ਦਲਜੀਤ ਸਿੰਘ ਬਿੱਟੂ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਦੇ ਬਾਰੇ, ਆਪਣੇ ਬਾਰੇ ਖੋਲ੍ਹ ਕੇ ਦੱਸਿਆ। ਉਹਨਾਂ ਨੇ ਕਿਤਾਬ ਵੀ ਲਿਖੀ ਹੈ, ਪਰ ਉਹਨਾਂ ਨੇ ਆਪਣੀ ਜ਼ਿੰਦਗੀ ਵੀ ਖੁੱਲ੍ਹੀ ਕਿਤਾਬ ਵਾਂਗ ਖੋਲ੍ਹੀ ਹੈ।